ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। Together. ਧੰਨ ਗੁਰੂ ਨਾਨਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸੋ ਅੱਗੇ ਹੁਣ ਆਪਾਂ ਪੰਜਾਂ ਬਾਣੀਆਂ ਦੇ ਵਿੱਚੋਂ ਜੋ 4 ਬਾਣੀਆਂ ਦਾ ਸਟੀਕ ਸ਼ਰਵਣ ਕੀਤਾ ਨਿਤਨੇਮ। ਪੰਜਵੀਂ ਬਾਣੀ ਸ੍ਰੀ ਆਨੰਦ ਸਾਹਿਬ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਪਾਵਨ ਬਾਣੀ, ਜੋ ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਪੰਜਵੀਂ ਬਾਣੀ ਹੈ। ਸੋ ਜਿਨ੍ਹਾਂ ਪੰਜਾਂ ਬਾਣੀਆਂ ਨੂੰ ਪੜ੍ਹ ਕੇ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਦੇ ਹਨ, ਸੋ ਆਓ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ। ਸੋ ਆਨੰਦ ਜੋ ਬਾਣੀ ਦਾ ਨਾਮ ਹੈ, ਆਨੰਦ ਜੋ ਖੁਸ਼ੀਆਂ ਦੇ ਦੇਣ ਵਾਲੀ ਹੈ। ਸੋ ਸਤਿਗੁਰੂ ਮਹਾਰਾਜ ਇਹ ਬਾਣੀ ਬਖਸ਼ਿਸ਼ ਕਰ ਰਹੇ ਹਨ। ਜੀਵਨ ਮੁਕਤੀ ਦੇ ਦੇਣ ਵਾਸਤੇ ਆਨੰਦ ਸਾਹਿਬ ਦੀ ਰਚਨਾ ਕੀਤੀ ਗੁਰੂ ਸਾਹਿਬ ਜੀ ਨੇ। ਇੱਕ ਓੰਕਾਰ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਭਾਵ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਸੋ ਕਿਉਂਕਿ ਗੁਰੂ ਦੀ ਕਿਰਪਾ ਹੀ ਉਹਦੀ ਪ੍ਰਾਪਤੀ ਦਾ ਵਸੀਲਾ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੇ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਭਾਵ ਸਤਿਕਾਰਯੋਗ ਮਹਾਂਪੁਰਸ਼ੋ, ਮੈਂ ਦਰਗਾਹੀ ਵਿਚੋਲੇ ਸੱਚੇ ਸਤਿਗੁਰੂ ਮਹਾਰਾਜ ਨੂੰ ਪ੍ਰਾਪਤ ਕੀਤਾ ਹੈ। ਤਾਂ ਸਤਿਗੁਰੂ ਦੀ ਕਿਰਪਾ ਨਾਲ ਮੈਨੂੰ ਪਰਮੇਸ਼ਰ ਮਿਲਾਪ ਦਾ ਆਨੰਦ ਪ੍ਰਾਪਤ ਹੋਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ। ਸਹਿਜ ਸੇਤੀ ਹੁੰਦਾ ਸ਼ਾਂਤੀ, ਧੀਰਜ ਨਾਲ ਸੇਵਾ ਸਿਮਰਨ ਕਰਦਿਆਂ, ਅਰਦਾਸ ਅਤੇ ਜੋਦੜੀ ਕਰਦਿਆਂ ਅਸੀਂ ਸੱਚੇ ਸਤਿਗੁਰੂ ਨੂੰ ਪ੍ਰਾਪਤ ਕੀਤਾ, ਜੋ ਕਿ ਗਿਆਨ ਸੰਯੁਕਤ ਸਤਿਗੁਰੂ ਹਨ। ਸਹਿਜ ਤੋਂ ਭਾਵ ਗਿਆਨ ਵੀ ਹੈ, ਸਹਿਜੇ ਹੀ ਪ੍ਰਾਪਤ ਕਰ ਲਿਆ ਸੇਵਾ ਦੁਆਰਾ। ਸੋ ਉਹਨਾਂ ਦੇ ਮਿਲਣ ਤੋਂ ਮਨ ਵਿੱਚ ਵਾਧਾਈਆਂ, ਵਾਵੇ ਨੂੰ ਕੰਨਾ ਲਾ ਕੇ ਧੱਦੇ ਨੂੰ ਕੰਨਾ, ਵਾਧਾਈਆਂ। ਵਾਧਾਈਆਂ ਹੁੰਦੀਆਂ ਮਨ ਦੇ ਅੰਦਰ ਖੁਸ਼ੀਆਂ ਦੇ ਨਾਲ ਮਨ ਨੇ ਛਾਲਾਂ ਮਾਰਨੀਆਂ, ਬਹੁਤ ਖੁਸ਼ ਹੋ ਜਾਣਾ, ਬੇਅੰਤ ਖੁਸ਼ ਹੋਣਾ। ਵੱਜੀਆਂ ਤੋਂ ਭਾਵ ਪ੍ਰਗਟ ਹੋ ਰਹੀਆਂ ਹਨ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ। ਹੁਣ ਖੁਸ਼ੀ ਭਰੇ ਸਮੇਂ ਵਿੱਚ ਕਹਿੰਦੇ ਨੇ ਰਾਗ ਜਿਹੜੇ ਮੁੱਖ 6 ਰਾਗ ਨੇ। ਸੋ ਇਸੇ ਪ੍ਰਕਾਰ ਭਾਗ ਤੋਂ ਭਾਵ ਰਤਨ, ਰਾਗਾਂ ਦੇ ਪੁੱਤਰ ਅਤੇ ਉਹਨਾਂ ਦੀਆਂ ਜਿਹੜੀਆਂ ਪਰੀਆਂ ਰਾਗਣੀਆਂ ਸਮੇਤ ਸਾਰਾ ਪਰਿਵਾਰ ਸ਼ਬਦ ਤੋਂ ਭਾਵ ਗੁਰਬਾਣੀ ਦਾ ਕੀਰਤਨ ਕਰਨ ਵਾਸਤੇ ਆਇਆ। ਸਾਰਾ ਪਰਿਵਾਰ ਹੀ ਆਇਆ। ਰਾਗ ਰਤਨ ਇਸੇ ਪ੍ਰਕਾਰ ਰਾਗ ਅਤੇ ਰਤਨ ਰੂਪ ਪਰਿਵਾਰ ਨੂੰ ਨਾਲ ਲੈ ਕੇ ਪਰੀਆਂ ਜਿਹੜੀਆਂ ਪੱਛਰਾਂ ਨੇ ਆਨੰਦ ਕਾਰਜ ਨਾਲ ਸੰਬੰਧਿਤ ਗੁਰਬਾਣੀ ਦੇ ਸ਼ਬਦ ਗਾਉਣ ਵਾਸਤੇ ਆਈਆਂ ਹਨ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਜਿਨ੍ਹਾਂ ਰਾਗ ਰਾਗਣੀਆਂ ਨੇ ਆਪਣੇ ਮਨ ਵਿੱਚ ਅਕਾਲ ਪੁਰਖ ਦਾ ਜਸ ਅਤੇ ਨਾਮ ਵਸਾਇਆ, ਉਹਨਾਂ ਨਾਲ ਰਲ ਕੇ ਤੁਸੀਂ ਵੀ ਉਸ ਪਤੀ ਅਕਾਲ ਪੁਰਖ ਦਾ ਸ਼ਬਦੋ ਤੋਂ ਭਾਵ ਗੁਰਬਾਣੀ ਦੁਆਰਾ ਕੀਰਤਨ ਕਰੋ। ਅਥਵਾ ਜਿਨ੍ਹਾਂ ਮਹਾਂਪੁਰਖਾਂ ਨੇ ਆਪਣੇ ਹਿਰਦੇ 'ਚ ਨਾਮ ਵਸਾਇਆ, ਉਹਨਾਂ ਦੇ ਨਾਲ ਮਿਲ ਕੇ ਤੁਸੀਂ ਵੀ ਨਾਮ ਕੀਰਤਨ ਕਰੋ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੀਸਰੇ ਗੁਰੂ ਨਾਨਕ ਦੇਵ ਜੀ ਬਚਨ ਫਰਮਾਉਂਦੇ ਹਨ ਕਿ ਮੈਨੂੰ ਵਾਹਿਗੁਰੂ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋਇਆ। ਆਨੰਦ ਹੋਆ ਕਿਉਂਕਿ ਮੈਂ ਦਰਗਾਹੀ ਵਿਚੋਲਾ ਜੋ ਹੈ, ਹਰ ਦਰਗਾਹ ਕੈ ਬੈਸੀਠ, ਸੱਚੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ। ਮੈਨੂੰ ਤਾਂ ਹੁਣ ਪੂਰਨ ਆਨੰਦ ਆ ਗਿਆ, ਕਿਉਂਕਿ ਮੈਂ ਹੁਣ ਆਪਣੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ। ਗੁਰੂ ਅੰਗਦ ਦੇਵ ਮਹਾਰਾਜ ਦੀ ਪ੍ਰਾਪਤੀ ਸਦਕਾ ਅਕਾਲ ਪੁਰਖ ਦੀ ਪ੍ਰਾਪਤੀ ਹੋ ਗਈ ਹੈ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇਹ ਮੇਰੇ ਮਨ ਤੂੰ ਸਦੀਵ ਕਾਲ ਹਰੀ ਦੇ ਨਾਲ ਰਹਿਣਾ ਕਰ। ਕਿਉਂ ਇੱਧਰ ਉੱਧਰ ਜਨ ਨਾਮ ਨਾਲ ਜੁੜਿਆ ਰਹਿ। ਇਹ ਪੰਕਤੀ ਬਾਰ-ਬਾਰ ਪੜ੍ਹੋ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਇਹ ਮੇਰੇ ਮਨ ਤੂੰ ਹਰੀ ਦੇ ਨਾਲ ਜੁੜ ਕੇ ਰਹਿਣਾ ਕਰ। ਜੋ ਹਰੀ ਸਭ ਦੁੱਖਾਂ ਦੇ ਵਿਸਾਰਨ ਵਾਲਾ,
ਉਹਦਾ ਰਹਿਣ ਦਾ ਕੀ ਫਲ ਹੁੰਦਾ ਹੈ? ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਉਹ ਹਰੀ ਇੱਕ ਤਾਂ ਤੇਰਾ ਅੰਗੀਕਾਰ ਭਾਵ ਪੱਖ ਕਰੇਗਾ, ਫਿਰ ਤੇਰੇ ਸਾਰੇ ਕੰਮਾਂ ਨੂੰ ਸਵਾਰਨਾ ਕਰੇਗਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ। ਜੋ ਸੁਆਮੀ ਸਾਰੀਆਂ ਗੱਲਾਂ ਕਰਨ ਨੂੰ ਸਮਰੱਥ ਹੈ, ਉਹਨੂੰ ਮਨ ਚੋਂ ਕਾਹਦੇ ਲਈ ਤੂੰ ਵਿਸਾਰਨਾ? ਕਿਉਂ ਭੁਲਾਉਣਾ ਉਹਨੂੰ ਮਨ ਚੋਂ? ਬੇਨਤੀਆਂ ਕਰਿਆ ਕਰ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਮਨ ਦੇ ਉੱਤੇ ਟਿੱਪੀ ਐ, ਇਸ ਕਰਕੇ ਇਹਨੂੰ ਮਨ ਪਾਠ ਕਰਨਾ। ਮਹਾਰਾਜ ਕਹਿੰਦੇ, ਹੇ ਮੇਰੇ ਮਨ ਤੂੰ ਸਦੀਵ ਕਾਲ ਹਰੀ ਨਾਲ ਰਹਿਣਾ ਕਰ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ। ਇਉਂ ਬੇਨਤੀ ਕਰ, ਪ੍ਰਾਰਥਨਾ ਕਰ, ਹੇ ਸੱਚੇ ਸਾਹਿਬ ਪਰਮਾਤਮਾ, ਆਪ ਜੀ ਦੇ ਘਰ ਵਿੱਚ ਕਿਹੜੀ ਚੀਜ਼ ਨਹੀਂ ਹੈ? ਸਾਰਾ ਕੁਝ ਆਪ ਦੇ ਘਰ ਦੇ ਵਿੱਚ। ਸੋ ਜਿਹੜੇ ਖਜ਼ਾਨੇ ਆ ਮਹਾਰਾਜ ਜੀ, ਉਹ ਖਜ਼ਾਨੇ ਭਰੇ ਪਏ ਨੇ। ਸਾਡੇ ਗਰੀਬਾਂ 'ਤੇ ਵੀ ਕਿਰਪਾ ਕਰ ਦਿਓ। ਇਉਂ ਮਹਾਰਾਜ ਤੋਂ ਹਮੇਸ਼ਾ ਮਿਹਰ ਮੰਗਣੀ ਹੈ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ। ਇਹ ਵਾਹਿਗੁਰੂ, ਆਪ ਜੀ ਦੇ ਘਰ ਵਿੱਚ ਤਾਂ ਸਭ ਕੁਝ ਪਦਾਰਥ ਹਨ, ਪਰ ਜਿਹਨੂੰ ਆਪ ਦਿੰਦੇ ਹੋ ਉਹੀ ਇਨਸਾਨ, ਉਹੀ ਜੀਵ ਪ੍ਰਾਪਤ ਕਰਦਾ ਹੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਤੇਰੀ ਸਿਫਤ ਦੀ ਸ਼ਲਾਘਾ ਸਦਾ ਹੀ ਅਸੀਂ ਕਰਦੇ ਹਾਂ ਅਤੇ ਮਨ ਵਿੱਚ ਨਾਮ ਨੂੰ ਵਸਾਉਂਦੇ ਹਾਂ। ਮੁਸਲਮਾਨ ਲੋਕ ਤੇਰੀ ਸਦਾ ਹੀ ਸਿਫਤ ਕਰਦੇ ਆ, ਹਿੰਦੂ ਲੋਕ ਤੇਰੀ ਸਦਾ ਸ਼ਲਾਘਾ ਕਰਦੇ ਆ, ਅਤੇ ਅਸੀਂ ਮਨ ਵਿੱਚ ਤੇਰੇ ਨਾਮ ਨੂੰ ਵਸਾਉਂਦੇ ਹਾਂ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਜਿਨ੍ਹਾਂ ਦੇ ਮਨ ਵਿੱਚ ਤੇਰਾ ਨਾਮ ਵਸਿਆ ਹੈ, ਉਹਨਾਂ ਦੇ ਜਸ ਰੂਪ ਬਹੁਤੇ ਸ਼ਬਦ ਹੁੰਦਾ, ਵਾਜੇ ਵੱਜੇ ਨੇ। ਵਾਜੇ ਸ਼ਬਦ ਕਨੇਰੇ, ਜਾਂ ਇਉਂ ਕਹਿ ਲਓ ਵੀ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਿਆ ਉਹਨਾਂ ਨੂੰ ਘਣੇ ਸ਼ਬਦ ਵੱਜੇ ਨੇ ਹਿਰਦੇ ਦੇ ਅੰਦਰ। ਉਹ ਆਪੇ ਹੀ ਪਤਾ ਲੱਗ ਜਾਂਦਾ ਜਦੋਂ ਵੱਜਦੇ ਨੇ ਮਨ ਦੇ ਅੰਦਰ ਸ਼ਬਦ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਮਹਾਰਾਜ ਫਰਮਾਉਂਦੇ ਆ, ਇਹ ਸੱਚੇ ਸਾਹਿਬ ਮਾਲਕ ਪਰਮਾਤਮਾ, ਤੇਰੇ ਘਰ ਵਿੱਚ ਕੀ ਚੀਜ਼ ਨਹੀਂ? ਸਾਰਾ ਭਰਿਆ ਪਿਆ ਭੰਡਾਰਾ। ਸਾਚਾ ਨਾਮ ਮੇਰਾ ਆਧਾਰੋ। ਹੇ ਗੁਰਮੁਖੋ, ਸੱਚਾ ਨਾਮ ਹੀ ਮੇਰਾ ਆਸਰਾ ਰੂਪ ਹੈ। ਆਧਾਰੋ ਐੜੇ ਕੰਨਾ ਧੱਦੇ ਕੰਨਾ, ਆਧਾਰੋ ਨਹੀਂ ਕਹਿਣਾ। ਮਨ ਵੱਜੀਆਂ ਵਾਧਾਈਆਂ, ਵਾਵੇ ਨੂੰ ਕਰਨਾ ਹੈ। ਪਹਿਲਾਂ ਆਨੰਦ ਸਾਹਿਬ 'ਚ ਸਾਰਾ ਕੁਝ ਦੱਸਿਆ ਹੋਇਆ ਆਪਾਂ ਨੇ। ਸਾਚੋ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ। ਸੱਚਾ ਨਾਮ ਹੀ ਮੇਰਾ ਆਸਰਾ ਰੂਪ ਹੈ, ਜਿਸ ਨਾਮ ਨੇ ਮੇਰੀਆਂ ਸਾਰੀਆਂ ਭੁੱਖਾਂ ਹੀ ਗਵਾ ਦਿੱਤੀਆਂ ਨੇ। ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਜਿਸ ਨਾਮ ਕਰਕੇ ਮਨ 'ਚ ਸ਼ਾਂਤੀ ਸੁਖ ਆ ਕੇ ਵਸਿਆ, ਅਤੇ ਜਿਸ ਨਾਮ ਨੇ ਮਨ ਦੀਆਂ ਸਭ ਇੱਛਾ ਪੂਰਨ ਕੀਤੀਆਂ ਨੇ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆ। ਮੈਂ ਆਪਣਾ ਆਪ ਸਦੀਵ ਕਾਲ ਗੁਰਾਂ ਦੇ ਉੱਪਰੋਂ ਬਲਿਹਾਰ ਕੁਰਬਾਨ ਕੀਤਾ, ਜਿਸ ਗੁਰੂ ਦੀਆਂ ਇਹ ਵਡਿਆਈਆਂ ਨੇ। ਕਹਿ ਨਾਨਕ ਸੁਣਹੁ ਸੰਤੋ ਸ਼ਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਇੱਥੇ ਐੜੇ ਕੰਨਾ ਨਹੀਂ ਹੈਗਾ, ਪਿੱਛੇ ਹੈ ਤਾਂ ਆਧਾਰੋ ਬੋਲੋ, ਇੱਥੇ ਆਧਾਰੋ ਬੋਲੋ। ਐਨ ਅੱਖਾਂ ਖੋਲ੍ਹ ਕੇ ਦੇਖਣਾ ਧਿਆਨ ਨਾਲ ਵੀ ਕੀ ਲਿਖਿਆ ਹੋਇਆ। ਸੋ ਮਹਾਰਾਜ ਫਰਮਾਉਂਦੇ, ਸੰਤੋ ਸਾਡਾ ਬਚਨ ਸੁਣਨਾ ਕਰੋ ਅਤੇ ਗੁਰ ਸ਼ਬਦ ਵਿੱਚ ਪਿਆਰ ਧਾਰਨਾ ਕਰੋ। ਸਾਚਾ ਨਾਮ ਹੀ ਮੇਰਾ ਆਧਾਰੋ ਹੈ, ਆਸਰਾ ਰੂਪ ਹੈ, ਹੋਰ ਕੋਈ ਆਪਣਾ ਆਸਰਾ ਨਹੀਂ। ਸਾਰੇ ਗੁਰਸਿੱਖਾਂ ਦਾ ਆਪਣਾ ਭਾਈ। ਵਾਜੇ ਪੰਜ ਸ਼ਬਦ ਤੇ ਤੁਕਾਰ ਸੁਭਾਗਾ। ਸੁਭਾਗਾ ਦੇ ਗੱਗੇ ਨੂੰ ਦਲਾਈਆਂ, ਇਹ ਧਿਆਨ ਰੱਖਣਾ। ਸੁਭਾਗੇ ਕਰੀ, ਜਿਹੜੇ ਆਮ ਸੰਗਤਾਂ ਪਾਠ ਕਰਦੀਆਂ, ਆਨੰਦ ਸਾਹਿਬ 'ਚ ਬਹੁਤ ਗਲਤੀਆਂ ਕਰਦੀਆਂ। ਸੁਭਾਗੇ, ਰਾਗੀ ਵੀ ਸੁਭਾਗੇ ਕਹਿੰਦੇ ਕਈ, ਸੁਭਾਗਾ ਦਲਾਈਆਂ ਲਾ ਕੇ। ਅਤੇ ਸਤਸੰਗਤ ਰੂਪ ਸੁਭਾਗੇ ਘਰ ਵਿੱਚ ਪੰਜ ਸ਼ਬਦ ਹੁੰਦਾ, ਸ੍ਰੇਸ਼ਟ ਵਾਜੇ ਵੱਜ ਰਹੇ ਨੇ। ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਸੋ ਉਸ ਸਤਸੰਗਤ ਰੂਪ ਸੁਭਾਗੇ ਘਰ ਵਿੱਚ ਜਿਹੜਾ ਨਾ ਸ਼ਬਦ ਹੁੰਦਾ, ਵਾਜੇ ਵੱਜ ਰਹੇ ਨੇ। ਆਪ ਕੀਰਤਨ ਦੀ ਧੁਨੀ ਹੋ ਰਹੀ ਹੈ। ਸਰੀਰ ਰੂਪ ਸੁਭਾਗੇ ਘਰ ਦੇ ਵਿੱਚ ਜਿਹੜੇ ਅੰਦਰ ਵਾਜੇ ਵੱਜਦੇ ਨੇ, ਸ਼ੁਰੂ ਤੋਂ ਹੀ ਲੈ ਕੇ ਸੁੱਧੋ ਹੰ ਬੁੱਧੋ ਹੰ, ਮੈਂ ਸ਼ੁੱਧ ਹਾਂ, ਮੈਂ ਬੁੱਧ ਰੂਪ ਹਾਂ, ਵਿਵੇਕ ਰੂਪ ਹੈ।
ਆਦਿ ਕੇ ਸਾਰੇ 5 ਸ਼ਬਦ ਜਿਹੜੇ ਵਾਜੇ ਉਚਾਰਨ ਹੋ ਰਹੇ ਨੇ। ਸੋ ਸਤਸੰਗਤ ਰੂਪ ਸੁਭਾਗੇ ਘਰ ਦੇ ਵਿੱਚ ਇਹ ਸਾਰੇ ਵਾਜੇ ਵੱਜ ਰਹੇ ਨੇ। ਜਿਸ ਸਤਸੰਗ ਘਰ ਦੇ ਵਿੱਚ ਪਰਮਾਤਮਾ ਨੇ ਆਪਣੀ ਸ਼ਕਤੀ ਧਾਰੀ ਹੋਈ ਹੈ। 5 ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਧ ਤੇ ਇਸ ਪਰਮਾਤਮਾ ਦੇ ਭਰੋਸੇ ਸੰਤਾਂ ਨੇ 5 ਕਾਮ ਕ੍ਰੋਧ ਆਦਿਕ ਦੂਤ ਵਸੀਕਾਰ ਕੀਤੇ ਆ ਤੇ ਕੰਟਕ ਹੁੰਦਾ ਦੁਖਦਾਈ ਕਾਲ ਨੂੰ ਮਾਰਨਾ ਕੀਤਾ। ਇਹ ਤੁਹਾਡੀ ਕਿਰਪਾ ਨਾਲ ਹੀ ਵਸ ਵਿੱਚ ਕੀਤੇ ਆ ਉਹਨਾਂ ਨੇ। 5 ਦੂਤ ਤੁਧ ਵਸ ਕੀਤੇ, ਤੁਸੀਂ ਵਸ ਕਰਕੇ ਉਹਨਾਂ ਦੇ ਵਸੀਕਾਰ ਕਰ ਦਿੱਤੇ ਨੇ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਹਰ ਕੈ ਦਲਾਈਆਂ ਨਾਲ ਹੈ ਲਾਗੇ। ਤੇ ਇਸ ਪਰਮਾਤਮਾ ਨੇ ਧੁਰੋਂ ਹੀ ਜਿਨ੍ਹਾਂ ਦੇ ਮੱਥੇ ਉੱਪਰ ਚੰਗੇ ਕਰਮਾਂ ਦਾ ਲੇਖ ਲਿਖ ਪਾਇਆ, ਸੇ ਉਹ ਪੁਰਸ਼ ਹਰੀ ਦੇ ਨਾਮ 'ਚ ਲੱਗੇ ਨੇ। ਕਹਿ ਨਾਨਕ ਤਹਿ ਸੁਖ ਹੋਆ, ਤੇ ਤੁਕਾਰੇ ਅਨਹਦ ਵਾਜੇ। ਮਹਾਰਾਜ ਫਰਮਾਉਂਦੇ ਆ ਉਹਨਾਂ ਨੂੰ ਸੁਖ ਪ੍ਰਾਪਤ ਹੋਇਆ ਤੇ ਤਿੰਨਾਂ ਦੇ ਸਰੀਰ ਘਰ ਵਿੱਚ ਹੀ ਅਨਹਦ ਹੁੰਦਾ, ਇੱਕ ਰਸ ਨਾਮਾ ਰੂਪ ਵਾਜੇ ਵੱਜ ਆਏ ਨੇ। ਸਾਚੀ ਲਿਵੈ ਬਿਨ ਦੇਹ ਨਿਮਾਣੀ। ਪਰਮੇਸ਼ਰ ਵਿੱਚ ਸੱਚੀ ਲਿਵ ਲਗਾਏ ਤੋਂ ਬਿਨਾਂ ਇਹ ਦੇਹ ਮਾਣ ਤੋਂ ਰਹਿਤ ਹੈ, ਇਹਨੂੰ ਕੋਈ ਮਾਣ ਆਦਰ ਸਤਿਕਾਰ ਨਹੀਂ ਮਿਲਦਾ ਹੈ। ਦੇਹ ਨਿਮਾਣੀ ਲਿਵੈ ਬਾਝਹੁ, ਕਿਆ ਕਰੇ ਵਿਚਾਰੀਆ। ਪਰਮਾਤਮਾ ਵਿੱਚ ਲਿਵ ਲਗਾਏ ਬਿਨਾਂ ਇਹ ਦੇਹ ਮਾਣ ਤੋਂ ਰਹਿਤ ਹੈ। ਇਹ ਵਿਚਾਰੀ ਦੇਹ ਆਪਣੇ ਆਪ ਕੀ ਕਰ ਸਕਦੀ ਹੈ। ਤੁਧ ਬਾਝ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਇਹ ਵਾਹਿਗੁਰੂ, ਇਹ ਦੇਹ ਨੂੰ ਸਫਲ ਕਰਨ ਲਈ ਤੇਰੇ ਬਿਨਾਂ ਹੋਰ ਕੋਈ ਸਮਰੱਥ ਨਹੀਂ। ਤਾਂ ਤੇ ਇਹ ਸੰਸਾਰ ਬੰਦ ਦੇ ਮਾਲਕ ਪਰਮਾਤਮਾ, ਤੂੰ ਕਿਰਪਾ ਕਰਕੇ ਜਿਸ ਕਰਕੇ ਸਾਡੇ 'ਤੇ ਕਿਰਪਾ ਕਰਦੇ, ਜਿਸ ਕਰਕੇ ਦੇਹ ਸਫਲ ਹੋ ਜਾਵੇ, ਸਾਡੀ ਸਰੀਰ ਸਾਡਾ ਸਫਲਾ ਹੋ ਜਾਵੇ। ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗੇ ਸਵਾਰੀਆ। ਇਹ ਦੇਹ ਦੇ ਸਫਲ ਹੋਣ ਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਜਗ੍ਹਾ ਨਹੀਂ। ਗੁਰਮੁਖਾਂ ਨੇ ਗੁਰ ਸ਼ਬਦ ਵਿੱਚ ਲਗਾ ਕੇ ਆਪਣੀ ਦੇਹ ਸਵਾਰ ਲਈ ਹੈ। ਕਹਿ ਨਾਨਕ ਲਿਵੈ ਬਾਝਹੁ, ਕਿਆ ਕਰੇ ਵਿਚਾਰੀਆ। ਮਹਾਰਾਜ ਕਹਿੰਦੇ ਨੇ ਪਰਮੇਸ਼ਰ ਵਿੱਚ ਲਿਵ ਲਗਾਏ ਤੋਂ ਬਿਨਾਂ ਇਹ ਦੇਹ ਵਿਚਾਰੀ ਜੜ ਹੈ, ਆਪਣੇ ਆਪ ਕੀ ਕਰ ਸਕਦੀ ਹੈ। ਇਹ ਤਾਂ ਮਿੱਟੀ ਹੈ, ਅਸਤ ਜੜ ਦੁੱਖ ਰੂਪ ਹੈ। ਤੇਰੀ ਜੋਤ ਕਰਕੇ ਅੰਦਰੋਂ ਕੰਮ ਬਣਨਾ। ਤੁਸੀਂ ਅੰਦਰੋਂ ਕਿਰਪਾ ਕਰ ਦਿਓ, ਪ੍ਰੇਰਨਾ ਦੇ ਦਿਓ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਸੋ ਐੜੇ ਕੰਨਾ ਦੱਦੇ ਔਂਕੜ ਵੀ ਹੈ, 3 ਵਾਰੀ ਆਇਆ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਸਭ ਕੋਈ ਇਉਂ ਕਹਿੰਦਾ ਕਿ ਮੈਨੂੰ ਆਨੰਦ ਦੀ ਪ੍ਰਾਪਤੀ ਹੈ, ਆਨੰਦ ਦੀ ਪ੍ਰਾਪਤੀ ਹੈ। ਚਾਹ ਪੀ ਕੇ ਵੀ, ਰੋਟੀ ਖਾ ਕੇ ਵੀ ਐਵੇਂ ਹੀ ਕਹੀ ਜਾਣਗੇ ਬੜਾ ਆਨੰਦ ਆਇਆ। ਨਹੀਂ, ਅਸਲ ਆਨੰਦ ਕੀ ਹੁੰਦਾ? ਪਰ ਅਸਲੀ ਸੱਚਾ ਆਨੰਦ ਕਿਸੇ ਨੂੰ ਪ੍ਰਾਪਤ ਨਹੀਂ ਹੈ। ਆਨੰਦ ਹੁੰਦਾ ਹੈ ਆਨੰਦੋ, ਦਵੈਸ਼ ਤੋਂ ਰਹਿਤ ਜਦੋਂ ਹੋ ਦੀਏ ਤਾਂ ਉਹਨੂੰ ਕਹਿੰਦੇ ਆਨੰਦ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਸਦਾ ਨਿਤ ਰਹਿਣ ਵਾਲਾ ਬ੍ਰਹਮ ਦਾ ਆਨੰਦ ਅਸਾਂ ਨੇ ਗੁਰਾਂ ਤੋਂ ਜਾਣਿਆ। ਸਤਿਗੁਰੂ ਕਿਵੇਂ ਮਿਲਦੇ ਆ? ਕਹਿੰਦੇ ਪਿਆਰਿਆ, ਪਰਮੇਸ਼ਰ ਕਿਰਪਾ ਕਰੇ ਤਾਂ ਗੁਰੂ ਮਿਲਦੇ ਨੇ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਗੁਰਾਂ ਨੇ ਕਿਰਪਾ ਕਰਕੇ ਸਭ ਪਾਪ ਕੱਟ ਦਿੱਤੇ ਆ। ਅਤੇ ਬੁੱਧੀ ਰੂਪ ਅੱਖਾਂ ਵਿੱਚ ਗਿਆਨ ਰੂਪ ਅੰਜਨ ਹੁੰਦਾ ਸੁਰਮਾ। ਸਾਰਿਆ ਮਤਲਬ ਹੁੰਦਾ ਪਾਇਆ। ਸਾਰਿਆ ਇਹਦਾ ਮਤਲਬ ਹੁੰਦਾ ਪਾਇਆ। ਸੋ ਵਿੱਚ ਬਾਣੀ ਅੰਮ੍ਰਿਤ ਸਾਰੇ, ਉੱਥੇ ਵੀ ਮਤਲਬ ਹੈ ਅੰਮ੍ਰਿਤ ਸਾਰੇ ਮਤਲਬ ਪਾਇਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਜਿਨ੍ਹਾਂ ਦਾ ਆਪਣੇ ਹਿਰਦੇ ਅੰਦਰੋਂ ਮੋਹ ਟੁੱਟ ਗਿਆ, ਉਹਨਾਂ ਦਾ ਸ਼ਬਦ ਹੁੰਦਾ ਵਾਕ, ਜਿਹੜਾ ਸੱਚੇ ਪਰਮਾਤਮਾ ਨੇ ਸਵਾਰਿਆ ਭਾਵ ਸਫਲਾ ਕੀਤਾ ਹੈ। ਆਪਣੇ ਵਾਕ ਨਾਲ ਚਾਹੇ ਵਰ ਦੇਣ ਚਾਹੇ ਸਰਾਪ ਦੇਣ, ਸਭ ਸਫਲੇ ਹੋ ਜਾਂਦੇ ਨੇ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। 918 ਅੰਗ ਤੇ ਫਰਮਾਉਂਦੇ ਆ, ਕਿਉਂਕਿ ਉਹ ਪਹਿਲੇ ਆਨੰਦ ਨੂੰ ਇੱਥੇ ਕੰਨਾ ਨਹੀਂ ਹੈ। ਕਹਿ ਨਾਨਕ ਇਹੋ ਆਨੰਦ ਹੈ, ਫਿਰ ਅੱਗੇ ਐੜੇ ਨੂੰ ਕੰਨਾ, ਆਨੰਦ ਗੁਰ ਤੇ ਜਾਣਿਆ। ਮਹਾਰਾਜ ਕਥਨ ਕਰਦੇ ਇਹ ਜੋ ਸਰੂਪ ਦਾ ਆਨੰਦ ਹੈ ਨਾ, ਉਹ ਆਨੰਦ ਗੁਰੂ ਦੀ ਕਿਰਪਾ ਨਾਲ ਜਾਣਿਆ। ਇਹਨੂੰ ਆਨੰਦ ਕਹਿੰਦੇ। ਅਸਲ 'ਚ ਜਿਹੜਾ ਰੂਪ ਨੂੰ ਛੱਡ ਕੇ ਸਰੂਪ ਦੀ ਅੰਦਰਲੀ ਪ੍ਰਾਪਤੀ ਹੋ ਗਈ, ਆਨੰਦ ਹੈ। ਇਹਨੂੰ ਕਹਿੰਦੇ ਆਨੰਦ ਆ ਗਿਆ, ਬੰਦ ਬੰਦ ਕੱਟਿਆ ਗਿਆ ਆਨੰਦ ਹੈ। ਉਹ ਤਾਂ ਚਲੋ ਬਾਬਾ ਦੀਪ ਸਿੰਘ ਜੀ ਖਾਲਸਾ, ਭਾਈ ਮਨੀ ਸਿੰਘ ਜੀ ਖਾਲਸਾ ਜੀ, ਉਹਨਾਂ ਦੇ ਤਾਂ ਜਦੋਂ 48 ਸਿੰਘਾਂ 'ਚ ਕਥਾ ਸੁਣੀ ਸੀ 10ਵੇਂ ਪਾਤਸ਼ਾਹ ਤੋਂ,
ਉਦੋਂ ਵਧੇ ਮੁਕਤ ਹੋ ਗਏ ਸੀ ਦੋਨੋਂ ਜਾਣੇ ਹੀ। ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਇਹਨਾਂ ਸਾਰੀਆਂ ਚੀਜ਼ਾਂ ਨਾਲ। ਮਹਾਰਾਜ ਨੇ ਸੁਭਾਵਕ ਜਿਹਾ ਹੀ ਕਿਹਾ ਸੀ, ਭਾਈ ਮਨੀ ਸਿਆ ਭਾਵੇਂ ਤੇਰਾ ਬੰਦ ਕੱਟਿਆ ਜਾਏ, ਤੇਰਾ ਆਨੰਦ ਨਹੀਂ ਖਰਾਬ ਹੋਊਗਾ। ਉਹ ਸਫਲਾ ਹੋਇਆ। ਬਾਬਾ ਦੀਪ ਸਿੰਘ ਨੂੰ ਕਿਹਾ ਸੀ, ਤੇਰਾ ਭਾਵੇਂ ਸੀਸ ਜੁਦਾ ਹੋ ਜਾਏ ਧੜ ਨਾਲੋਂ, ਪਰ ਤੇਰੇ ਆਨੰਦ ਨੂੰ ਫਰਕ ਨਹੀਂ ਪੈਣਾ। ਉਹ ਵੀ ਸਫਲਾ ਹੋਇਆ। ਉਹ ਤਾਂ ਦੇਖ ਲਓ ਵੀ ਉਹਨਾਂ ਨੇ ਕਿਹਾ ਸੀ ਕਿ ਭਾਵੇਂ ਤੇਰਾ ਸੀਸ ਜੁਦਾ ਹੋ ਜਾਏ, ਵੱਖਰਾ ਹੋ ਜਾਏ, ਤਾਂ ਵੀ ਤੈਨੂੰ ਕੋਈ ਫਰਕ ਨਹੀਂ ਪੈਣਾ। ਤੇ ਫਿਰ ਹੋਇਆ ਸੀ, ਵੱਖਰਾ ਹੋਇਆ, ਤਲੀ ਤੇ ਰੱਖ ਕੇ ਲੜੇ ਆ। ਸੋ ਜਿਹੜਾ ਵਧੇਹ ਮੁਕਤ ਹੁੰਦਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ, ਪਰ ਉੱਥੇ ਤੱਕ ਕਿਸੇ ਦੀ ਅਵਸਥਾ ਨਹੀਂ ਗਈ। ਫਿਰ ਇਸ ਕਰਕੇ ਇਹ ਅਵਸਥਾ ਕਿਹਨੂੰ ਸਮਝਾਈਏ ਆਪਾਂ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ। ਬਾਬਾ ਹੁੰਦਾ ਹੈ ਪਰਮਾਤਮਾ, ਇਹ ਵਾਹਿਗੁਰੂ ਜਿਹਨੂੰ ਤੂੰ ਦਿੰਦਾ ਉਹੀ ਜੀਵ ਨਾਮ ਗਿਆਨ ਨੂੰ ਪ੍ਰਾਪਤ ਕਰਦਾ ਹੈ। ਪਾਵੈ ਤਾਂ ਸੋ ਜਨ ਦੇਹ ਜਿਸਨੋਂ ਹੋਰ ਕਿਆ ਕਰਹਿ ਵਿਚਾਰਿਆ। ਉਹ ਜੀਵ ਤਾਂ ਜ਼ਰੂਰ ਪਾਉਂਦੇ ਨੇ ਜਿਹਨੂੰ ਤੂੰ ਦਿੰਦਾ। ਜਿਨ੍ਹਾਂ ਨੂੰ ਤੂੰ ਨਹੀਂ ਦਿੰਦਾ ਕਿ ਉਹ ਵਿਚਾਰੇ ਫਿਰ ਹੋਰ ਕੀ ਕਰ ਸਕਦੇ ਨੇ। ਮਿਹਨਤ ਕਰੋ, ਅਰਦਾਸ ਕਰੋ ਭਾਈ। ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਇੱਕ ਮਨਮੁਖ ਬੰਦੇ ਆ ਭਰਮ 'ਚ ਪੈ ਕੇ ਭੁੱਲੇ ਹੋਏ ਨੇ, ਦਸੋ ਦਿਸ਼ਾ 'ਚ ਭਟਕਦੇ ਫਿਰਦੇ ਆ। ਕਦੇ ਕੋਈ ਗੁਰੂ ਧਾਰ ਲੈਂਦੇ ਆ, ਕਦੇ ਕੋਈ ਗੁਰੂ, ਕਦੇ ਕਿਤੇ ਭਟਕਦੇ ਆ। ਇੱਕ ਗੁਰਮੁਖਾਂ ਦੇ ਨਾਮ ਵਿੱਚ ਲੱਗ ਕੇ ਆਪਣਾ ਜਨਮ ਸਵਾਰਿਆ ਹੈ। ਉਹਨਾਂ ਗੁਰਮੁਖਾਂ ਨੇ ਆਪਣੇ ਇੱਕ ਥਾਂ ਟਿਕ ਕੇ ਸਵਾਰ ਲਿਆ ਨਾਮ ਵਿੱਚ ਲੱਗ ਕੇ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੈ। ਗੁਰਾਂ ਦੀ ਕਿਰਪਾ ਕਰਕੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਭਾਣਾ ਮੰਨਣਾ ਭਾਉਂਦਾ ਹੈ, ਉਹਨਾਂ ਦਾ ਮਨ ਨਿਰਮਲ ਹੋਇਆ। ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ। ਸਤਿਗੁਰੂ ਫਰਮਾਉਂਦੇ, ਪਿਆਰੇ ਸਿੱਖਾ, ਜਿਸ ਨੂੰ ਪਰਮੇਸ਼ਰ ਪਦਾਰਥ ਦਿੰਦਾ ਉਹੀ ਜਿਹੜਾ ਕੋਈ ਜੀਵ ਪਦਾਰਥ ਪਾਉਂਦਾ। ਐਵੇਂ ਆਪਣੇ ਆਪ ਥੋੜ੍ਹੀ ਕੋਈ ਪਾ ਲੈਂਦਾ। ਆਵਹੋ ਸੰਤ ਪਿਆਰਿਆਹੋ, ਅਕਥ ਕੀ ਕਰਹਿ ਕਹਾਣੀ। ਇਹ ਪਿਆਰ ਭਾਵ ਵਾਲੇ ਸੰਤੋ, ਤੁਸੀਂ ਆਓ ਭਾਈ, ਜੋ ਆਪਸ ਵਿੱਚ ਰਲ ਮਿਲ ਕੇ ਅਕਥ ਪਰਮਾਤਮਾ ਦੀ ਜੋ ਕਹਾਣੀ ਕਥਨ ਕਰੀਏ। ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ ਸ਼ੇਖ ਬ੍ਰਹਮ ਨੂੰ, ਜਿਵੇਂ ਆਵਹੋ ਭੈਣੇ ਗਲ ਮਿਲ ਹੈ, ਅੰਕ ਸਹੇਲੜੀਆਂ ਮਿਲ ਕੇ ਕਰਹਿ ਕਹਾਣੀਆਂ, ਸੂਮਰਥ ਕੰਤ ਕੀਆਂ। ਮਹਾਰਾਜ ਕਹਿੰਦੇ ਨਾ, ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪਹੁ ਹਰ ਨਾਮ। ਆਵੋ ਸੰਤ ਪਿਆਰਿਓ, ਅਕਥ ਕੀ ਕਰਹਿ ਕਹਾਣੀ। ਆ ਜਾਓ ਭਾਈ ਸਾਰੇ ਗੁਰਸਿੱਖ ਰਲ ਕੇ, ਆਓ ਸਾਰੇ ਸੰਤ ਮਹਾਤਮਾ ਰਲ ਕੇ ਅਕਥ ਦੀ ਕਹਾਣੀ ਨੂੰ ਕਰੀਏ। ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਅਕਥ ਪਰਮਾਤਮਾ ਦੀ ਕਹਾਣੀ ਕਥਨ ਕਰੀਏ ਕਿ ਆਪਾਂ ਕਿਹੜੇ ਸਾਧਨ ਦੁਆਰਾ ਉਹ ਪਰਮੇਸ਼ਰ ਨੂੰ ਪਾਈਦਾ। ਸਾਰੇ ਜਾਣੇ ਆਓ ਬਈ ਬੈਠ ਕੇ ਸਲਾਹ ਕਰੀਏ। ਉੱਤਰ ਦਿੰਦੇ ਹਨ ਮਹਾਰਾਜ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਕਹਿੰਦੇ ਆਪਣਾ ਤਨ ਮਨ ਧਨ ਸਾਰਾ ਗੁਰਾਂ ਨੂੰ ਸੌਂਪ ਦੇ ਅਤੇ ਹੁਕਮ ਨੂੰ ਮੰਨਣਾ ਕਰ, ਤਾਂ ਪਰਮੇਸ਼ਰ ਪਾਈਦਾ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਗੁਰਾਂ ਦਾ ਹੁਕਮ ਮੰਨਣਾ ਕਰੋ ਭਾਈ, ਅਤੇ ਸੱਚੀ ਬਾਣੀ ਨੂੰ ਸਾਰੇ ਜਾਣੇ ਗਾਇਆ ਕਰੋ। ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਮਹਾਰਾਜ ਕਥਨ ਕਰਦੇ ਹੈ, ਫਰਮਾਉਂਦੇ ਬਚਨ, ਸੰਤੋ ਨਾਮ ਸੁਣਨਾ ਕਰੋ ਅਤੇ ਅਕਥ ਪਰਮੇਸ਼ਰ ਦੀ ਕਹਾਣੀ ਨੂੰ ਕਥਨ ਕਰੋ। ਜਿਵੇਂ ਗੁਰੂ ਅਮਰਦਾਸ ਨੇ ਸੰਤਾਂ ਨੂੰ ਬੁਲਾ ਕੇ ਪਰਮੇਸ਼ਰ ਦੀ ਕਥਾ ਕਰਨ ਦਾ ਵਿਚਾਰ ਕੀਤਾ ਨਾ, ਗੁਰੂ ਅਰਜਨ ਦੇਵ ਮਹਾਰਾਜ ਨੇ ਸੰਤਾਂ ਨੂੰ ਬੁਲਾ ਕੇ ਕਿਹਾ, ਆਓ ਜੀ ਤੂੰ ਆਓ ਹਮਾਰਾ, ਹਰ ਜਸ ਸਰਵਨ ਸੁਨਾਵਨਾ। ਤੋ ਦਾਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਨਾ। ਸੰਤ ਕਿਰਪਾ ਤੇ ਹਿਰਦੈ ਵਾਸੈ, ਦੂਜਾ ਭਾਉ ਮਿਟਾਵਨਾ। ਭਗਤ ਦਇਆ ਤੇ ਬੁੱਧ ਪ੍ਰਗਾਸੈ, ਦੁਰਮਤ ਦੁਖ ਤਜਾਵਨਾ। ਦਰਸ਼ਨ ਭੇਟਤ ਹੋਤ ਪਨੀਤਾ, ਪੁਨਰਪ ਗਰਭ ਨਾ ਪਾਵਨਾ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਨੌ ਨਿਧ ਰਿੱਧ ਸਿੱਧ ਪਾਈ, ਜੋ ਤੁਮਰੈ ਮਨ ਭਾਵਨਾ। ਸੰਤ ਬਿਨਾ ਮੈਂ ਥਾਉ ਨਾ ਕੋਈ, ਅਵਰ ਨਾ ਸੂਝੈ ਜਾਵਨਾ। ਹੁਣ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਸੰਤਾਂ ਸਾਧਾਂ ਨਾਲ ਬਹੁਤ ਪਿਆਰ ਕਰਦੇ ਨੇ, ਰੱਖਿਆ ਕਰਦੇ ਨੇ। ਇਸ ਵਾਸਤੇ ਸੰਤਾਂ ਨੂੰ ਆਪਣੇ ਕੋਲ ਬੁਲਾਉਂਦੇ ਨੇ। ਸੁਨੋ ਸੰਤ ਪਿਆਰੇ, ਬਿਨੋ ਹਮਾਰੇ ਜੀਓ, ਹਰ ਬਿਨ ਮੁਕਤ ਨਾ ਕਾਹੂ ਜੀਓ। ਕਿਉਂਕਿ ਸੰਤਾਂ ਦੀ ਸੰਗਤ ਕਰਨ ਨਾਲ ਇੱਕ ਤਾਂ ਸੁੱਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ,
ਦੂਜਾ ਸਿਮਰਨ ਅਤੇ ਭਗਤੀ 'ਚ ਮਨ ਜੁੜਦਾ ਹੈ। ਤੀਜਾ ਇਹ ਹੁੰਦਾ ਵੀ ਚਿੰਤਾ ਸੋਗ ਫਿਕਰ ਦੂਰ ਹੁੰਦੇ ਆ। ਆਨੰਦ ਸੰਤਨ ਕੈ ਭਗਤ ਗੋਬਿੰਦ, ਸੂਖ ਸੰਤਨ ਕੈ ਬਿਨਸੀ ਚਿੰਦ। ਮਹਾਰਾਜ ਕਹਿੰਦੇ ਨੇ, ਜਹ ਸਾਧ ਸੰਤਨ ਹੋਵੈ ਇਕੱਤਰ, ਤਹ ਹਰ ਜਸ ਗਾਵੈ ਨਾਦ ਕਵਿਤ। ਸਾਧ ਸਭਾ ਮਹਿ ਆਨੰਦ ਬਿਸਰਾਮ, ਓਨ ਸੰਗ ਸੋ ਪਾਏ ਜਿਸ ਮਸਤਕ ਕਰਾਮ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਬਾਣੀ ਅੰਦਰ, ਜਿਵੇਂ ਸਤਿਗੁਰ ਤੁਮ ਕਉ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ। ਐਸੇ ਮਹਾਰਾਜ ਨੇ ਬੇਅੰਤ ਸ਼ਬਦ ਉਚਾਰਨ ਕੀਤੇ ਨੇ ਸੰਤ ਮਹਾਤਮਾ ਵਾਸਤੇ। ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਨੇ ਆਪਣੇ ਤੇ ਕਿ ਭਾਈ ਆਓ ਸੰਤੋ ਇਕੱਠੇ ਹੋ ਕੇ ਪਰਮਾਤਮਾ ਦੀ ਪ੍ਰਾਪਤੀ ਲਈ ਆਪਾਂ ਮਿਹਨਤ ਕਰੀਏ ਸਾਰੇ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਇਹ ਚੰਚਲ ਮਨ ਚਤੁਰਾਈਆਂ ਦੇ ਕਰਨ ਨਾਲ ਪਰਮੇਸ਼ਰ ਨੂੰ ਅੱਜ ਤੱਕ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਹੈ। ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈ ਹੈ, ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਇਸ ਕਰਕੇ ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮੇਰੇ ਮਨ ਤੂੰ ਸੁਣ, ਚਤੁਰਾਈ ਕਰਕੇ ਪਰਮੇਸ਼ਰ ਨੂੰ ਕਿਸੇ ਨੇ ਪਾਇਆ ਨਹੀਂ ਪਾਇਆ। ਇਸੇ ਵਾਸਤੇ ਬੜੀ ਥਾਈਂ ਕਹਿੰਦੇ ਨੇ, ਸੱਸਾ ਸਿਆਣ ਪਛਾੜ ਇਆਨਾ, ਹਿਕਮਤ ਹੁਕਮ ਨਾ ਪ੍ਰਭ ਪਤਿਆਨਾ। ਸਹਿਸ ਭਾਂਤ ਕਰਹਿ ਚਤੁਰਾਈ, ਸੰਗ ਤੁਹਾਰੈ ਏਕ ਨਾ ਜਾਈ। ਫਿਰ ਇਹ ਵੀ ਕਹਿੰਦੇ, ਛੋੜ ਸਿਆਣਪ ਬਹੁ ਚਤੁਰਾਈ, ਮਨ ਬਿਨ ਹਰ ਨਾਵੈ ਜਾਏ ਨਾ ਕਾਈ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਇਹ ਜੋ ਮੋਹਣੀ ਮਾਇਆ, ਜਿਸ ਮਾਇਆ ਨੇ ਏਤ ਹੁੰਦਾ ਇਸ ਸੰਸਾਰ ਦੇ ਭਰਮ ਵਿੱਚ ਜੀਵ ਨੂੰ ਭੁਲਾਇਆ ਹੋਇਆ ਹੈ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈ ਆ। ਮਹਾਰਾਜ ਫਰਮਾਉਂਦੇ ਤੀਜੇ ਪਾਤਸ਼ਾਹ, ਮੋਹਣੇ ਵਾਲੀ ਮਾਇਆ ਉਸ ਵਾਹਿਗੁਰੂ ਨੇ ਲਗਾਉਣਾ ਕੀਤੀ ਆਪਣੇ ਮਗਰ, ਜਿਹਨੇ ਮੋਹ ਰੂਪੀ ਠਗੌਲੀ ਠੱਗ ਬੂਟੀ ਸਭ ਜੀਵਾਂ ਦੇ ਅੰਦਰ ਪਾਈ ਹੈ। ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮੀਠਾ ਲਾਇਆ। ਤੇ ਇਸ ਪ੍ਰਭੂ ਦੇ ਵਿਟਹੁ ਭਾਵ ਹੁੰਦਾ ਉੱਪਰੋਂ, ਮੈਂ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ, ਜਿਸ ਵਾਹਿਗੁਰੂ ਨੇ ਸਭ ਜੀਵਾਂ ਦੇ ਅੰਦਰ ਮੋਹ ਮਿੱਠਾ ਕਰਕੇ ਲਗਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਮਹਾਰਾਜ ਫਰਮਾਉਂਦੇ, ਮਨ ਚੰਚਲਾ, ਉਹ ਚੰਚਲ ਮਨ ਤੂੰ ਸੁਣ ਨਾ ਕਰ। ਚਤੁਰਾਈਆਂ ਨਾਲ ਰੱਬ ਨਹੀਂ ਮਿਲਦਾ, ਕਿਸੇ ਨੇ ਪਾਇਆ ਅੱਜ ਤੱਕ। ਅਰੇ ਜਨ ਮਨ ਮਾਧਵ ਸਿਉ ਲਾਈਐ, ਚਤੁਰਾਈ ਨਾ ਚਤਰ ਭੁਜ ਪਾਈਐ। ਛਾੜ ਸਿਆਣਪ ਬਹੁ ਚਤੁਰਾਈ, ਸੰਤਨ ਕੀ ਮਨ ਟੇਕ ਟਿਕਾਈ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਹੁਣ ਮਨ ਕਹਿੰਦਾ ਫਿਰ ਮੈਂ ਕਰਾਂ ਕੀ ਜੀ? ਕਹਿੰਦੇ ਪਿਆਰੇ ਮਨ ਤੂੰ ਸਦਾ ਹੀ ਸੱਚੇ ਵਾਹਿਗੁਰੂ ਨੂੰ ਸੰਭਾਲਣਾ ਕਰ, ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਇਹ ਮੇਰਿਆ ਮਨਾ ਸਮਝ ਜਾ ਗੱਲ, ਕਿਉਂਕਿ ਉਸ ਵਾਹਿਗੁਰੂ ਤੋਂ ਬਿਨਾਂ ਜਿਹੜਾ ਨਾ ਤੂੰ ਇਹ ਸੰਸਾਰ ਦੇਖਦਾ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ। ਇਹ ਜਿਹੜਾ ਕੁਟੰਬ ਤੂੰ ਵੇਖਦਾ ਇਹ ਅੰਤ ਨੂੰ ਤੇਰੇ ਨਾਲ ਤਾਂ ਜਾਣਾ ਨਹੀਂ। ਧਨ ਦਾਰਾ ਸੰਪਤ ਗ੍ਰਹਿ ਕਛ ਸੰਗ ਨਾ ਚਾਲੈ, ਸਮਝ ਲੈ ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਐ। ਜਦੋਂ ਕੁਟੰਬ ਤੇਰੇ ਨਾਲ ਚੱਲਣਾ ਹੀ ਨਹੀਂ ਤਾਂ ਤੂੰ ਇਹ ਕੁਟੰਬ ਦੇ ਨਾਲ ਇੰਨਾ ਕਾਹਨੂੰ ਚਿੱਤ ਜੋੜ ਕੇ ਬੈਠਾ? ਫਿਰ ਅਖੀਰ ਨੂੰ ਵੀ ਤਾਂ ਤੋੜਨਗੇ, ਆਪ ਹੀ ਤੋੜ ਦਿੰਦੇ ਹੁੰਦੇ ਆ। ਜਦੋਂ ਇਹਨਾਂ ਦੇ ਕੰਮ ਕੁਮ ਸੈੱਟ ਹੋ ਗਏ, ਤੈਨੂੰ ਫਿਰ ਬਿਰਧ ਆਸ਼ਰਮ ਛੱਡਿਆ ਆਉਣਗੇ ਜਾ ਕੇ, ਬਾਪੂ ਦੀ ਹੁਣ ਲੋੜ ਨਹੀਂ, ਸਮਝ ਜਾ ਹੁਣ ਤੂੰ ਇੰਨਾ ਚਿੱਤ ਵੀ ਨਹੀਂ ਲਾਈਦਾ ਹੁੰਦਾ। ਇਹ ਸਭ ਮਤਲਬੀ ਹੁੰਦੇ ਨੇ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਇਹ ਭਾਈ ਇਹੋ ਜਿਹਾ ਕੰਮ ਮੂਲੇ ਹੁੰਦਾ, ਕਦਾਚਿਤ ਨਾ ਕਰੋ ਜਿਸ ਕੰਮ ਕਰਕੇ ਅੰਤ ਸਮੇਂ ਪਛਤਾਪ ਕਰਨਾ ਪਵੇ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਇਹ ਭਾਈ ਤੂੰ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣਿਆ ਕਰ ਜੋ ਤੇਰੇ ਨਾਲ ਸਹਾਇਕ ਹੋਵੇਗਾ। ਜਾਂ ਕਥਾ ਆਉਂਦੀ ਉਹ ਤੂੰ ਟੀਵੀ ਲਾ ਕੇ ਨਾ ਬੈਠਿਆ ਕਰ, ਅਖਬਾਰ ਨਾ ਪੜ੍ਹਿਆ ਕਰ। ਜੇ ਭਾਗਾਂ ਨਾਲ ਆਉਂਦੀ ਕਥਾ, ਕਿਤੇ ਕਥਾ ਸੁਣਾਉਂਦਾ ਕੋਈ, ਟਾਰਾਂ ਟੂਰਾਂ ਮਾਰ ਕੇ ਚਲੇ ਜਾਂਦੇ, ਬਾਣੀ ਦੀ ਕਥਾ ਨਹੀਂ ਕੋਈ ਸੁਣਾਉਂਦਾ ਹੈ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਮਹਾਰਾਜ ਫਰਮਾਉਂਦੇ ਪਿਆਰੇ ਮਨ ਤੂੰ ਇਸ ਤਰ੍ਹਾਂ ਸਦਾ ਹੀ ਸੱਚੇ ਵਾਹਿਗੁਰੂ ਨੂੰ ਸੰਭਾਲਣਾ ਕਰ। ਇਹ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੁੰਦੀ ਹੈ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਇਹ ਮਨ ਕਰਕੇ, ਅਗਮ ਇੰਦਰੀਆਂ ਕਰਕੇ ਅਗੋਚਰ ਪਰਮਾਤਮਾ ਵਾਹਿਗੁਰੂ
ਆਪ ਜੀ ਦਾ ਅੰਤ ਅੱਜ ਤੱਕ ਕਿਸੇ ਨੇ ਨਹੀਂ ਪਾਇਆ। ਅੰਤ ਨਾ ਪਾਵਤ ਦੇਵ ਸਭੈ ਮਨ ਇੰਦਰ ਮਹਾਸਿਵ ਜੋਗ ਕਰੀ। ਸੋ ਇਸ ਕਰਕੇ ਤੇਰਾ ਅੰਤ ਕੋਈ ਨਹੀਂ ਪਾ ਸਕਦਾ ਹੈ। ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ। ਤੱਤੇ ਹੋੜਾ ਹੈ, ਅੰਤੋ ਨਾ ਪਾਇਆ ਕਿਨੈ ਤੇਰਾ। ਆਪ ਜੀ ਦਾ ਅੰਤ ਕਿਸੇ ਨੇ ਪਾਇਆ ਨਹੀਂ ਅੱਜ ਤੱਕ। ਤੂੰ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। ਸਾਰੇ ਤੇਰਾ ਅੰਤ ਪਾਉਣ ਲਈ ਭੱਜੇ ਫਿਰਦੇ ਨੇ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਆਏ। ਇਹ ਜਿੰਨੇ ਕੁ ਸੂਖਮ ਸਥੂਲ ਜੀਆ ਜੰਤ ਨੇ, ਇਹ ਸਾਰਾ ਤੇਰਾ ਹੀ ਖੇਲ ਰਚਿਆ ਹੋਇਆ ਨਾ। ਕੀ ਕੋਈ ਤੇਰੇ ਪ੍ਰਸੰਗਾਂ ਨੂੰ ਆਖ ਹੁੰਦਾ ਮੂੰਹ ਨਾਲ ਕਥਨ ਕਰ ਸਕਦਾ? ਅੱਖ ਹੈ ਤਾਂ ਵੇਖ ਹੈ, ਸਭ ਤੂੰ ਹੈ ਜਿਨ ਜਗ ਤੂੰ ਉਪਾਇਆ। ਸਾਰਿਆਂ ਨੂੰ ਆਖਣ ਵਾਲਾ ਤੇ ਸਾਰਿਆਂ ਨੂੰ ਦੇਖਣ ਵਾਲਾ ਤੂੰ ਹੀ ਹੈ, ਜਿਸ ਆਪ ਨੇ ਸਾਰੇ ਜਗਤ ਨੂੰ ਪੈਦਾ ਕੀਤਾ। ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨ ਪਾਇਆ। ਮਹਾਰਾਜ ਕਥਨ ਕਰਦੇ, ਵਾਹਿਗੁਰੂ ਤੂੰ ਨਿਤਾ ਪ੍ਰਤੀ ਹੁੰਦਾ ਗਮ, ਸੋ ਖੌਫ ਤੋਂ ਆ ਹੁੰਦਾ ਰਹਿਤ ਹੈ। ਆਪ ਦਾ ਅੰਤ ਅੱਜ ਤੱਕ ਕਿਸੇ ਨੇ ਪਾਇਆ ਨਹੀਂ ਹੈ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸੁਰ ਦੇਵਤੇ ਲੋਕ ਜਿਹੜੇ ਨੇ, ਮਨੁੱਖ ਅਤੇ ਮੁਨੀ ਜਨ, ਜਿਸ ਅੰਮ੍ਰਿਤ ਨੂੰ ਖੋਜਦੇ ਹਨ, ਨਾਮ ਆਤਮਕ ਆਨੰਦ ਰੂਪੀ ਅੰਮ੍ਰਿਤ ਮੈਨੇ ਗੁਰਾਂ ਤੋਂ ਪਾਇਆ ਹੈ। ਜਿਨ ਵਡਿਆਈ ਤੇਰੇ ਨਾਮ ਕੀ, ਤੇ ਰਤੇ ਮਨ ਮਾਹੇ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰ ਪ੍ਰਸਾਦ। ਤਿੰਨੀ ਪੀਤਾ ਰੰਗ ਸਿਉ, ਜਿਨ ਕਉ ਲਿਖਿਆ ਆਦ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜਦੋਂ ਗੁਰਾਂ ਨੇ ਕਿਰਪਾ ਕੀਤੀ ਤਾਂ ਸੱਚਾ ਨਾਮ ਮਨ ਦੇ ਵਿੱਚ ਵਸਾਇਆ, ਤਾਂ ਹੀ ਆਤਮਕ ਆਨੰਦ ਰੂਪੀ ਅੰਮ੍ਰਿਤ ਪਾਇਆ। ਜਦ ਗੁਰਾਂ ਨੇ ਕਿਰਪਾ ਕੀਤੀ ਤਾਂ ਆਤਮਕ ਆਨੰਦ ਰੂਪੀ ਅੰਮ੍ਰਿਤ ਪਾਇਆ। ਜਾਂ ਅੰਮ੍ਰਿਤ ਪਾਇਆ ਤਾਂ ਮਨ ਵਿੱਚ ਸੱਚਾ ਸੁਖ ਵਸਾਇਆ। ਇਸ ਤਰ੍ਹਾਂ ਹੀ 13ਵੀਂ ਪੌੜੀ ਆਨੰਦ ਸਾਹਿਬ ਦੀ, ਜਦੋਂ 6 ਪੌੜੀਆਂ ਹੀ ਕਰਤੀਆਂ ਸੀ ਆਨੰਦ ਸਾਹਿਬ ਦੀਆਂ, ਫਿਰ ਮੀਟਿੰਗ ਸੱਦੀ ਸਾਰੀ ਐਗਜੈਕਟਿਵ ਦੀ, ਹੋਰ ਸਾਰਿਆਂ ਦੀ, ਸ਼੍ਰੋਮਣੀ ਕਮੇਟੀ 'ਚ। ਉੱਥੇ 2 ਜਣਿਆਂ ਨੇ ਫਿਰ ਇਹ ਸਲਾਹ ਦਿੱਤੀ ਸੀ, ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲਿਆਂ ਨੇ, ਗਿਆਨੀ ਮੇਵਾ ਸਿੰਘ ਜੀ ਜੋ ਚੜ੍ਹਾਈ ਕਰ ਗਏ ਹੁਣ, ਉਹਨਾਂ ਨੇ ਕਿਹਾ ਸੀ ਅੰਮ੍ਰਿਤ ਵਾਲੀ ਤਾਂ ਫਿਰ ਪੌੜੀ ਰਹਿ ਗਈ, ਨਾਲੇ ਅੰਮ੍ਰਿਤ ਤਿਆਰ ਕਰਦੇ ਹੋ। ਕਹਿੰਦੇ ਚਲੋ ਫਿਰ ਠੀਕ ਹੈ, 40 ਪੌੜੀਆਂ ਹੀ ਪੜ੍ਹ ਲਿਆ ਕਰੋ। ਸੋ ਇਸ ਤਰ੍ਹਾਂ ਹੁੰਦਾ, ਕੋਲੋਂ ਹੀ ਆਪਣੇ ਬਣਾਈ ਜਾਣੀ ਮਰਿਆਦਾ ਘੜ ਕੇ, ਫਿਰ ਵਾਹਿਗੁਰੂ ਦੀ ਕਿਰਪਾ ਨਹੀਂ ਹੁੰਦੀ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ। ਤੋ ਸੂਖਮ ਸਥੂਲ ਜੀ ਜੰਤ ਸਾਰੇ ਤੈਂ ਵਾਹਿਗੁਰੂ ਪੈਦਾ ਕੀਤੇ। ਇਹਨਾਂ ਵਿੱਚੋਂ ਇੱਕ ਗੁਰਮੁਖ ਤੇਰੇ ਸਰੂਪ ਨੂੰ ਦੇਖਦੇ ਆ, ਅਤੇ ਇੱਕ ਜਗਿਆਸੂ ਸਤਸੰਗ ਨੂੰ ਪਰਸਣ ਆਏ ਨੇ। ਲੱਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਭੱਲਾ ਪਾਠ ਨਹੀਂ ਕਰਨਾ, ਭਲਾ ਪਾਇਆ। ਕਹਿੰਦੇ ਉਹਦਾ ਲੱਭ ਪਦਾਰਥਾਂ ਦੇ ਖਾਣ ਦਾ, ਲੋਭ ਹੁੰਦਾ ਪਦਾਰਥਾਂ ਦੇ ਇਕੱਠੇ ਕਰਨ ਦਾ, ਅਤੇ ਹੰਕਾਰ ਦੂਰ ਹੋ ਗਿਆ। ਜਿਹਨੂੰ ਸਤਿਗੁਰਾਂ ਦਾ ਉਪਦੇਸ਼ ਭਲਾ ਪਾਇਆ, ਚੰਗਾ ਲੱਗਿਆ ਉਪਦੇਸ਼। ਕਹਿ ਨਾਨਕ ਜਿਸਨੂੰ ਆਪ ਤੁਠਾ, ਤੈਨ ਅੰਮ੍ਰਿਤ ਗੁਰ ਤੇ ਪਾਇਆ। ਮਹਾਰਾਜ ਫਰਮਾਉਂਦੇ, ਜਿਸ ਉੱਤੇ ਪਰਮੇਸ਼ਰ ਆਪ ਪ੍ਰਸੰਨ ਹੋਇਆ, ਉਹਨੇ ਗੁਰਾਂ ਕੋਲੋਂ ਆਤਮਕ ਆਨੰਦ, ਸੋ ਨਾਮ ਰੂਪੀ ਅੰਮ੍ਰਿਤ ਪਾਇਆ। ਸੱਚਮੁੱਚ ਅੰਮ੍ਰਿਤ ਇੱਕ ਨਾਮ ਹੀ ਹੈ। ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨਾ ਜਾਏ। ਮਹਾਰਾਜ ਕਹਿੰਦੇ ਨੇ, ਇਹ ਪੀਵਤ ਹੂ ਪ੍ਰਵਾਨ ਭਇਆ, ਪੂਰਾ ਸ਼ਬਦ ਸਮਾਏ। ਇਹੀ ਬਚਨ ਜਿਹੜੇ ਸੀ ਬਾਬਾ ਹਰਨਾਮ ਸਿੰਘ ਜੀ ਨੂੰ ਆ ਕੇ ਵਸਿਸ਼ਠ ਮੁਨੀ ਨੇ ਕਹੇ ਸੀ ਵੀ ਸਾਡੇ ਸਮੇਂ 'ਤੇ ਅੰਮ੍ਰਿਤ ਸਾਨੂੰ ਨਹੀਂ ਮਿਲਿਆ, ਅਸੀਂ ਖੋਜਦੇ ਰਹੇ। ਇਹ ਜਿਹੜਾ ਹੁਣ ਅੰਮ੍ਰਿਤ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ, ਸਾਨੂੰ ਇਹ ਪ੍ਰਾਪਤ ਨਹੀਂ ਹੋਇਆ। ਇਹ ਉਹਨਾਂ ਦੇ ਆਪ ਦੇ ਬਚਨ ਹੈ, ਉਹਨਾਂ ਦੀ ਪੁਸਤਕ ਵਿੱਚ ਵੀ ਲਿਖੇ ਹੋਏ ਹੈ। ਭਗਤਾਂ ਕੀ ਚਾਲ ਨਿਰਾਲੀ। ਪਰਮੇਸ਼ਰ ਦੇ ਜੋ ਭਗਤ ਆ, ਉਹਨਾਂ ਦੀ ਚਾਲ ਸੰਸਾਰੀ ਜੀਵਾਂ ਤੋਂ ਨਿਰਾਲੀ ਹੁੰਦੀ ਆ, ਵੱਖਰੀ ਹੁੰਦੀ ਆ। ਸੰਤਾਂ ਕੀ ਇਹ ਰੀਤ ਨਿਰਾਲੀ, ਪਾਰ ਬ੍ਰਹਮ ਕਰ ਦੇਖੈ ਨਾਲੀ। ਭਗਤਾਂ ਦੇ ਸਹਿਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦੀ ਨਿਰਾਲੀ ਚਾਲ ਇਹੋ ਆ, ਜੋ ਬਾਲਕੇ ਦੀ ਨਿਆਈ ਨਾ ਹਰਖ ਸੋਗ ਤੋਂ ਰਹਿਤ, ਨਿਆਣੇ ਅੰਗੂ ਤੇ ਤਿੰਨਾਂ ਗੁਣਾਂ ਤੋਂ ਅਤੀਤ ਤੇ ਸੰਸਾਰ ਤੋਂ ਉਦਾਸ ਰਹਿੰਦੇ ਆ। ਚਾਲਾ ਨਿਰਾਲੀ ਭਗਤਾਂ ਹਕੇਰੀ, ਬਿਖਮ ਮਾਰਗ ਚੱਲਣਾ। ਸੰਸਾਰੀ ਪੁਰਸ਼ਾਂ ਨਾਲੋਂ ਭਗਤਾਂ ਦੀ ਚਾਲ ਵੱਖਰੀ ਆ, ਕਿਉਂਕਿ ਭਗਤ ਬਿਖਮ ਹੁੰਦਾ ਕਠਨ ਮਾਰਗ, ਜਿਹੜਾ ਰਸਤਾ ਉਹਦੇ ਤੇ ਚੱਲਣਾ ਕਰਦੇ ਨੇ। ਸੰਸਾਰੀ ਲੋਕ ਤਾਂ ਸੁੱਖ ਦੇ ਮੰਗਰੀ ਪਏ ਰਹਿੰਦੇ ਆ। ਵਾਟ ਹਮਾਰੀ ਖਰੀ ਉਡੀਣੀ, ਖੰਨੇ ਤਿੱਖੀ ਬਹੁਤ ਪੀਣੀ। ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸੰਭਾਰ ਸਵੇਰਾ।
ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਸੰਸਾਰੀ ਬੰਦੇ ਆ ਜਿਹੜੇ ਤਾਂ ਇਹ ਇਸ ਪ੍ਰਕਾਰ ਲੱਭ ਖਾਣ ਦਾ, ਲੋਭ ਜੋੜਨ ਦਾ ਹੰਕਾਰ ਕਰਦੇ ਆ। ਪਰ ਭਗਤਾਂ ਨੇ ਲੱਭ ਪਦਾਰਥਾਂ ਦੇ ਖਾਣ ਦਾ ਤੇ ਲੋਭ ਪਦਾਰਥਾਂ ਦੇ ਇਕੱਤਰ ਕਰਨ ਦਾ ਹੰਕਾਰ ਹੁੰਦਾ, ਜਾਤੀ ਦਾ, ਵਿਦਿਆ ਦਾ ਅਤੇ ਪ੍ਰਾਪਤ ਹੋਈ ਵਸਤੂ ਦੀ ਹੋਰ ਇੱਛਾ ਰੂਪ ਤ੍ਰਿਸ਼ਨਾ ਨੂੰ ਤਿਆਗਣਾ ਕੀਤਾ ਹੈ। ਸੰਸਾਰੀ ਬੰਦੇ ਹਰ ਵਕਤ ਬੋਲਦੇ ਰਹਿੰਦੇ ਆ, ਪਰੰਤੂ ਜਿਹੜੇ ਵਾਹਿਗੁਰੂ ਦੇ ਭਗਤ ਨੇ ਉਹ ਬਹੁਤਾ ਬੋਲਣਾ ਨਹੀਂ ਕਰਦੇ, ਗੱਲਾਂ ਨਹੀਂ ਬਾਹਲੀਆਂ ਕਰਦੇ, ਚੰਗੀਆਂ ਹੀ ਲੱਗਦੀਆਂ ਗੱਲਾਂ ਉਹਨਾਂ ਨੂੰ। ਖੰਨਿਓ ਤਿੱਖੀ ਬਾਲਹੁ ਨਿੱਕੀ ਏਤ ਮਾਰਗ ਜਾਣਾ। ਸੋ ਜਿਹਦੀ ਧਾਰਾ ਖੰਡੇ ਨਾਲੋਂ ਤਿੱਖੀ ਹੈ ਅਤੇ ਵਾਲ ਤੋਂ ਬਰੀਕ ਹੈ, ਏਤ ਮਾਰਗ, ਇਸ ਰਸਤੇ 'ਚ ਭਗਤਾਂ ਨੂੰ ਜਾਣਾ ਪੈਂਦਾ ਹੈ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਗੁਰਾਂ ਦੀ ਕਿਰਪਾ ਨਾਲ ਜਿਨ੍ਹਾਂ ਨੇ ਆਪਾ ਭਾ ਹੰਕਾਰ ਤਜਿਆ ਤੋਂ ਭਾਵ ਛੱਡਿਆ ਹੈ, ਹਰ ਵਾਸਨਾ ਸਮਾਣੀ। ਸੋ ਹਰੀ ਦੀ ਭਗਤੀ ਰੂਪ ਵਾਸ਼ਨਾ ਹਿਰਦੇ 'ਚ ਆ ਕੇ ਸਮਾਈ ਹੈ, ਜਾਂ ਇਉਂ ਕਹਿ ਲਓ ਹਰ ਤਰ੍ਹਾਂ ਦੀ ਜਿਹੜੀ ਤਮਾਮ ਵਾਸ਼ਨਾ ਨਾਸ ਕੀਤੀਆਂ ਉਹਨਾਂ ਨੇ ਆਪਣੇ ਅੰਦਰੋਂ। ਕਹਿ ਨਾਨਕ ਚਾਲ ਭਗਤਾਂ ਜੁਗਹੁ ਜੁਗ ਨਿਰਾਲੀ। ਸਤਿਗੁਰੂ ਕਥਨ ਕਰਦੇ ਉਹਨਾਂ ਭਗਤਾਂ ਦੀ ਚਾਲ ਜੁਗਾਂ ਜੁਗਾਂ ਵਿੱਚ ਨਿਰਾਲੀ ਹੈ, ਅਸੰਗ ਹੈ, ਸੰਸਾਰੀ ਜੀਵਾਂ ਤੋਂ ਵੱਖਰੀ ਹੋਈ ਹੈ। ਕਿਉਂਕਿ ਸੰਸਾਰੀ ਬੰਦੇ ਪਰਮੇਸ਼ਰ ਦਾ ਹੁਕਮ ਨਹੀਂ ਮੰਨਦੇ ਅਤੇ ਭਗਤ ਪਰਮੇਸ਼ਰ ਦਾ ਹੁਕਮ ਮੰਨਦੇ ਨੇ। ਹੁਣ ਪ੍ਰਮਾਤਮਾ ਅੱਗੇ ਬੇਨਤੀ ਵੀ ਕਰਦੇ ਆ, ਇਸ ਪ੍ਰਕਾਰ ਦੱਸਦੇ ਨੇ, ਬੇਨਤੀ ਕਰਿਆ ਕਰੋ। ਜਿਉਂ ਤੂੰ ਚਲਾਏ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਹੇ ਸੁਆਮੀ ਮਾਲਕ, ਜਿਵੇਂ ਆਪ ਚਲਾਉਂਦੇ ਹੋ ਤਿਵੇਂ ਹੀ ਅਸੀਂ ਚੱਲਦੇ ਹਾਂ। ਅਸੀਂ ਆਪਣੇ ਆਪ ਹੋਰ ਕੀ ਜਾਣੀਏ ਜੋ ਤੇਰੇ ਵਿੱਚ ਕਿੰਨੇ ਗੁਣ ਨੇ। ਜਿਵ ਤੂੰ ਚਲਾਏ ਤਿਵੈ ਚੱਲਹਿ ਜਿਨਾ ਮਾਰਗ ਪਾਵਹਿ। ਜਿਵੇਂ ਤੂੰ ਚਲਾਉਂਦਾ ਹੈ, ਤੋਰਦਾ ਹੈ, ਉਵੇਂ ਚੱਲ ਪੈਂਦੇ ਅਸੀਂ ਮਹਾਰਾਜ ਇਹਨਾਂ ਨੂੰ। ਸੋ ਜਿਨ੍ਹਾਂ ਨੂੰ ਚੰਗੇ ਰਸਤੇ ਪਾਉਂਦਾ ਚੰਗੇ ਪਾਸੇ ਪੈ ਜਾਂਦੇ ਨੇ, ਉਹੀ ਪੈਂਦੇ ਇੱਧਰ ਨੂੰ। ਫੇਰ ਕਿਵੇਂ ਚਲਾਉਂਦੇ ਉਹਨਾਂ ਨੂੰ? ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹਿ। ਇੱਥੇ ਹਾਹੇ ਲਾਂ ਲੱਗਦੀ ਹੈ, ਉਸੇ ਤਰ੍ਹਾਂ ਹੀ ਬੋਲਣਾ ਹੈ, ਲਾਏ ਚਲਾਏ। ਸੋ ਕਿਰਪਾ ਕਰਕੇ ਜਿਨ੍ਹਾਂ ਨੂੰ ਤੂੰ ਆਪਣੇ ਨਾਮ 'ਚ ਲਾ ਲੈਂਦਾ, ਨਾਮ ਜਪਣ ਲਾ ਲੈਂਦਾ, ਉਹ ਸਦੀਵ ਕਾਲ ਤੈਨੂੰ ਵਾਹਿਗੁਰੂ ਵਾਹਿਗੁਰੂ ਹਰ ਹਰ ਨਾਮ ਜਪੰਤਿਆਂ ਕਛ ਨਾ ਕਹਿ ਜਮਕਾਲ। ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਹੋ ਜਾਂਦੀ ਕਿਰਪਾ ਉਹਨਾਂ 'ਤੇ। ਫਿਰ ਤੁਸੀਂ ਜਿਨ੍ਹਾਂ 'ਤੇ ਕਿਰਪਾ ਕਰਨੀ ਹੁੰਦੀ ਹੈ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ। ਗੁਰਾਂ ਦੁਆਰੇ ਜਿਹਨੂੰ ਤੁਸੀਂ ਆਪਣੀ ਕਥਾ ਸੁਣਾਉਂਦੇ ਹੋ, ਸੇ ਉਹੀ ਜੀਵ ਦੋਹਾਂ ਲੋਕਾਂ ਦਾ ਸੁੱਖ ਪਾਉਂਦੇ ਆ। ਧੰਨ ਗੁਰੂ ਅਰਜਨ ਦੇਵ ਸਾਹਿਬ ਸੁਖਮਨੀ ਸਾਹਿਬ ਜਿਵੇਂ ਬਚਨ ਕੀਤਾ ਨਾ, ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ। ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ। ਕਥਾ ਦੇ ਸੁਣਨ ਨਾਲ ਸਾਰੇ ਪਾਪ ਨਿਵਰਤ ਹੋ ਜਾਂਦੇ ਨੇ। ਝਰਹਿ ਕਸੰਮਲ ਪਾਪ ਤੇਰੇ ਮਨੁਆ। ਅੰਮ੍ਰਿਤ ਕਥਾ ਸੰਤ ਸੰਗ ਸੁਨੂਆ। ਸੁਣ ਹਰ ਕਥਾ ਉਤਾਰੀ ਮੈਲ। ਮਹਾ ਪੁਨੀਤ ਭਏ ਸੁਖ ਸੈਲ। ਇਹ ਜੀਵ ਨੂੰ ਉੱਤਮ ਕਰਨ ਵਾਲੀ ਇੱਕ ਕਥਾ ਹੀ ਹੈ। ਕਥਾ ਤੋਂ ਬਿਨਾਂ ਹੋਰ ਸਾਰੇ ਰਸ ਫਿੱਕੇ ਨੇ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਨਾ ਬਚਨ, ਨੀਕੀ ਜੀ ਕੀ ਹਰ ਕਥਾ ਉੱਤਮ ਆਨ ਸਗਲ ਰਸ ਫੀਕੀ ਰੇ। ਰਹਾਉ ਵਿਸ਼ਰਾਮ ਦੇ ਕੇ ਫਿਰ ਕਹਿੰਦੇ ਆ, ਬਹੁ ਗੁਣ ਧੁਨ ਮੋਨ ਜਨ ਖਟ ਬੇਤੇ ਅਵਰਨਾ ਕਿਛ ਲਾਇਕੀ ਰੇ। ਬਿਖਾਰੀ ਨਰਾਰੀ ਅਪਾਰੀ ਸਹਿਜਾਰੀ ਸਾਧ ਸੰਗ ਨਾਨਕ ਪੀਕੀ ਰੇ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ। ਮਹਾਰਾਜ ਕਥਨ ਕਰਦੇ ਸੀ, ਸੱਚੇ ਸਾਹਿਬ ਮਾਲਕ ਜਿਵੇਂ ਆਪ ਨੂੰ ਭਾਉਂਦਾ ਤਿਵੇਂ ਜੀਵਾਂ ਨੂੰ ਚਲਾਉਂਦਾ ਜੀ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ। ਜੈ ਖਿੰਚੈ ਤਹਿ ਜਾਉ। ਜਿਉ ਤੁਧ ਭਾਵੈ ਤਿਵੈ ਚਲਾਵੈ। ਤੂੰ ਆਪੇ ਮਾਰਗ ਪਾਏਂਦਾ। ਇਹੋ ਸੋਹਿਲਾ ਸ਼ਬਦ ਸੁਹਾਵਾ। ਇਹ ਗੁਰੂ ਉਪਦੇਸ਼ ਰੂਪ ਸੋਹਿਲਾ ਜਿਹੜਾ ਮੰਗਲਦਾਇਕ ਗੀਤ ਹੈ ਜਾਂ ਜਸ ਹੈ, ਬਹੁਤ ਸ਼ੋਭਨੀਕ ਹੈ। ਇਹ ਆਨੰਦ ਸਾਹਿਬ ਦੀ ਬਾਣੀ। ਸੋਹਲਾ ਨਾਮ ਆਨੰਦ ਦਾ ਵੀ ਹੁੰਦਾ। ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਸੋ ਗੁਰ ਉਪਦੇਸ਼ ਰੂਪ ਸੋਹਿਲਾ ਜਿਹੜਾ ਗੀਤ ਹੈ, ਜਸ ਹੈ, ਸਦਾ ਸ਼ੋਭਨੀਕ ਹੈ। ਸਤਿਗੁਰਾਂ ਨੇ ਗੁਰਸਿੱਖਾਂ ਤਾਈਂ ਸੁਣਾਉਣਾ ਕੀਤਾ ਹੈ।
ਦਾਤਾਂ ਤੇ ਬਹੁਤ ਵੱਡੀਆਂ ਦਿੱਤੀਆਂ ਹੋਈਆਂ ਨੇ, ਅਫਸੋਸ ਸਾਡੀ ਕੌਮ ਨੂੰ ਗਿਆਨ ਹੀ ਨਹੀਂ ਹੋਇਆ। ਇੰਨੀਆਂ ਵੱਡੀਆਂ ਦਾਤਾਂ ਕਿ ਆਪਾਂ ਸੋਚ ਵੀ ਨਹੀਂ ਸਕਦੇ, ਆਪਣੇ ਕਦੇ ਜਿਹਨ 'ਚ ਹੀ ਨਹੀਂ ਇਹ ਗੱਲਾਂ ਆਈਆਂ ਵੀ ਜਿਹੜੀ ਚੀਜ਼ ਆਪਾਂ ਨੂੰ ਦਿੱਤੀ ਹੈ ਗੁਰੂ ਸਾਹਿਬਾਂ ਨੇ, ਇਹ ਲੰਗਰ, ਪੰਗਤ, ਸੰਗਤ, ਇਹ ਨਿਤਨੇਮ, ਇਹ ਬਾਣੀ, ਇਹ ਕਥਾ, ਇਹ ਕੀਰਤਨ, ਇਹ ਅੰਮ੍ਰਿਤ ਦੀ ਦਾਤ, ਇਹ ਬਹੁਤ ਵੱਡੀ ਮਨੁੱਖ ਨੂੰ ਤਾਰਨ ਵਾਸਤੇ ਦਾਤ ਦਿੱਤੀ ਹੈ। ਸਮਝਦਾ ਤਾਂ ਪਰ ਕੋਈ ਨਹੀਂ, ਕਿਉਂ ਕਲਯੁਗ ਹੈ ਨਾ। ਦਾਤ ਬਹੁਤ ਵੱਡੀ ਹੈ, ਪਰ ਅੰਨੇ ਵਸ ਮਾਣਕ ਪਿਆ, ਉਹ ਘਰ ਘਰ ਵੇਚਣ ਜਾਏ। ਅਮੰਦਲੇ ਅੰਧ ਵਿਖੇ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਪਰ ਇਹ ਗੱਲ ਹੈ ਵੀ ਸਮਝ ਨਹੀਂ ਹੈ ਕਿਸੇ ਨੂੰ। ਸਾਰੇ ਜਾਣੇ ਉਹੀ ਹਾਸਾ ਠੱਠਾ ਮਖੌਲ ਹੀ ਕਰੀ ਜਾਂਦੇ ਨੇ। ਚਲੋ ਖੈਰ, ਮਹਾਰਾਜ ਤਾਂ ਕਹਿੰਦੇ ਅਸੀਂ ਤਾਂ ਕੋਸ਼ਿਸ਼ ਕੀਤੀ ਵੀ ਇਹ ਨੂੰ ਤਾਰ ਦਈਏ ਜੀਵਾਂ ਨੂੰ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਮਹਾਰਾਜ ਕਹਿੰਦੇ ਇਹ ਵੀ ਕੀ ਕਰਨ, ਇਹਨਾਂ ਧੁਰੋਂ ਲਿਖਿਆ ਹੀ ਨਹੀਂ ਮੱਥੇ ਤੇ। ਇਹ ਸ਼ਬਦ ਰੂਪ ਸੋਹਿਲਾ ਉਹਨਾਂ ਦੇ ਮਨ 'ਚ ਵਸਿਆ ਜਿਨ੍ਹਾਂ ਦੇ ਮੱਥੇ ਉੱਪਰ ਧੁਰੋਂ ਚੰਗਾ ਲੇਖ ਲਿਖਿਆ ਆਇਆ। ਏਕੇ ਫਿਰਹਿ ਘਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਇੱਕ ਫਿਰਹਿ ਘਨੇਰੇ ਕਰਹਿ ਗੱਲਾਂ, ਗੱਲਾਂ ਨਹੀਂ ਕਰਨਾ, ਉੱਤੇ ਬਿੰਦੀ ਲਾਉਣੀ ਹੈ, ਇੱਥੇ ਗੱਲੀ ਕਿਨੈ ਨਾ ਪਾਇਆ। ਕਈ ਤੇ ਇਹੋ ਜਿਹੇ ਸ਼ਬਦ ਨੇ ਜਿਹੜੇ ਬਿੰਦੀ ਤਾਲ ਹੀ ਠੀਕ ਆਉਂਦੇ ਨੇ, ਤੇ ਕਈ ਊਈ ਫਿਰ ਬਿੰਦੀਆਂ, ਉਹਨਾਂ ਦਾ ਫਾਇਦਾ ਨਹੀਂ ਕੋਈ। ਕਾਮ ਖਾਈ ਜਿੱਥੇ ਨਾ ਹੀ ਸਪਸ਼ਟ ਹੁੰਦਾ ਹੋਵੇ ਉੱਥੇ ਠੀਕ ਹੈ, ਜ਼ਰੂਰਤ ਮੁਤਾਬਕ ਲਾ ਲਓ। ਜਿੱਥੇ ਅਰਥ ਵੈਸੇ ਹੀ ਸਪਸ਼ਟ ਹੈ, ਸਿੱਧਾ ਹੀ ਦਿਖਦਾ, ਉੱਥੇ ਲੋੜ ਨਹੀਂ ਹੁੰਦੀ। ਤਾਂ ਇਸ ਤਰ੍ਹਾਂ ਇੱਕ ਐਸੇ ਮਨਮੁਖ ਬੰਦੇ ਜੋ ਗੱਲਾਂ ਕਰਦੇ ਹੋਏ ਘਣਾ ਫਿਰਦੇ, ਬਹੁਤੇ ਹੀ ਤੁਰੇ ਫਿਰਦੇ, ਐਵੇਂ ਗੱਲਾਂ ਕਰਨ ਨਾਲ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਪਾਇਆ। ਗੁਰਦੁਆਰਿਆਂ ਦੇ ਬਾਹਰ ਢਾਣੀਆਂ ਲਾ ਕੇ ਐਵੇਂ ਗੱਲਾਂ ਕਰੀ ਜਾਣਗੇ। ਢਾਣੀਆਂ ਦੀਆਂ ਢਾਣੀਆਂ, ਮੇਲੇ ਲੋਕ ਜਾਂਦੇ, ਗੱਲਾਂ ਦੇ ਗੱਲਾਂ, ਗਲੀ ਗੁਆਂਢ 'ਚ ਗੱਲਾਂ, ਉੱਧਰ ਗੱਲਾਂ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਮਹਾਰਾਜ ਫਰਮਾਉਂਦੇ ਤੀਜੇ ਪਾਤਸ਼ਾਹ, ਇਹ ਸ਼ਬਦ ਰੂਪ ਸੋਹਿਲਾ ਜਸ ਸਤਿਗੁਰਾਂ ਨੇ ਸਿੱਖਾਂ ਦੇ ਤਾਂ ਹੀ ਸੁਣਾਇਆ। ਭਾਈ ਪਵਿੱਤ ਹੋਏ ਸੇ ਜਨਾ, ਜਿਨੀ ਹਰਿ ਧਿਆਇਆ। ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਨੂੰ ਧਿਆਇਆ, ਉਹ ਜਨ ਪਵਿੱਤਰ ਹੋਏ ਨੇ। ਨਾਮੇ ਰਾਤਾ ਪਵਿੱਤ ਸਰੀਰਾ, ਬਿਨ ਨਾਵੈ ਡੂਬ ਮੂਏ ਬਿਨ ਨੀਰਾ। ਹਰਿ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਜਿਨ੍ਹਾਂ ਨੇ ਹਰੀ ਨੂੰ ਧਿਆਇਆ ਉਹ ਪਵਿੱਤਰ ਹੋਏ ਨੇ। ਪਰ ਗੁਰਮੁਖ ਹੋ ਕੇ ਗੁਰਾਂ ਦੁਆਰੇ ਜਿਨ੍ਹਾਂ ਨੇ ਧਿਆਇਆ ਹੈ, ਉਹਨਾਂ ਦਾ ਧਿਆਉਣਾ ਸਫਲ ਹੈ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਸੋ ਉਹ ਮਾਤਾ ਪਿਤਾ ਦੇ ਸਮੇਤ, ਸੋ ਉਹਨਾਂ ਦੇ ਸਮੇਤ ਹੀ ਪਵਿੱਤਰ ਹਨ। ਉਹਨਾਂ ਸਾਰਾ ਪਰਿਵਾਰ ਅਤੇ ਕੁਟੰਬ ਦੇ ਸਿਉਂ ਹੁੰਦਾ, ਸੰਯੁਕਤ ਸਮੇਤ ਪਵਿੱਤਰ ਨੇ। ਉਹਦੀ ਸਾਰੀ ਸੰਗਤ ਵੀ ਪਵਿੱਤਰ ਹੋਈ ਹੈ। ਕਿਉਂ ਇੱਕ ਜਾਣਾ ਪਵਿੱਤਰ ਹੋ ਜਾਏ, ਬਹੁਤ ਕਿਰਪਾ। ਕਈ ਕੁਲਾਂ ਪਵਿੱਤਰ ਕਰਦਾ ਹੈ, ਕੁੱਲ ਜਿੰਨੀ ਦੁਨੀਆ ਨੂੰ ਮਿਲਦੀ ਉਹਨੂੰ ਪਵਿੱਤਰ ਕਰ ਦਿੰਦਾ। ਇੰਨਾ ਪਵਿੱਤਰ ਹੁੰਦਾ ਰੱਬ ਦਾ ਨਾਮ ਜਦੋਂ ਹਿਰਦੇ 'ਚ ਵਸ ਜੇ ਇੱਕ ਵਾਰੀ। ਜਿਨ੍ਹਾਂ ਰਾਹਾਂ ਤੋਂ ਲੰਘ ਜਾਂਦੇ ਨੇ ਉਹ ਰਾਹ ਪਵਿੱਤਰ ਹੋ ਜਾਂਦੇ ਨੇ। ਜਿਹੜੇ ਘਰ 'ਚ ਬਹਿੰਦੇ ਆ, ਘਰ ਪਵਿੱਤਰ ਹੋ ਜਾਂਦਾ। ਧਰਮ ਰਾਜੇ ਦੇ ਕੋਲ ਰਾਜਾ ਜਨਕ ਚਲੇ ਗਏ, ਖੜਾ ਹੋ ਗਿਆ ਉੱਠ ਕੇ, ਬੜਾ ਖੁਸ਼ ਹੋਇਆ। ਉਹ ਮਹਾਰਾਜ ਪਵਿੱਤਰ ਕੀਤਾ, ਸਾਰਾ ਨਰਕ ਹੀ ਖਾਲੀ ਕਰਦੇ ਸੀ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾਉਂਦੇ ਹਨ, ਜੋ ਨਾਮ ਨੂੰ ਕਹਿੰਦੇ ਨੇ, ਜਪਦੇ ਨੇ ਵਾਹਿਗੁਰੂ, ਉਹ ਪਵਿੱਤਰ ਹਨ। ਜੋ ਸ਼ਰਧਾ ਨਾਲ ਸੁਣਦੇ ਨੇ ਵਾਹਿਗੁਰੂ, ਉਹ ਵੀ ਪਵਿੱਤਰ ਹਨ। ਜਿਨ੍ਹਾਂ ਨੇ ਮਨ ਵਿੱਚ ਵਸਾਇਆ ਨਾਮ ਵਾਹਿਗੁਰੂ, ਉਹ ਵੀ ਪਵਿੱਤਰ ਹਨ। ਕਹਿਤੇ ਪਵਿੱਤਰ ਸੁਣਤੇ ਸਭ ਧਨ, ਲਿਖਤੀ ਕੁਲ ਤਾਰਿਆ ਜੀਓ। ਨਾਮ ਜਪ ਕੇ ਬ੍ਰਹਮ ਨੂੰ ਜਾਣਨ ਵਾਲਾ ਬੰਦਾ ਜਿਹੜਾ ਨਾ, ਕੋਈ ਵੀ ਗੁਰਮੁਖ ਹੈ, ਮਾਤਾ ਪਿਤਾ ਸਾਰੇ ਪਰਿਵਾਰ ਨੂੰ ਪਵਿੱਤਰ ਕਰਕੇ ਸਾਰੀਆਂ ਕੁਲਾਂ ਹੀ ਤਾਰ ਲੈਂਦਾ। ਕੁੱਲ 101 ਕੁਲ ਤਰਦੀ। ਜੇ ਇੱਕ ਬ੍ਰਹਮ ਗਿਆਨੀ ਇੱਕ ਕੁਲ 'ਚ ਹੋ ਜੇ, ਕਰਨਾ ਸੌਦਾ। ਦੇਖ ਲਓ, ਇੱਕ ਨਿਆਣੇ ਨੂੰ ਬ੍ਰਹਮ ਗਿਆਨੀ ਬਣਾ ਲਓ, ਸਕੂਲਾਂ 'ਚ ਹੀ ਪਾਈ ਜਾਂਦੇ ਹੋ, ਅਫਸਰ ਬਣਾਉਣਾ ਹੈ, ਕਰਨਾ। ਫਿਰ ਇਹਨਾਂ ਨੇ ਕਿਹੜਾ ਚੰਗੀ ਕਰਨੀ ਹੈ। ਇੱਕ ਤਾਂ ਪ੍ਰਹਲਾਦ ਭਗਤ ਪੈਦਾ ਕਰੋ ਘਰੇ, ਕੋਈ ਧਰੂ ਭਗਤ ਬਣਾਓ ਆਪਣੇ ਨਿਆਣੇ ਨੂੰ। ਕਹਿੰਦੇ ਭਗਤ ਕਿਸੇ ਦਾ ਹੋਰ ਮੁੰਡਾ ਬਣ ਜੇ, ਸਾਡਾ ਤਾਂ ਅਫਸਰ ਬਣੂਗਾ। ਅਫਸਰ ਬਣਾ ਕੇ ਤਾਂ ਹਾਲ ਹੋ ਗਏ ਮਾੜੇ। ਬਣਾ ਕੇ ਇਸ ਪ੍ਰਕਾਰ ਬਹੁਤ ਸਾਰੇ ਪੈਸੇ, ਫਿਰ ਕੀ ਹੋਇਆ? ਕੁਛ ਵੀ ਨਹੀਂ ਹੋਇਆ ਹੈ। ਸੋ ਇਸ ਕਰਕੇ
ਕੁਲੰ ਪਵਿੱਤਰੰ ਜਨਨੀ ਕਿਰਤਾਰਥਾਂ ਵਸੁੰਧਰਾ ਪ੍ਰਣਵਤੀ ਚਦੇਤ। ਕਹਿ ਨਾਨਕ ਸੇ ਪਵਿੱਤਰ ਜਿਨੀ ਗੁਰਮੁਖ ਹਰ ਹਰ ਧਿਆਇਆ। ਮਹਾਰਾਜ ਫਰਮਾਉਂਦੇ ਉਹ ਪੁਰਸ਼ ਪਵਿੱਤਰ ਹੈ ਜਿਨ੍ਹਾਂ ਨੇ ਗੁਰਾਂ ਦੁਆਰੇ ਗੁਰਮੁਖ ਹੋ ਕੇ ਹਰ ਹਰ ਨੂੰ ਧਿਆਇਆ ਸਿਮਰਿਆ ਹੈ। ਕਰਮੀ ਸਹਿਜ ਨਾ ਊਪਜੈ ਵਿਣ ਸਹਿਜੈ ਸਹਿਸਾ ਨਾ ਜਾਏ। ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਨੇ ਊਪਜੈ ਦਾ ਧਿਆਨ ਰੱਖਣਾ ਦੁਲੈਂਕੜੇ ਆ। ਕਰਮਾਂ ਦੇ ਕਰਨ ਵਾਲੇ ਜੋ ਕਰਮ ਕਾਂਡੀ ਨੇ ਉਹਨਾਂ ਨੂੰ ਕਰਮਾਂ ਕਰਕੇ ਸਹਿਜ ਹੁੰਦਾ, ਗਿਆਨ ਨਹੀਂ ਪੈਦਾ ਹੁੰਦਾ ਤੇ ਸਹਿਜੇ ਹੁੰਦਾ। ਗਿਆਨ ਤੋਂ ਬਿਨਾਂ ਮਨ ਦੇ ਵਿੱਚੋਂ ਸੰਸਾ ਨਹੀਂ ਜਾਂਦਾ। ਸਹਿਜ ਦਾ ਅਰਥ ਹੈ ਗਿਆਨ। ਕਰਮੀ ਸਹਿਜ ਨਾ ਉਪਜੈ, ਕਰਮ ਕਾਂਡੀਆਂ ਨੂੰ ਵਿਣ ਸਹਿਜੈ ਸਹਿਸਾ ਨਾ ਜਾਏ। ਤੇ ਸਹਿਜੇ ਹੁੰਦਾ ਗਿਆਨ ਤੋਂ ਬਿਨਾਂ ਮਨ ਦਾ ਸੰਸਾ ਜਿਹੜਾ ਉਹ ਜਾਂਦਾ ਨਹੀਂ ਹੈਗਾ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਗਿਆਨ ਤੋਂ ਬਿਨਾਂ ਹੋਰ ਕਿਸੇ ਸੰਜਮ ਸਾਧਨ ਭਾਵ ਯਤਨ ਨਾਲ ਸੰਸਾ ਦੂਰ ਨਹੀਂ ਹੁੰਦਾ। ਸੰਸਾਰੀ ਬੰਦੇ ਬਥੇਰੇ ਕਰਮ ਕਮਾ ਰਹੇ ਨੇ। ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਸੰਸਿਆਂ ਕਰਕੇ ਮੈਲਾ ਜੋ ਜੀਵ ਹੈ ਇਹ ਕਿਸ ਸਾਧਨ ਭਾਵ ਯਤਨ ਕਰਕੇ ਧੋਤਾ ਜਾਵੇ ਜੀ। ਮਨ ਧੋਵਹੁ ਸ਼ਬਦ ਲਾਗਹੁ ਹਰਿ ਸਿਉ ਰਹੋ ਚਿਤ ਲਾਏ। ਇਹ ਪਿਆਰਿਓ ਗੁਰ ਸ਼ਬਦ ਵਿੱਚ ਲੱਗ ਕੇ ਪਰਮੇਸ਼ਰ ਨਾਲ ਚਿੱਤ ਨੂੰ ਲਗਾਈ ਰੱਖੋ। ਇਸ ਵਜ੍ਹਾ ਕਰਕੇ ਮਨ ਨੂੰ ਧੋਣਾ ਕਰੋ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ। ਮਹਾਰਾਜ ਫਰਮਾਉਂਦੇ ਗੁਰਾਂ ਦੀ ਕਿਰਪਾ ਹੋਵੇ ਤਾਂ ਸਹਿਜ ਹੁੰਦਾ, ਗਿਆਨ ਪੈਦਾ ਹੁੰਦਾ। ਇਹ ਸੰਸਾ ਇਵ ਹੁੰਦਾ, ਇਸ ਪ੍ਰਕਾਰ ਸੇ ਫਿਰ ਦੂਰ ਹੋ ਜਾਂਦਾ ਹੈ। ਜੀਅਹੁ ਮੈਲੇ ਬਾਹਰਹੁ ਨਿਰਮਲ। ਕਰਮ ਕਾਂਡੀ ਬੰਦੇ ਬਾਹਰੋਂ ਤਾਂ ਸੁੱਚ ਹੁੰਦੇ ਨੇ, ਪਵਿੱਤਰਤਾ ਕਰਨ ਕਰਕੇ ਨਿਰਮਲ ਰਹਿੰਦੇ ਨੇ, ਪਰ ਕਰਮਾਂ ਦੇ ਹੰਕਾਰ ਕਰਨ ਕਰਕੇ ਜੀ ਕਰਕੇ ਅੰਦਰੋਂ ਮੈਲੇ ਰਹਿੰਦੇ ਨੇ। ਬਾਹਰੋਂ ਤਾਂ ਲੱਗਦੇ ਬੜਾ ਕਰਮ ਕਰ ਰਿਹਾ, ਅੰਦਰ ਹਉਮੈ ਦਾ ਗੁਬਾਰਾ ਫੁੱਲੀ ਜਾਂਦਾ। ਮੇਰੇ ਵਰਗਾ ਕੋਈ ਨਹੀਂ, ਤੁਰਨਾ ਵੀ ਔਖਾ ਹੋ ਜਾਂਦਾ ਫਿਰ। ਬਾਹਰਹੁ ਨਿਰਮਲ ਜੀਅਹੁ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ। ਜਿਹੜੇ ਕਰਮ ਕਾਂਡੀ ਬੰਦੇ ਬਾਹਰੋਂ ਨਿਰਮਲ ਰਹਿੰਦੇ ਆ, ਬਾਹਰੋਂ ਤਾਂ ਦੁੱਧ ਵਰਗੇ ਚਿੱਟੇ ਕੱਪੜੇ ਪਹਿਨਦੇ ਆ ਤੇ ਜੀ ਕਰਕੇ ਮੈਲੇ ਭਾਵ ਦਿਲ ਦੇ ਕਪਟੀ ਆ। ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਸ ਤਰ੍ਹਾਂ ਹੈ। ਸੋ ਜਿਹੜੇ ਇਹ ਰਾਜਸੀ ਲੋਕ ਹੁੰਦੇ ਨੇ ਇਹ ਵੀ ਇਹੋ ਜਿਹੇ ਹੁੰਦੇ ਨੇ। ਰਾਤ ਨੂੰ ਕਰਤੂਤਾਂ ਕਾਲੀਆਂ ਪੁੱਠੇ ਕੰਮ ਸਾਰੇ ਕਰਕੇ ਦਿਨੇ ਚਿੱਟੇ ਕੱਪੜੇ ਪਾ ਕੇ ਐਨ ਜੱਜ ਫਬ ਕੇ ਰਹਿਣਾ। ਇਹ ਰਾਜਸੀ ਲੋਕ ਵੀ ਐਸੇ ਹੀ ਕਰਦੇ ਨੇ। ਕਹਿੰਦੇ ਤੇ ਇਹਨਾਂ ਨੇ ਸੰਸਾਰ ਜੂਏ ਵਿੱਚ ਆਪਣੇ ਮਨੁੱਖ ਜਨਮ ਨੂੰ ਹਾਰ ਦਿੱਤਾ ਹੈ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ। ਮਾਇਆ ਦੀ ਜਿਹੜੀ ਤ੍ਰਿਸ਼ਨਾ ਹੈ ਇਹੀ ਵੱਡਾ ਰੋਗ ਲੱਗਿਆ ਉਹਨਾਂ ਨੂੰ। ਇਸੇ ਕਰਕੇ ਉਹਨਾਂ ਨੇ ਮਨ ਚੋਂ ਮਰਨਾ ਭੁਲਾ ਹੀ ਛੱਡਿਆ। ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜਿਉਂ ਬੇਤਾਲਿਆ। ਵੇਦਾਂ ਵਿੱਚ ਜੋ ਉੱਤਮ ਨਾਮ ਹੈ ਉਹਨੂੰ ਸੁਣਦਾ ਨਹੀਂ। ਇਹ ਮਨੁੱਖ ਬੇਤਾਲਿਆ ਭੂਤਨਿਆਂ ਦੀ ਤਿਆਂ ਐਵੇਂ ਤੁਰਿਆ ਫਿਰਦਾ। ਭੂਤਨਾ ਇਹ ਬੇਤਾਲਾ ਹੁੰਦਾ, ਸਰੂਪ ਗਿਆਨ ਤੋਂ ਰਹਿਤ ਹੀ ਤੁਰਿਆ ਫਿਰਦਾ। ਜਿਵੇਂ ਜੋੜੀ ਵਾਲਾ ਜੇ ਬੇਤਾਲਾ ਹੋ ਜੇ ਬਾਜੇ ਵਾਲਾ ਹੋਰ ਪਾਸੇ ਤੁਰ ਪੈਂਦਾ, ਫਿਰ ਜੋੜੀ ਵਾਲਾ ਫਿਰ ਉਹ ਘੂਰ ਘੂਰ ਕੇ ਦੇਖਦਾ ਜੋੜੀ ਵਾਲੇ ਨੂੰ, ਕਦੇ ਗੋਡਾ ਮਾਰਦਾ ਕਦੇ ਕੂਹਣੀ ਮਾਰਦਾ, ਕੀ ਕਰਦਾ ਹੈ। ਤੇ ਇਸ ਪ੍ਰਕਾਰ ਕਹਿੰਦਾ ਮੈਂ 8 ਮਾਤਰਾ ਚੱਲ ਰਿਹਾ, ਤੂੰ 7 ਵਜਾਈ ਜਾਂਦਾ। ਇਹ ਬੇਤਾਲਾ ਹੀ ਹੋ ਗਿਆ। ਫਿਰ ਦੋਨਾਂ ਦੀ ਤਾਲ ਰਲਾਉਣਾ ਪੈਂਦਾ ਪ੍ਰਮਾਤਮਾ ਨਾਲ। ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਮਹਾਰਾਜ ਕਥਨ ਕਰਦੇ ਨੇ ਜਿਨ੍ਹਾਂ ਨੇ ਸੱਚ ਨੂੰ ਤਿਆਗਿਆ ਤੇ ਝੂਠ 'ਚ ਲੱਗੇ ਨੇ ਉਹਨਾਂ ਨੇ ਸੰਸਾਰ ਜੂਏ 'ਚ ਆਪਣੇ ਮਨੁੱਖ ਜਨਮ ਨੂੰ ਹਾਰ ਹੀ ਦਿੱਤਾ ਹੈ। ਹੁਣ ਤਰੇ ਕੌਣ ਜੀ? ਜੀਅਹੁ ਨਿਰਮਲ ਬਾਹਰਹੁ ਨਿਰਮਲ। ਜਿਹੜੇ ਬੰਦੇ ਜੀ ਕਰਕੇ ਅੰਦਰੋਂ ਨਿਰਮਲ ਨੇ ਤੇ ਬਾਹਰੋਂ ਤਨ ਕਰਕੇ ਨਿਰਮਲ ਨੇ, ਸਵੇਰੇ ਉੱਠ ਕੇ ਇਸ਼ਨਾਨ ਕਰਦੇ ਨੇ, ਨਾਮ ਜਪਦੇ ਨੇ, ਅੰਮ੍ਰਿਤ ਵੇਲੇ ਉੱਠਦੇ, ਫਿਰ ਸੱਚ ਬੋਲਦੇ ਨੇ। ਬਾਹਰੋਂ ਤਾਂ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਬਾਹਰੋਂ ਸਰੀਰ ਕਰਕੇ ਨਿਰਮਲ ਨੇ ਅਤੇ ਜੀਅਹੁ ਮਨ ਕਰਕੇ ਵੀ ਨਿਰਮਲ ਨੇ। ਸਤਿਗੁਰਾਂ ਪਾਸੋਂ ਨਾਮ ਦੀ ਕਰਨੀ ਸਿੱਖ ਕੇ ਉਹਦੀ ਕਮਾਈ ਕੀਤੀ ਹੈ। ਸਤਿਗੁਰਾਂ ਕੋਲੋਂ ਉਪਦੇਸ਼ ਲੈ ਕੇ ਸ਼ੁਭ ਕਰਮਾਂ ਦੀ ਕਰਨੀ ਕਮਾਉਣਾ ਕੀਤੀ ਹੈ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਿਨ੍ਹਾਂ ਕੋਲ ਝੂਠ ਦੀ ਸੋਏ ਹੁੰਦੀ ਕੰਸੋਰ ਰੱਤੀ ਭਰ ਨਹੀਂ ਪਹੁੰਚਦੀ ਅਤੇ ਮਨਸਾ ਬੁੱਧੀ ਵੀ ਸੱਚ ਸਮਾਈ ਹੋਈ ਹੈ। ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ।
ਜਿਨ੍ਹਾਂ ਨੇ ਆਪਣੇ ਰਤਨ ਵਾਂਗ ਮੋਲਕ ਮਨੁੱਖ ਜਨਮ ਨੂੰ ਖੱਟਿਆ, ਸਫਲ ਕੀਤਾ, ਵਣਜਾਰੇ ਜਿਹੜੇ ਜੀਵ ਹੈ ਉਹ ਭਲੇ ਹਨ। ਤਾਂ ਮਹਾਰਾਜ ਕਹਿੰਦੇ ਬਚਨ ਇਹ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ। ਸੋ ਜਿਨ੍ਹਾਂ ਨੇ ਖੱਟਿਆ ਹੈ, ਜਿਨੀ ਪਾਠ ਹੈ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਮਹਾਰਾਜ ਆਖਦੇ ਭਾਈ ਜਿਨ੍ਹਾਂ ਦਾ ਮਨ ਨਿਰਮਲ ਹੋਇਆ ਉਹ ਸਦੀਵ ਕਾਲ ਸਾਰਿਆਂ ਤੋਂ ਕੀ ਗੁਰ ਹੁੰਦਾ ਵੱਡਾ, ਜੋ ਪਰਮੇਸ਼ਰ ਹੈ ਉਹਦੇ ਨਾਲ ਰਹਿੰਦੇ ਨੇ। ਉਹ ਸਦਾ ਗੁਰੂ ਉਪਦੇਸ਼ ਦੇ ਨਾਲ ਸਮਾਏ ਰਹਿੰਦੇ ਨੇ। ਸਦਾ ਰਹਿ ਗੁਰ ਨਾਲੇ ਦਾ ਮਤਲਬ ਹੁੰਦਾ ਡਾਇਰੈਕਸ਼ਨ ਜਿਹੜੀ ਗੁਰੂ ਨੇ ਦਿੱਤੀ ਆ ਉਹਦੇ ਨਾਲ ਰਹਿੰਦੇ ਨੇ। ਗੁਰਬਾਣੀ ਨੇ ਜੋ ਕਿਹਾ ਉਹਦੇ ਨਾਲ ਤੁਰਦੇ ਨੇ, ਉਹਨਾਂ 'ਤੇ ਕਿਰਪਾ ਹੁੰਦੀ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ। ਭਾਈ ਜਿਹੜਾ ਸਿੱਖ ਗੁਰੂ ਨਾਲ ਮਿਲ ਕੇ ਗੁਰਾਂ ਦੇ ਸਨਮੁਖ ਹੋਣਾ ਚਾਹੁੰਦਾ ਹੈ, ਜਿਹੜਾ ਕੋਈ ਸਿੱਖ ਸ਼ਰਧਾ ਨਾਲ ਗੁਰਾਂ ਦੇ ਸਨਮੁਖ ਹੋਣਾ ਚਾਹੁੰਦਾ ਹੈ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਆਹੋ ਰਹਿ ਗੁਰ ਨਾਲੇ। ਜਿਹੜਾ ਕੋਈ ਸਿੱਖ ਗੁਰਾਂ ਦੇ ਸਨਮੁਖ ਹੋਣਾ ਚਾਹੁੰਦਾ ਤਾਂ ਫਿਰ ਇਹ ਸਾਧਨ ਕਰੇ ਕਿ ਜੀਆਹ ਮਨ ਕਰਕੇ ਗੁਰਾਂ ਦੇ ਨਾਲ ਰਹਿਣਾ ਕਰੇ। ਕਿਵੇਂ ਜੀ? ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ। ਗੁਰਾਂ ਦੇ ਚਰਨ ਹਿਰਦੇ 'ਚ ਧਿਆਉਣਾ ਕਰੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਤੇ ਹਿਰਦੇ ਅੰਦਰ ਆਤਮੈ ਸੰਭਾਲੇ, ਸਵੈ ਸਰੂਪ ਦਾ ਚਿੰਤਨ ਕਰਦਾ ਰਹੇ। ਅੰਦਰ ਆਪਣੇ ਸਰੂਪ ਨੂੰ ਦੇਖੋ, ਦੀਨਾ ਨਹੀਂ ਕੌਲੀ, ਹੌਲੀ ਹੌਲੀ ਦੇਖ ਜੋ। ਪਹਿਲੇ ਦਿਨ ਤਾਂ ਨਹੀਂ ਦਿਖਣ ਲੱਗਿਆ ਤੈਨੂੰ, ਹੌਲੀ ਹੌਲੀ ਦੇਖ ਅੰਦਰ ਨੂੰ, ਹਿਰਦੇ ਧਿਆਨ ਕਰ, ਕਹਿ ਵਾਹਿਗੁਰੂ। ਅੰਦਰ ਹੀ ਹੈ ਸਰੂਪ ਆਪਣਾ, ਗਿਆਨ ਧਿਆਉਂਦਾ ਰਹਿ। ਅੰਦਰੋਂ ਇੱਕ ਨਾ ਇੱਕ ਦਿਨ ਤਾਂ ਦਿਖੂਗਾ ਹੀ, ਪ੍ਰਗਟ ਹੋਊਗਾ, ਜੋਤ ਦਿਖਣ ਲੱਗ ਜਾਂਦੀ ਅੰਦਰੋਂ। ਬਸ ਜਿੱਦਣ ਜੋਤ ਦੇਖ ਗਈ ਉਦਣ ਸਰੂਪ ਦਾ ਗਿਆਨ ਹੋ ਗਿਆ। ਸਵੈ ਸਰੂਪ ਦਾ ਚਿੰਤਨ ਤਾਂ ਕਰ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਆਪਾ ਭਾ ਹੰਕਾਰ ਛੱਡ ਕੇ ਸਦਾ ਗੁਰੂ ਦੇ ਪਰਣੈ ਆਸਰੇ ਰਹਿਣਾ ਕਰੇ। ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਆਪਣਾ ਆਸਰਾ ਨਾ ਜਾਣ। ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਇਸ ਕਰਕੇ ਕਿਉਂਕਿ ਸਾਰੇ ਔਂਕੜਾਂ ਤੋਂ ਬਚਾ ਕੇ, ਪਾਪਾਂ ਦੀ ਨਿਵਰਤੀ ਕਰਕੇ ਹਰ ਜਗ੍ਹਾ ਸਿੱਖ ਦੀ ਸਹਾਇਤਾ ਕਰਨ ਵਾਲਾ ਇੱਕੋ ਇੱਕ ਗੁਰੂ ਹੈ। ਇਸ ਵਾਸਤੇ ਸਿੱਖ ਦਾ ਫਰਜ਼ ਹੈ ਗੁਰਾਂ ਦੇ ਆਸਰੇ ਹੋ ਕੇ ਰਹਿਣਾ ਕਰੇ। ਜਿਵੇਂ ਗੁਰੂ ਅਰਜਨ ਦੇਵ ਨੇ ਫਰਮਾਇਆ ਨਾ, ਗੁਰ ਗੋਪਾਲ ਗੁਰ ਗੋਵਿੰਦਾ, ਗੁਰ ਦਇਆਲ ਸਦਾ ਬਖਸ਼ਿੰਦਾ, ਗੁਰ ਸਾਸਤ ਸਿਮਰਤ ਖਟ ਕਰਮਾ, ਗੁਰ ਪਵਿੱਤਰ ਅਸਥਾਨਾ ਹੈ। ਜਿਵੇਂ ਮਹਾਰਾਜ ਨੇ ਬਚਨ ਕਹੇ ਨੇ, ਸਾਰਾ ਸ਼ਬਦ ਪੜ੍ਹ ਕੇ ਦੇਖੋ, ਇਹ ਸੋਲਿਆਂ 'ਚ ਚੱਲ ਕੇ ਆਉਣਾ ਇਹ ਸ਼ਬਦ। ਸਾਰੇ ਗੁਰੂ ਦੀ ਉਪਮਾ ਕੀਤੀ ਹੈ ਸਾਰੇ ਸ਼ਬਦ ਦੇ ਵਿੱਚ। ਤਾਂ ਮਹਾਰਾਜ ਕਹਿੰਦੇ ਨੇ ਸਾਡੇ ਗੁਰੂ ਸਾਹਿਬ ਜੀ ਗੋਪਾਲ ਰੂਪ ਹੈ, ਅਤੇ ਸਾਡੇ ਸਤਿਗੁਰੂ ਗੋਬਿੰਦ ਸਰੂਪ ਹੈ। ਗੁਰੂ ਗੋਪਾਲ ਰੂਪ ਹੈ ਅਤੇ ਗੋਬਿੰਦ ਦੀ ਗੁਰੂ ਰੂਪ ਹੈ। ਗੁਰੂ ਆਪਣੇ ਸਿੱਖ ਦੀ ਗੋਪਾਲ ਹੁੰਦਾ, ਬੁੱਧੀ ਰੂਪ ਪ੍ਰਿਥਵੀ ਦੇ ਪਾਲਣਹਾਰ। ਬੜਾ ਮਹਾਰਾਜ ਨੇ ਉੱਥੇ ਬਚਨ ਕੀਤੇ। ਅੱਗੇ ਚੱਲ ਕੇ 1074 ਅੰਗ ਦੇ ਲਗਭਗ ਆਉਣਾ ਸ਼ਬਦ, ਫਿਰ ਸੁਣਾਂਗੇ ਸਾਰਾ। ਬਹੁਤ ਸੁੰਦਰ ਅਰਥ ਕੀਤੇ ਮਹਾਰਾਜ ਨੇ। ਪੜ੍ਹਨਾ ਆਪ ਪੜ੍ਹ ਲਓ ਭਾਈ। 174 ਅੰਗ ਤੇ ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। 920 ਅੰਗ ਤੇ ਫਰਮਾਉਂਦੇ ਐ ਸਤਿਗੁਰੂ ਮਹਾਰਾਜ, ਸੰਤੋ ਸੁਣੋ। ਫਿਰ ਉਹ ਸਿੱਖ ਗੁਰਾਂ ਦੇ ਸਨਮੁਖ ਹੁੰਦਾ, ਉਹ ਸਿੱਖ ਸਨਮੁਖ ਗੁਰਮੁਖ ਹੋ ਜਾਂਦਾ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਭਾਈ ਜਿਹੜਾ ਕੋਈ ਗੁਰੂ ਤੋਂ ਬੇਮੁਖ ਹੁੰਦਾ ਨਾ, ਇਹ ਗੱਲ ਜਾਣ ਲਓ ਵੀ ਉਹ ਬੰਦਾ ਸਤਿਗੁਰਾਂ ਤੋਂ ਬਿਨਾਂ ਹੋਰ ਤਾਂ ਕਿਤੇ ਮੁਕਤੀ ਨਹੀਂ ਪਾਉਂਦਾ। ਸਤਿਗੁਰ ਬਾਝੋਂ ਸੰਗਤ ਨਾ ਹੋਈ, ਬਿਨ ਸ਼ਬਦੇ ਪਾਰ ਨਾ ਪਾਏ ਕੋਈ। ਪੂਰਨ ਗੁਰਾਂ ਤੋਂ ਬਿਨਾਂ ਭਲੀ ਪ੍ਰਕਾਰ ਗਤ ਮੁਕਤੀ ਨਹੀਂ ਹੁੰਦੀ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਜਿਹੜਾ ਕੋਈ ਗੁਰਾਂ ਤੋਂ ਬੇਮੁਖ ਹੈ ਉਹ ਹੋਰ ਥਾਂ ਤੋਂ ਮੁਕਤੀ ਨਹੀਂ ਪਾਏਗਾ। ਬੇਸ਼ੱਕ ਵਿਵੇਕੀਆਂ ਹੁੰਦਾ, ਗਿਆਨਵਾਨਾਂ ਕੋਲੋਂ ਜਾ ਕੇ ਪੁੱਛ ਲਓ, ਉਹ ਇਹੀ ਕਹਿਣਗੇ ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰੂ ਮੁਕਤ ਨਾ ਪਾਏ। ਬੇਮੁਖ ਬੰਦੇ ਚਾਹੇ ਅਨੇਕ ਜੂਨੀਆਂ 'ਚ ਭਰਮ ਆਉਣ ਤਾਂ ਵੀ ਸਤਿਗੁਰੂ ਬਿਨਾਂ ਮੁਕਤੀ ਨਹੀਂ ਪਾਉਂਦਾ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ। ਗਿਆਨੀ ਧਿਆਨੀ ਪੁੱਛੋ ਕੋਈ, ਬਿਨ ਸਤਿਗੁਰ ਜੋ ਦੂਜਾ ਲਾਗੇ, ਆਪ ਹੈ ਜਾਹੇ ਭ੍ਰਮ ਮਰਹਾ ਭਾਗੇ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਜੇ ਫਿਰ ਗੁਰੂ ਦੀ ਚਰਨੀ ਆ ਲੱਗੇ ਤੇ ਸਤਿਗੁਰੂ ਦੇ ਪ੍ਰਸੰਨ ਹੋ ਕੇ ਇਸ ਜੀਵ ਨੂੰ ਉਪਦੇਸ਼ ਸੁਣਾਉਣ ਤਾਂ ਮੁਕਤੀ ਪਾਉਂਦਾ। ਮੂਲੇ ਖੱਤਰੀ ਵਾਂਗੂ
ਪਹਿਲੇ ਜਾਮੇ ਦਾ ਵਿਛੜਿਆ 10ਵੇਂ 'ਚ ਬਖਸ਼ਿਆ ਸੀ। ਕਈ ਸਤਜੁਗ ਦੇ ਵਿਛੜੇ ਬਖਸ਼ੇ ਆ, ਤ੍ਰੇਤੇ ਦੇ, ਦੁਆਪਰ ਦੇ, ਕਲਯੁਗ 'ਚ ਆ ਕੇ ਬਖਸ਼ੇ ਸਾਰੇ। ਫਿਰ ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸਰਣ ਗੁਰ ਆਵੈ। ਪਿਛਲੇ ਗੁਨਹ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਰ ਲਾਵੈ। ਨਾਨਕ ਤਿਨ ਕੀ ਫਿਰ ਗਤ ਹੋਵੇ, ਜੇ ਗੁਰਮੁਖ ਰਹਿ ਸਰਨਾਈ ਹੈ। ਤਾਂ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰੂ ਮੁਕਤ ਨਾ ਪਾਏ। ਮਹਾਰਾਜ ਕਥਨ ਕਰਦੇ, ਭਾਈ ਵਿਚਾਰ ਕੇ ਦੇਖ ਲਓ, ਭਾਵੇਂ ਸਾਰੇ ਜਣੇ ਵਿਚਾਰ ਕੇ ਦੇਖ ਲਓ ਕਿ ਸਤਿਗੁਰਾਂ ਤੋਂ ਬਿਨਾਂ ਕੋਈ ਬੰਦਾ ਮੁਕਤੀ ਪ੍ਰਾਪਤ ਕਰ ਹੀ ਨਹੀਂ ਸਕਦਾ। ਇਸ ਕਰਕੇ ਕੋਈ ਮੁਕਤੀ ਦੇ ਨਹੀਂ ਸਕਦਾ ਕਿਸੇ ਨੂੰ। ਤਾਂ ਮਹਾਰਾਜ ਨੇ ਬਹੁਤ ਪ੍ਰਮਾਣ ਦਿੱਤੇ ਨੇ, ਸੋਹਣੇ ਸੋਹਣੇ। ਗੁਰਬਾਣੀ ਦੇ ਅੰਦਰ ਕਿੰਨੇ ਪ੍ਰਮਾਣ ਨੇ। ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੁ ਸੱਚੀ ਬਾਣੀ। ਹੇ ਸਤਿਗੁਰਾਂ ਦੇ ਪਿਆਰਿਓ ਸਿੱਖੋ, ਆਓ ਆਪਸ ਵਿੱਚ ਰਲ ਕੇ ਸੱਚੀ ਬਾਣੀ ਗਾਓ। ਭਾਈ ਸੱਚੀ ਬਾਣੀ ਸਿਉ ਚਿਤ ਲਾਗੈ, ਆਵਣ ਜਾਣ ਰਹਾਏ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਾਣੀ ਤਾਂ ਗੁਰਾਂ ਦੀ ਗਾਉਣਾ ਕਰੋ, ਜੋ ਬਾਣੀਆਂ ਦੀ ਸਿਰ ਸ਼੍ਰੋਮਣੀ ਬਾਣੀ ਹੈ। ਸਾਰਿਆਂ ਨਾਲੋਂ ਉੱਚੀ ਬਾਣੀ ਗੁਰੂ ਕੀ ਹੈ। ਬਾਕੀ ਲੋਕਾਂ ਨੇ ਬਥੇਰੇ ਗ੍ਰੰਥ ਰਚ ਕੇ ਮੁਕਾਬਲੇ ਕਰਨ ਦੇ ਯਤਨ ਕੀਤੇ ਨੇ, ਉਹ ਕੋਈ ਹੈ ਬਰਾਬਰ ਪਹੁੰਚ ਸਕਦਾ। ਇਸ ਕਰਕੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਜਿਨ੍ਹਾਂ ਉੱਤੇ ਨਦਰ ਹੁੰਦਾ, ਨਦਰੀ ਪ੍ਰਮਾਤਮਾ ਦੀ ਬਖਸ਼ਿਸ਼ ਤੇ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ। ਇਹ ਗੁਰਬਾਣੀ ਉਹਨਾਂ ਦੇ ਹਿਰਦੇ ਸਮਾਉਂਦੀ ਹੈ ਅਤੇ ਉਹ ਤਦਰੂਪ ਹੋ ਕੇ ਗੁਰਬਾਣੀ ਦਾ ਹੀ ਰਸ ਮਾਣਦੇ ਰਹਿੰਦੇ ਨੇ। ਪੀਵਹੁ ਅੰਮ੍ਰਿਤ ਸਦਾ ਰਹਹੁ, ਹਰ ਰੰਗ ਜਪਿਆਹੁ ਸਾਰਿੰਗ ਪਾਣੀ। ਗੁਰਬਾਣੀ ਦੇ ਆਸਰੇ ਹੋ ਕੇ ਨਾਮ ਅੰਮ੍ਰਿਤ ਨੂੰ ਪੀਵੋ ਤੇ ਸਦਾ ਹਰੀ ਦੇ ਰੰਗ ਹੁੰਦਾ, ਆਨੰਦ 'ਚ ਰਹੋ। ਹਮੇਸ਼ਾ ਸਾਰਿੰਗ ਪਾਣੀ ਹੁੰਦਾ, ਪਰਮੇਸ਼ਰ ਦਾ ਨਾਮ ਹੈ ਇਹ। ਪਰਮੇਸ਼ਰ ਨੂੰ ਜਪਦੇ ਰਹੋ। ਸਾਰਿੰਗ ਜਿਵੇਂ ਬਬੀਹਾ ਪਾਣੀ ਨੂੰ ਪ੍ਰਿਓ 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 ਕਰਕੇ ਜਪਦਾ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਕਹਿ ਨਾਨਕ ਸਦਾ ਗਾਵਹੁ, ਇਹ ਸੱਚੀ ਬਾਣੀ। ਮਹਾਰਾਜ ਕਥਨ ਕਰਦੇ, ਭਾਈ ਇਹ ਸੱਚੀ ਗੁਰਬਾਣੀ ਨੂੰ ਸਦਾ ਗਾਉਂਦੇ ਰਹੋ। ਸ਼ਬਦ ਬਾਣੀ ਦੇ ਸੁਣਨ ਕਰਕੇ ਬੰਦਾ ਮੌਤ ਤੋਂ ਬਚ ਜਾਂਦਾ ਹੈ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਸਤਿਗੁਰਾਂ ਦੀ ਬਾਣੀ ਤੋਂ ਬਿਨਾ ਹੋਰ ਸਭ ਬਾਣੀ ਕੱਚੀ ਹੈ, ਕਿਉਂਕਿ ਬਾਣੀ ਈਸ਼ਵਰ ਰਚਿਤ ਹੈ। ਬਾਕੀ ਜਿਹੜੀਆਂ ਬੰਦਿਆਂ ਨੇ ਬਣਾਈਆਂ ਹੋਈਆਂ ਨੇ। ਆਓ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਸਤ ਹੁੰਦਾ ਤ੍ਰੈ ਕਾਲ ਆਬਾਦ, ਗੁਰੂ ਜੋ ਪੂਜਨੀਕ ਚੇਤਨ ਜੋ ਪਰਮੇਸ਼ਰ ਹੈ। ਉਹਦੇ ਨਾਮ ਤੋਂ ਬਿਨਾ ਹੋਰ ਸਭ ਬਾਣੀ ਕੱਚੀ ਹੈ। ਬਾਣੀ ਤਾਂ ਕੱਚੀ ਸਤਿਗੁਰੂ ਬਾਝਹੁ, ਹੋਰ ਕੱਚੀ ਬਾਣੀ। ਸਤਿਗੁਰੂ ਤੋਂ ਬਿਨਾ ਹੋਰ ਤਾਂ ਸਭ ਬਾਣੀ ਕੱਚੀ ਹੈ। ਸੱਚਮੁੱਚ ਹੋਰ ਸਭ ਬਾਣੀ ਕੱਚੀ ਹੈ, ਕਿਉਂਕਿ ਕਮਾਈ ਵਾਲਿਆਂ ਨੇ ਕਥਨ ਨਹੀਂ ਕੀਤੀ ਹੋਈ। ਸੋ ਇਸ ਕਰਕੇ ਗੁਰਾਂ ਨੇ ਪਹਿਲੇ ਆਪ ਕਮਾਈ ਕਰਕੇ, ਆਪਣੇ ਆਪ ਨੂੰ ਸਾਧਨਾ ਨਾਲ ਘੜ ਕੇ, ਜਪ ਤਪ ਕਰਕੇ, ਸੇਵਾ ਦੀ ਕਮਾਈ ਘਾਲ ਕੇ, ਅੰਮ੍ਰਿਤ ਵੇਲੇ ਨਾਮ ਜਪ ਕੇ, ਸਤ ਸੰਤੋਖ 'ਚ ਰਹਿ ਕੇ, ਫਿਰ ਪਰਮੇਸ਼ਰ ਦੇ ਭਾਣੇ 'ਤੇ ਅਟਲ ਨਿਸ਼ਚਾ ਰੱਖਦਿਆਂ ਹੋਇਆਂ ਆਪਣੇ ਆਪ ਨੂੰ ਕੰਚਨ ਵਰਗਾ ਸ਼ੁੱਧ ਕਰਕੇ ਬਾਣੀ ਉਚਾਰੀ ਹੈ। ਇਸ ਕਰਕੇ ਗੁਰਾਂ ਦੀ ਬਾਣੀ ਜਿਹੜੀ ਹੈ ਸੱਚੀ ਹੈ। ਅਤੇ ਇਹ ਬਾਣੀ ਨੂੰ ਅੱਗੇ ਮਹਾਂਪੁਰਖਾਂ ਨੇ ਮਿਹਨਤਾਂ ਕੀਤੀਆਂ, ਬ੍ਰਹਮ ਗਿਆਨ 'ਚ ਹੋ ਗਏ। ਪਹਿਲਾਂ ਲੋਕ ਬਹੁਤ ਵਿਗੜੇ ਹੋਏ ਸੀ ਜਦੋਂ ਉਹਨਾਂ ਨੇ ਧਾਰਨਾ ਸ਼ੁਰੂ ਕੀਤੀਆਂ। ਬਾਬਾ ਆਤਰ ਸਿੰਘ ਮਸਤੂਆਣੇ ਵਾਲਿਆਂ ਨੇ ਪਹਿਲਾਂ ਵੀ ਆਪਾਂ ਕਥਾ 'ਚ ਦੱਸਿਆ ਸੀ ਨਾ, ਪਿੰਡ ਦੇ ਮੁੰਡੇ ਰਾਤ ਨੂੰ 12-1 ਵਜੇ ਤੱਕ ਢੋਲਕੀਆਂ ਲੈ ਕੇ ਅਤੇ ਸੋ ਵੱਡਾ ਢੋਲ ਲੈ ਕੇ ਭੰਗੜੇ ਵਾਲਾ ਨਾਲ ਨੱਚਣਾ, ਨਾਲੇ ਬੋਲੀਆਂ ਗੰਦੀਆਂ ਬਹੁਤ ਬੋਲੀਆਂ ਪਾਉਂਦੇ ਸੀ। ਮਾਵਾਂ ਭੈਣਾਂ 'ਤੇ ਮਾੜਾ ਅਸਰ ਪਾਉਣਾ। ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ ਟਿੱਬੇ 'ਤੇ ਬਹਿ ਕੇ ਸਮਾਧੀ ਲਾਈ ਹੁੰਦੀ ਸੀ ਜਦੋਂ, ਤਾਂ ਫਿਰ ਡਿਸਟਰਬ ਹੁੰਦੇ ਸੀ ਬੜੇ, ਕਿ ਬੰਦਗੀ ਕਰਦੇ ਸੀ। ਉਹ ਆਪ ਤਾਂ ਬੰਦਗੀ ਕਰਦੇ ਸੀ ਨਾ। 250 ਜਪਜੀ ਸਾਹਿਬ ਕਰਨਾ ਰੋਜ਼, ਘੰਟਾ ਕੁ ਸੌਂਦੇ ਹੁੰਦੇ ਸੀ ਬਸ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਜਿਵੇਂ 11 ਵਜੇ ਤੋਂ 12 ਵਜੇ ਤੱਕ ਹੀ ਸੌਂਦੇ ਸੀ ਬਸ, ਸਰੀਰ ਨੂੰ ਮਾੜਾ ਜਿਹਾ ਵਿਸ਼ਰਾਮ ਦੇਣਾ। ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ ਵੀ ਬਸ ਘੰਟਾ ਕੁ ਆਰਾਮ ਕਰਕੇ ਫਿਰ ਜਪਜੀ ਸਾਹਿਬ ਪੜ੍ਹਨਾ। ਉਹ ਪਿੰਡਾਂ ਦੇ ਜਿਹੜੇ ਮੁੰਡੇ ਸੀ ਮੰਚਲੇ ਜੇ, ਉਹਨਾਂ ਨੇ ਬੜੇ ਗੰਦੇ ਗੰਦੇ ਆ ਕੇ ਉੱਥੇ ਗੀਤ ਗਾਉਣੇ, ਧਾਰਨਾ ਜੀਆਂ। ਉਹ ਸੀ ਤਾਂ ਉਹ ਧਾਰਨਾ ਦੂਜੀਆਂ, ਉਹ ਕੱਚੀ ਬਾਣੀ ਪੜ੍ਹਦੇ ਸੀ ਅਸਲ 'ਚ ਮੁੰਡੇ। ਮਹਾਂਪੁਰਖ ਉਹਨਾਂ ਦੇ ਕੋਲ ਗਏ ਉੱਠ ਕੇ ਇੱਕ ਦਿਨ ਰਾਤ ਨੂੰ, ਕਹਿੰਦੇ ਭਾਈ ਬੱਚਿਓ ਤੁਸੀਂ ਇਹ ਜਿਹੜਾ ਆਪਣਾ ਕਰਦੇ ਹੋ ਰਾਗ ਰੰਗ ਜਿਹਾ, ਪਿੰਡ ਦੇ ਪਰਲੇ ਪਾਸੇ ਕਰ ਲਓ, ਸਾਡੇ ਖੱਲਰ ਪੈਂਦਾ, ਵਿਘਨ ਪੈਂਦਾ ਭਗਤੀ 'ਚ।
ਮਾਲਵੇ ਦੇ ਲੋਕ ਸਮਝਾਉਣੇ ਬਹੁਤ ਔਖੇ ਆ। ਉਹ ਕਹਿੰਦੇ ਦੇਖ ਵੀ ਬਾਬਾ, ਜਾਂ ਤਾਂ ਸਾਡੇ ਨਾਲ ਰਲ ਜਾ ਜਾਂ ਸਾਨੂੰ ਆਪਣੇ ਨਾਲ ਰਲਾ ਲਾ। ਇੱਕ ਮੁੰਡਾ ਕਹਿੰਦਾ, ਬਾਬਾ ਕਹਿੰਦਾ ਚੰਗਾ ਲਿਆਓ ਫਿਰ ਢੋਲਕੀ ਤੇ ਛੈਣੇ ਆ ਬੈਠੋ ਇੱਥੇ। ਮਹਾਂਪੁਰਖਾਂ ਨੇ ਫਿਰ ਧਾਰਨਾ ਲਾਈ ਉੱਚੀ ਉੱਚੀ ਆਵਾਜ਼, ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀਏ, ਤਿਲ ਤਿਲ ਕੱਟੀ ਜਾਵੇਂਗੀ। ਰਸਨਾ ਜਪੀਏ, ਜੇ ਰਸਨਾ ਦੇ ਨਾਲ ਨਾਮ ਨਾ ਜਪੀਏ ਫਿਰ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਹਰਿ ਹਾਂ ਜਪ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਐ। ਹੁਣ ਜਿਹੜੇ ਮੁੰਡੇ ਨੇ ਕਦੇ ਸੁਣੀ ਨਹੀਂ ਬਾਣੀ, ਉਹ ਮੁੰਡੇ ਨੂੰ ਫਿਰ ਅਰਥ ਕਰਕੇ ਫਿਰ ਉਹ ਅਰਥਾਂ ਦਾ ਗਾਇਨ ਜਦੋਂ ਕੀਤਾ, ਬਹੁਤ ਕਮਾਈ ਵਾਲੀ ਰੂਹ ਨੇ ਉਸ ਜ਼ੁਬਾਨ ਨਾਲ ਜਦੋਂ ਬਰਾਗਮਈ ਤੀਰ ਮਾਰਿਆ, ਸਾਰੇ ਮੁੰਡੇ ਹੀ ਬਦਲ ਦਿੱਤੇ, ਨਾਲ ਹੀ ਬਦਲ ਗਿਆ, ਜਥਾ ਹੀ ਬਣ ਗਿਆ ਬਾਬਿਆਂ ਦਾ। ਸਾਰੇ ਹੀ ਸੁੰਨ ਹੋ ਗਏ, ਸਾਰੀ ਰਾਤ ਧਾਰਨਾ ਲਵਾਈ ਗਏ। ਐਸਾ ਮਨ ਤੇ ਅਸਰ ਹੋਇਆ, ਸਾਰਿਆਂ ਨੇ ਅੰਮ੍ਰਿਤ ਛਕ ਲਿਆ। ਸਾਰੇ ਹੀ ਮਹਾਂਪੁਰਖਾਂ ਕੋਲ ਆ ਗਏ, ਮਹਾਰਾਜ ਜੀ ਸਾਨੂੰ ਤਾਂ ਹੋਰ ਸੁਣਾਓ। ਉਹ ਭਾਈ ਹੌਲੀ ਹੌਲੀ ਇੱਥੋਂ ਸਟਾਰਟਿੰਗ ਹੁੰਦੀ ਹੈ, ਫਿਰ ਹੌਲੀ ਹੌਲੀ ਗੁਰਬਾਣੀ ਦਾ ਉਪਦੇਸ਼ ਹੋ ਹੀ ਜਾਂਦਾ, ਫਿਰ ਪ੍ਰਚਾਰ ਹੋ ਜਾਂਦਾ। ਜਾਂ ਤਾਂ ਹੁਣ ਨਾ ਵੀ ਉਹ ਕੋਈ ਨਕਲੀ ਗੁਰੂ ਨੇ ਜਾਂ ਆਪਣੇ ਵੱਲ ਲਾਉਂਦੇ ਨੇ, ਇਸ ਕਰਕੇ ਉਹ ਤਾਂ ਇਸ ਢੰਗ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਹੌਲੀ ਹੌਲੀ ਜੋੜਦੇ ਆ, ਅੰਮ੍ਰਿਤ ਛਕਾਉਂਦੇ ਨੇ, ਬਾਣੀ ਪੜ੍ਹਨ ਲਾਉਂਦੇ ਨੇ, ਅਭਿਆਸ ਕਰਾਉਂਦੇ ਨੇ। ਇਸ ਤਰ੍ਹਾਂ ਹੈ, ਇਹ ਚੀਜ਼ਾਂ ਸਾਰੀਆਂ ਵਿਚਾਰਨਯੋਗ ਹੁੰਦੀਆਂ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਨੂੰ ਕੱਚੀ ਬਾਣੀ ਨਹੀਂ ਆਪਾਂ ਕਹਿਣਾ। ਆ ਤਾਂ ਹੁਣ ਜਿਹੜੀ ਕਥਾ ਕਰਦੇ ਆ ਇਹਨੂੰ ਵੀ ਕਹਿੰਦੇ ਕੱਚੀ ਬਾਣੀ ਹੈ। ਫਿਰ ਕਈ ਜਾਣੇ ਕਹਿੰਦੇ ਕਥਾ ਹੀ ਨਾ ਸੁਣੋ, ਕਿਉਂਕਿ ਕਥਾ ਕੱਚੀ ਬਾਣੀ ਆ ਕੇ ਕਹਿੰਦੇ ਸਿਰਫ ਬਾਣੀ ਹੀ ਪੜ੍ਹੋ, ਬਸ ਬਾਣੀ ਦੇ ਕੀਰਤਨ ਕਰਨਾ। ਇਹ ਨਹੀਂ ਗੱਲ ਹੁੰਦੀ, ਬਾਹਲਾ ਕੱਟੜ ਨਹੀਂ ਬਣੀਦਾ। ਫਿਰ ਇੱਦਾਂ ਕਰਨ ਨਾਲ ਗਾਹਾਂ ਜਿਹਨੂੰ ਆਪਾਂ ਜੋੜਨਾ, ਉਹ ਕੱਚੇ ਨੇ ਜਿਹੜੇ ਕਹਿੰਦੇ ਕੱਚੇ ਸੁਣਦੇ ਕੱਚੇ, ਗਾਹਾਂ ਦੱਸਦੇ ਨੇ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹੋਰ ਬਾਣੀ ਦੇ ਕਹਿਣ ਵਾਲੇ, ਭਾਵ ਪੜ੍ਹਨ ਵਾਲੇ ਬੰਦੇ ਕੱਚੇ ਨੇ ਤੇ ਸੁਣਨ ਵਾਲੇ ਵੀ ਕੱਚੇ, ਕਿਉਂਕਿ ਉਹ ਬਾਣੀ ਕੱਚੀ ਹੁੰਦਾ। ਕੱਚਿਆਂ ਨੇ ਭਾਵ ਧਾਰਨਾ ਤੋਂ ਬਿਨਾਂ ਜਿਨ੍ਹਾਂ ਨੇ ਕਮਾਈ ਨਹੀਂ ਕੀਤੀ, ਉਹਨਾਂ ਨੇ ਆਖ ਕੇ ਵਰਣਨ ਕੀਤੀ ਹੈ। ਮਾਨੁ ਕਥਾ ਕਥ ਲੋਕ ਸੁਣਾਵੈ, ਜੋ ਬੋਲੈ ਸੋ ਨਾ ਵਿਚਾਰੇ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਉਹ ਨਾਮ ਅਭਿਆਸੀ ਨਹੀਂ ਹਨ, ਪਰ ਲੋਕਾਂ ਨੂੰ ਦਿਖਾਉਣ ਵਾਸਤੇ ਐਵੇਂ ਕਥਨੀ ਮਾਤਰ ਜੀਵ ਦੇ ਨਾਲ ਰੋਜ਼ ਹਰ ਹਰ ਉਚਾਰਨਾ ਕਰਦੇ ਨੇ। ਉਹਨਾਂ ਨੇ ਬਾਣੀ ਵਿੱਚ ਜੋ ਕੁਝ ਕਿਹਾ ਉਹਨੂੰ ਆਪ ਤਾਂ ਕੁਝ ਜਾਣਦੇ ਸਮਝਦੇ ਨਹੀਂ, ਤੇ ਬਰੋਬਰੀ ਕਰਦੇ ਵੱਡਿਆਂ ਦੀ। ਪਰ ਬਰੋਬਰੀ ਕਰਨ ਵਾਲੇ ਜਿਹੜੇ ਨੇ ਉਹ ਬੰਦੇ ਕੱਚੇ ਪਿੱਲੇ ਨੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਸਤਿਗੁਰ ਕੀ ਰੀਸੈ ਹੋਰ ਕੱਚ ਵਿੱਚ ਬੋਲਦੇ ਸੇ, ਕੂੜਿਆਰ ਕੂੜੇ ਝੜ ਪੜੀਐ। ਉਹਨਾਂ ਅੰਦਰ ਹੋਰ ਮੁਖ ਹੋਰ ਹੈ, ਬਿਖ ਮਾਇਆ ਨੂੰ ਝਗ ਮਰਦੇ ਕੜੀਐ। ਹੁਣ ਇਹ ਗੱਲ ਹੈ ਵੀ ਸਮਾਂ ਜਿਹੜੇ ਹੁਣ ਥੋੜ੍ਹਾ ਬਹੁਤ ਕਰਕੇ ਉਦਮ ਕਰਕੇ ਜਿਵੇਂ ਵੀ ਕੋਈ ਜੁੜਦਾ, ਜੇ ਕੋਈ ਜੋੜਦਾ ਗੁਰੂ ਗ੍ਰੰਥ ਸਾਹਿਬ ਨਾਲ, ਅੰਮ੍ਰਿਤ ਛਕਾਉਂਦਾ, ਬਾਣੀ ਪੜ੍ਹਾਉਂਦਾ, ਉਹਨੂੰ ਹਟਾਓ ਨਾ, ਕਿਉਂਕਿ ਨਕਲੀ ਗੁਰੂਆਂ ਦਾ ਜ਼ੋਰ ਬਹੁਤ ਜ਼ਿਆਦਾ ਆ। ਫਿਰ ਅਗਲਾ ਨਹੀਂ ਟੁੱਟ ਕੇ ਉੱਧਰ ਚਲੇ ਜਾਊਗਾ। ਹੌਲੀ ਹੌਲੀ ਕਰਕੇ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਮਹਾਂਪੁਰਖਾਂ ਸਾਰਿਆਂ ਨੂੰ ਵੀ ਬੇਨਤੀ ਕਰਦੇ, ਹੁਣ ਥੋੜ੍ਹਾ ਤਰੀਕਾ ਬਦਲ ਲਓ ਆਪਣਾ। ਇਸ ਤਰ੍ਹਾਂ ਬਦਲ ਵੀ ਲੈਣਗੇ ਜੇ ਬੇਨਤੀ ਕਰਾਂਗੇ। ਜੇ ਹਲਿਆ ਹਲਿਆ ਕਰਾਂਗੇ, ਰੌਲਾ ਪਾਵਾਂਗੇ, ਲੜਾਂਗੇ, ਝਗੜਾਂਗੇ, ਉਹ ਨਹੀਂ ਚੰਗਾ। ਗੁਰਸਿੱਖ ਮਿਲ ਕੇ ਪਿਆਰ ਨਾਲ ਆਪੇ ਬਹਿ ਕੇ ਪਿਆਰ ਪੂਰਵਕ ਵਿਚਾਰ ਕਰੀਦੀ ਹੁੰਦੀ ਹੈ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਨ ਪਏ ਰਵਾਣੀ। ਜਿਨ੍ਹਾਂ ਦਾ ਦਿਲ ਮਾਇਆ ਨੇ ਹਿਰ ਲਿਆ, ਚੁਰਾ ਲਿਆ, ਖੋਹ ਲਿਆ, ਖਿੱਚ ਲਿਆ, ਉਹ ਰਵਾਣੀ ਹੁੰਦਾ। ਪਾਉਣ ਦੇ ਬੁੱਲਿਆਂ ਵਾਂਗੂ ਵਿਅਰਥ ਬਚਨਾਂ ਦੇ ਬੋਲਣ 'ਚ ਪਏ ਹੋਏ ਨੇ। ਕਹਿ ਨਾਨਕ ਸਤਿਗੁਰੂ ਬਾਝਹੁ, ਹੋਰ ਕੱਚੀ ਹੈ ਬਾਣੀ। ਮਹਾਰਾਜ ਫਰਮਾਏ ਭਾਈ ਸਤਿਗੁਰਾਂ ਦੀ ਬਾਣੀ ਤੋਂ ਬਿਨਾਂ ਹੋਰ ਸਭ ਬਾਣੀਆਂ ਕੱਚੀਆਂ ਨੇ। ਗੱਲ ਤਾਂ ਜਿਹਨੇ ਹੋਰ ਕੱਚਿਆਂ ਨੇ ਬਹੁਤ ਰਚੀ ਹੈ, ਬੜੇ ਬੜੇ ਗ੍ਰੰਥ ਰਚੇ। ਇੱਕ ਕੋਈ ਪਟਿਆਲੇ ਮੇਰੇ ਕੋਲ ਲੈ ਕੇ ਆ ਕੇ, ਮੈਂ ਕਿਹਾ ਇਹ ਕੀ ਆ? ਉਹਦੇ ਉੱਤੇ ਲਿਖਿਆ ਗ੍ਰੰਥਾ ਸਾਹਿਬ, ਵੱਡਾ ਸਾਰਾ ਗ੍ਰੰਥ ਸੀ। ਮੈਂ ਕਿਹਾ ਇਹ ਕੀ ਆ? ਕਹਿੰਦਾ ਇਹ ਪਤਾ ਨਹੀਂ, ਸਾਡੇ ਬਜ਼ੁਰਗ ਛੱਡ ਗਏ, ਇਹ ਪਤਾ ਨਹੀਂ ਕਿਹੜਿਆਂ ਸਾਧੂਆਂ ਦਾ ਲਿਖਿਆ ਹੋਇਆ। ਮੈਂ ਸਾਰਾ ਦੇਖਿਆ, ਮੈਂ ਕਿਹਾ ਜੇ ਨਾਮ ਦੀ ਤਾਂ ਕੋਈ ਗੱਲ ਨਹੀਂ ਕੀ ਆ, ਆਪਣਾ ਲੈ ਜਾ ਵਾਪਸ। ਇਸ ਕਰਕੇ ਉਹ ਜਿਹੜੇ ਕੱਚੀ ਬਾਣੀ ਲਿਖਣ ਵਾਲੇ ਉਹ ਹੋਰ ਹੁੰਦੇ ਨੇ। ਮਹਾਰਾਜ ਕਹਿੰਦੇ ਨੇ ਵੀ ਭਾਈ ਸਤਿਗੁਰਾਂ ਦੀ ਬਾਣੀ ਤੋਂ ਬਿਨਾਂ ਹੋਰ ਸਭ ਬਾਣੀ ਕੱਚੀ ਹੈ। ਕਹਿ ਨਾਨਕ ਸਤਿਗੁਰੂ ਬਾਝਹੁ, ਹੋਰ ਕੱਚੀ ਹੈ ਬਾਣੀ। ਜੇਠੂ ਵਾਲੀਆ ਵੀ ਲਿਖਣ ਲੱਗਿਆ ਸੀ, ਅਗੇ 9 ਮਣ ਦਾ ਗ੍ਰੰਥ ਲਿਖਣਾ। ਉਹ 2 ਕੁੜੀਆਂ ਸੀ BA ਪੜ੍ਹੀਆਂ ਹੋਈਆਂ, ਉਹ ਨਾਲ ਲਾ ਲੀਆਂ। ਆਖੇ 2 ਕਵੀ ਜੇ ਲੈ ਲਏ ਉੱਥੋਂ। ਜਿਉਂ ਲੱਗਿਆ ਲਿਖਣ, ਮੁੜ ਕੇ ਕਾਰ ਵੱਜੀ ਟਾਹਲੀ 'ਚ, ਫਿਰ ਤੁਰਦਾ ਬਣਿਆ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਗੁਰਾਂ ਦਾ ਉਪਦੇਸ਼ ਗਹਿਣਾ ਹੈ, ਗਹਿਣਾ।
ਜਿਸ ਗੁਰ ਉਪਦੇਸ਼ ਰੂਪ ਗਹਿਣੇ ਵਿੱਚ ਹੀਰੇ, ਨਾਮ ਅਤੇ ਰਤਨ ਹੁੰਦਾ, ਵਿਰਾਗ ਆਦਿਕ ਸ਼ੁਭ ਗੁਣ ਜੜਤਕਾਰੀ ਨੇ। ਗੁਰਾਂ ਦਾ ਸ਼ਬਦ ਰਤਨ ਰੂਪ ਹੈ, ਜਿਸ ਵਿੱਚ ਨਾਮਾ ਰੂਪੀ ਹੀਰੇ ਜੜਤਕਾਰੀ ਨੇ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਜਿਸ ਵੇਲੇ ਰਤਨ ਰੂਪ ਗੁਰ ਉਪਦੇਸ਼ 'ਚ ਮਨ ਲੱਗਿਆ, ਉਸ ਵੇਲੇ ਇਹੋ ਇਹ ਜੀਵ ਦਾ ਬ੍ਰਹਮ ਦੇ ਵਿੱਚ ਸਮਾਉਣਾ ਹੋਇਆ। ਇਹੋ ਇਸ ਜੀਵ ਨੂੰ ਬੜਾ ਭਾਰੀ ਸਮਾਓ ਹੁੰਦਾ, ਸਮਾੜਾ ਭਾਵ ਆਨੰਦ ਪ੍ਰਾਪਤ ਹੋਇਆ ਗੁਰਾਂ ਦੀ ਕਿਰਪਾ ਨਾਲ। ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਉ। ਸੋ ਜਿਸ ਦਾ ਗੁਰਾਂ ਦੇ ਉਪਦੇਸ਼ ਨਾਲ ਮਨ ਮਿਲਿਆ, ਉਹਨੇ ਸੱਚੇ ਪਰਮਾਤਮਾ ਦੇ ਵਿੱਚ ਭਾਉ ਹੁੰਦਾ, ਪ੍ਰੇਮ ਲਾਇਆ ਹੈ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਜਿਹਨੂੰ ਪਰਮਾਤਮਾ ਆਪ ਸਮਝਾ ਦਿੰਦਾ, ਉਹ ਇਉਂ ਨਿਸ਼ਚੈ ਕਰਦਾ ਕਿ ਉਹ ਆਪ ਹੀ ਹੀਰਾ ਰੂਪ ਹੈ ਵਾਹਿਗੁਰੂ, ਤੇ ਆਪ ਹੀ ਰਤਨ ਰੂਪ ਹੈ। ਉਹ ਬੰਦੇ ਨੂੰ ਫਿਰ ਸਮਝ ਪੈ ਜਾਂਦੀ ਹੈ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਤਿਗੁਰੂ ਕਥਨ ਕਰਦੇ ਪਿਆਰਿਓ, ਗੁਰਾਂ ਦਾ ਸ਼ਬਦ ਰਤਨ ਰੂਪ ਹੈ, ਜਿਸ ਵਿੱਚ ਨਾਮਾ ਰੂਪ ਹੀਰੇ ਜੜਤਕਾਰੀ ਨੇ, ਜੜੇ ਹੋਏ ਨੇ। ਸੇਵ ਸਖਤ ਆਪ ਉਪਾਏ ਕੈ, ਕਰਤਾ ਆਪੇ ਹੁਕਮ ਵਰਤਾਏ। ਇਹ ਭਾਈ ਉਹ ਜੋ ਸਿਵ ਹੁੰਦਾ ਨਾ, ਕਲਿਆਣ ਰੂਪ ਪਰਮਾਤਮਾ ਹੈ। ਸ਼ਕਤੀ ਤੋਂ ਭਾਵ ਹੈ ਮਾਇਆ। ਸਿਵ ਸਖਤ ਆਪ ਉਪਾਏ ਕੈ, ਕਰਤਾ ਆਪੇ ਹੁਕਮ ਵਰਤਾਏ। ਕਰਤਾ ਪੁਰਖ ਮਾਇਆ ਦੇ ਦੁਆਰਾ ਆਪ ਜਗਤ ਨੂੰ ਪੈਦਾ ਕਰਕੇ ਫਿਰ ਕਰਤਾ ਪੁਰਖ ਵਾਹਿਗੁਰੂ ਉਹਨਾਂ ਉੱਤੇ ਆਪ ਹੀ ਹੁਕਮ ਵਰਤਾਉਂਦਾ। ਜਿਵੇਂ ਸਤਿਗੁਰੂ ਮਹਾਰਾਜ ਨੇ ਫਰਮਾਇਆ ਪਾਵਨ ਬਚਨ, ਹੁਕਮੇ ਆਇਆ ਹੁਕਮ ਸਮਾਇਆ। ਹੁਕਮੇ ਦੀਸੈ ਜਗਤ ਉਪਾਇਆ, ਹੁਕਮੇ ਸੁਰਗ ਮਛ ਪਿਆਲਾ, ਹੁਕਮੇ ਕਲਾ ਰਹਾਇੰਦਾ। ਇਹ ਸਾਰਾ ਕੁਝ ਹੁਕਮ ਦੇ ਅੰਦਰ ਸਾਰੀ ਖੇਡ ਵਰਤ ਰਹੀ ਹੈ। ਹੁਕਮ ਦੇ ਵਿੱਚ ਮਾਇਆ ਨੂੰ ਬਣਾਇਆ, ਫਿਰ ਇਹਦੇ ਰਾਹੀਂ ਸਾਰਾ ਕਰਮ ਕਰਵਾਇਆ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਉਹ ਆਪ ਹੁਕਮ ਵਰਤਾਉਂਦਾ ਹੈ ਅਤੇ ਆਪ ਹੀ ਜੀਵਾਂ ਦੇ ਕਰਮ ਜਿਹੜੇ ਆ ਉਹਨਾਂ ਨੂੰ ਵੇਖਦਾ। ਆਪ ਹੀ ਕਿਸੇ ਵਿਰਲੇ ਗੁਰਮੁਖ ਨੂੰ ਆਪਣਾ ਹੁਕਮ ਫਿਰ ਸਮਝਾਉਂਦਾ। ਹੁਕਮ ਵਰਤਾਏ ਆਪ ਵੇਖੈ, ਹੁਕਮ ਨੂੰ ਵਰਤਾ ਕੇ ਆਪ ਹੀ ਜੀਵਾਂ ਦੇ ਹਰ ਪ੍ਰਕਾਰ ਦੇ ਕਰਮ ਨੂੰ ਦੇਖਦਾ, ਭਾਵ ਉਹਨਾਂ ਦੀ ਨਿਗਰਾਨੀ ਕਰਦਾ। ਪਰ ਆਪ ਕਿਸੇ ਵਿਰਲੇ ਗੁਰਮੁਖ ਨੂੰ ਆਪਣਾ ਹੁਕਮ ਸਮਝਾਉਂਦਾ। ਹੁਕਮ ਦੇ ਵਿੱਚ ਚੱਲਣਾ ਹੈ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਦੀ ਸਮਝ ਨਹੀਂ ਆਉਂਦੀ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਇ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਜੋ ਗੁਰਮੁਖ ਗੁਰ ਸ਼ਬਦ ਨੂੰ ਮਨ 'ਚ ਵਸਾਉਂਦਾ, ਉਹ ਸੰਸਾਰਕ ਹਉਮੈ ਦੇ ਅਤੇ ਜਨਮ ਮਰਨ ਦੇ ਜਿਹੜੇ ਬੰਧਨ ਹੈ ਉਹਨਾਂ ਨੂੰ ਤੋੜ ਕੇ ਬੰਧਨਾਂ ਤੋਂ ਮੁਕਤ ਰੂਪ ਹੋ ਜਾਂਦਾ। ਹੁਣ ਆਪਾਂ ਨੂੰ ਕਿੰਨੇ ਬੰਧਨ ਪਏ ਹੁੰਦੇ ਨੇ ਸੰਸਾਰ ਦੇ, ਪਰ ਜਿਨ੍ਹਾਂ ਉੱਤੇ ਕਿਰਪਾ ਕਰ ਦਿੰਦਾ ਉਹਨਾਂ ਨੂੰ ਆਪੇ ਹੀ ਹੌਲੀ ਹੌਲੀ ਬੰਧਨਾਂ ਦੇ ਵਿੱਚੋਂ ਬਾਹਰ ਕੱਢ ਲੈਂਦਾ। ਗੁਰਮੁਖ ਜਿਸ ਨੂੰ ਆਪ ਕਰੇ, ਸੋ ਹੋਵੈ ਏਕ ਸਿਉ ਲਿਵ ਲਾਏ। ਹੁਣ ਜਿਵੇਂ ਫਰਮਾਉਂਦੇ ਨੇ ਗੁਰਮੁਖ ਕਿਸੇ ਬੁਝਾਏ, ਉਹ ਪੁਰਸ਼ ਗੁਰਮੁਖ ਹੁੰਦਾ ਜਿਹਨੂੰ ਪਰਮਾਤਮਾ ਆਪ ਕਰਦਾ ਹੈ। ਗੁਰਮੁਖ ਵੀ ਆਪਾਂ ਆਪੇ ਨਹੀਂ ਬਣ ਸਕਦੇ। ਉਹ ਫਿਰ ਇੱਕ ਪਰਮੇਸ਼ਰ 'ਚ ਆਪਣੀ ਲਿਵ ਲਾਉਂਦਾ, ਉਹਦੇ ਉੱਤੇ ਕਿਰਪਾ ਹੁੰਦੀ ਹੈ। ਇਹ ਵੀ ਸੁਭਾਅ ਹੁੰਦਾ ਗੁਰਮੁਖ ਦਾ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਮਹਾਰਾਜ ਫਰਮਾਉਂਦੇ ਹਨ ਬਚਨ ਕਿ ਉਹ ਆਪ ਹੀ ਸਾਰਿਆਂ ਦਾ ਕਰਤਾ ਹੈ ਅਤੇ ਆਪ ਹੀ ਆਪਣਾ ਹੁਕਮ ਸਮਝਾਉਂਦਾ। ਆਪਣੇ ਅੰਦਰੋਂ ਹੀ ਸੋਝੀ ਪੈ ਜਾਂਦੀ ਹੈ। ਹੁਕਮ ਮੰਨਣ ਦੀ ਸੋਝੀ ਬਖਸ਼ਦਾ ਆਪਾਂ ਨੂੰ। ਜਿਵੇਂ ਕਿਸੇ ਬੰਦੇ ਨੂੰ ਆਪਾਂ ਕੋਈ ਕੰਮ ਕਹੀਏ ਵੀ ਇਹ ਪਾਠ ਕਰਨਾ, ਇਹ ਬਾਣੀ ਪੜ੍ਹਨੀ ਹੈ, ਅੰਮ੍ਰਿਤ ਛਕਣਾ ਹੈ, ਸੁਣਦਾ ਪਹਿਲਾਂ ਨਾ ਨੁੱਕਰ ਜੀ ਕਰਦਾ, ਫਿਰ ਆਪੇ ਹੀ ਉਹਦੇ ਮਨ 'ਚ ਖਿਆਲ ਆ ਜਾਂਦਾ ਵੀ ਗੱਲ ਤਾਂ ਵੈਸੇ ਠੀਕ ਸੀ, ਮੇਰਾ ਭਲਾ ਹੀ ਚਾਹੁੰਦੇ ਸੀ। ਉਹ ਕਹਿੰਦਾ ਚਲੋ ਜੀ ਠੀਕ ਹੈ, ਮੈਨੂੰ ਪ੍ਰਵਾਨ ਹੈ। ਇਹ ਜਿਹੜੀ ਸੋਝੀ ਪਈ ਹੈ ਇਹ ਉਹ ਆਪ ਪਾਉਂਦਾ, ਵੈਸੇ ਨਹੀਂ ਆਉਂਦੀ ਹੈ ਸਾਡੇ ਮਨ 'ਚ ਗੱਲ। ਸਮਝ ਰੂਪ ਵੀ ਉਹ ਆਪ ਹੈ, ਸੋਝੀ ਰੂਪ ਵੀ ਕਿਉਂਕਿ ਆਪ ਹੀ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤਤੈ ਸਾਰ ਨਾ ਜਾਣੀ। ਸੰਸਾਰੀ ਜੀਵ ਜਿਹੜੇ ਆ ਇਹ 27 ਸਿਮਰਤੀਆਂ 6 ਸ਼ਾਸਤਰਾਂ ਨੂੰ ਪੜ੍ਹ ਕੇ ਪੁੰਨਾਂ ਪਾਪਾਂ ਦਾ ਹੀ ਵਿਚਾਰ ਕਰਦੇ ਰਹਿੰਦੇ ਨੇ। ਇਹ ਪੁੰਨ ਹੈ, ਇਹ ਪਾਪ ਹੈ। ਮਹਾਰਾਜ ਕਹਿੰਦੇ ਨੇ ਪਾਪ ਅਤੇ ਪੁੰਨ ਤੋਂ ਉੱਤੇ ਹੋਰ ਵੀ ਅਵਸਥਾ ਹੈਗੀ ਹੈ, ਇਦੋਂ ਹੋਰ ਉੱਤੇ ਚੱਲੋ।
ਗੁਰਸਿੱਖਾਂ ਲਈ ਕਹਿੰਦੇ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ। ਆਪਾਂ ਨੂੰ ਪੁੰਨਾਂ ਤੇ ਪਾਪਾਂ ਵਿੱਚ ਨਹੀਂ ਵਸਾਇਆ, ਇਹਦੋਂ ਵੀ ਉੱਤੇ ਲੈ ਗਏ ਨਾਮ ਦੇ ਵਾਲੇ ਪਾਸੇ। ਤੱਤੈ ਸਾਰ ਨਾ ਜਾਣੀ ਗੁਰੂ ਬਾਝਹੁ, ਤੱਤੈ ਸਾਰ ਨਾ ਜਾਣੀ। ਪੂਰਨ ਗੁਰਾਂ ਤੋਂ ਬਿਨਾਂ ਤਤ ਸਰੂਪ ਪਰਮਾਤਮਾ ਦੀ ਸਾਰ ਨਹੀਂ ਜਾਣੀ ਜਾਂਦੀ। ਪੂਰਨ ਸਤਿਗੁਰੂ ਮਿਲਣ ਤਾਂ ਸਾਰ ਜਾਣੀ ਜਾਂਦੀ। ਸੋ ਸੱਚਮੁੱਚ ਤਤ ਸਰੂਪ ਦੀ ਸਾਰ ਨਹੀਂ ਜਾਣੀ ਜਾਂਦੀ। 2 ਵਾਰੀ ਲਿਖਿਆ ਨਾ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁਤਿਆ ਰੈਣ ਵਿਹਾਣੀ। ਸਾਰਾ ਸੰਸਾਰ 3 ਗੁਣਾਂ ਕਰਕੇ ਭਰਮ ਦੇ ਵਿੱਚ ਸੁੱਤਾ ਪਿਆ। 3 ਗੁਣ ਤਮੋ ਰਜੋ ਸਤੋ। ਸੁੱਤਿਆਂ ਹੋਇਆਂ ਵੀ ਸਾਰੀ ਜ਼ਿੰਦਗੀ ਰੂਪ ਰਾਤ ਜਿਹੜੀ ਬਤੀਤ ਹੋ ਗਈ ਹੈ, ਵਿਚਾਰੇ ਭਰਮ ਪਿਆ ਹੋਇਆ। ਮੈਂ ਲਿਆਉਂਦਾ, ਮੈਂ ਕਮਾਉਂਦਾ, ਮੈਂ ਕਰਦਾ, ਮੈਂ ਖਾਣ ਵਾਲਾ, 5 ਕੋਸ਼ਾਂ 'ਚ ਹੀ ਫਸਿਆ ਹੋਇਆ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਰੀ ਉਮਰ ਸੁੱਤਿਆਂ ਹੀ ਲੰਘ ਗਈ ਵਿਚਾਰੇ ਦੀ। ਹੁਣ ਜਾਗਦਾ ਕੌਣ ਹੈ? ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਸੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹ ਜੀਵ ਜਾਗੇ ਨੇ, ਜਾਗਰਤ ਅਵਸਥਾ 'ਚ ਆਏ ਨੇ, ਜਿਨ੍ਹਾਂ ਦੇ ਮਨ ਵਿੱਚ ਹਰੀ ਵਸ ਗਿਆ ਅਤੇ ਮੂੰਹੋਂ ਵੀ ਨਾਮ ਰੂਪ ਅੰਮ੍ਰਿਤ ਬਾਣੀ ਨੂੰ ਬੋਲਦੇ ਨੇ। ਉਹ ਕਹਿ ਨਾਨਕ ਸੋ ਤਤ ਪਾਏ, ਜਿਸਨੋਂ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਧੰਨ ਗੁਰੂ ਅਮਰਦਾਸ ਜੀ। ਉਹ ਆਦਮੀ ਤਤ ਸਰੂਪ ਕੌਣ ਹੈ? ਪਰਮਾਤਮਾ। ਤਤ ਸਰੂਪ ਪਰਮਾਤਮਾ ਨੂੰ ਪਾ ਲੈਂਦਾ ਜਿਹਨੂੰ ਸੋ ਹਰੀ ਪਰਮਾਤਮਾ ਰਾਤ ਦਿਨ ਲਿਵ ਲਾਗੈ। ਬਿਰਤੀ ਜੋੜਨ ਵਿੱਚ ਜਿਹੜਾ ਲੱਗ ਜਾਂਦਾ ਹੈ, ਆਨ ਦਿਨ ਹਰ ਲਿਵ ਲਾਗੈ। ਰਾਤ ਦਿਨ ਹਰੀ ਦੇ ਵਿੱਚ ਉਹਦੀ ਲਿਵ ਜੁੜ ਜਾਂਦੀ ਹੈ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ। ਇਹ ਭਾਈ ਜੋ ਪਰਮਾਤਮਾ ਦੇਖ ਤੇਰੇ ਮਾਤਾ ਦੀ ਉਦਰ ਵਿੱਚ ਤੇਰੀ ਪ੍ਰਤਪਾਲਨਾ ਕੀਤੀ ਹੈ, ਉਹਨੂੰ ਮਨ ਦੇ ਵਿੱਚੋਂ ਕਿਉਂ ਭੁਲਾਉਣਾ ਭੁਲਾਉਂਦੀ ਆਪਾਂ ਨੇ? ਕਿਉਂ ਯਾਦ ਨਹੀਂ ਕਰਦੇ ਉਹਨੂੰ? ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਨ ਹਾਰੇ। ਉੱਥੇ ਰੱਖਿਆ ਨਾ ਤੈਨੂੰ ਵਾਹਿਗੁਰੂ ਨੇ। ਪਹਿਲਾਂ ਤਾਂ ਤੇਰਾ ਇਹੀ ਕਰਜ਼ਾ ਨਹੀਂ ਉਤਰਨ ਚਾਹੁੰਦਾ। ਜੇ ਮਾੜਾ ਜਿਹਾ ਕੋਈ ਸੇਕ ਲੱਗ ਜਾਂਦਾ ਉੱਥੇ ਹੀ ਸੜ ਜਾਣਾ ਸੀ। ਦੇਖ ਤੇਰੀ ਕਿੰਨੀ ਰੱਖਿਆ ਕੀਤੀ ਹੈ। ਫੁੱਲ ਨਾਲੋਂ ਵੀ ਸੂਖਮ ਸੀ ਸਰੀਰ ਤੇਰਾ। ਕਿਵੇਂ ਵਾਹਿਗੁਰੂ ਅਕਾਲ ਪੁਰਖ ਨੇ ਉਹ ਰਚਨਾ ਰਚੀ ਹੈ। ਧੰਨ ਸਤਿਗੁਰੂ, ਧੰਨ ਅਕਾਲ ਪੁਰਖ ਸਾਨੂੰ ਕਿਵੇਂ ਪਾਲਦੇ ਨੇ। ਸਾਡੇ ਮਾਤਾ ਪਿਤਾ ਵਾਹਿਗੁਰੂ ਆਪ ਹਨ। ਮਨਹੁ ਕਿਉਂ ਵਿਸਾਰੀਐ, ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਏਡੇ ਵੱਡੇ ਦਾਤੇ ਪਰਮਾਤਮਾ ਨੂੰ ਮਨ ਵਿੱਚੋਂ ਕਿਉਂ ਭੁਲਾਉਣਾ? ਜਿਹੜਾ ਜਠਰਾਗਨ ਅਗਨੀ ਵਿੱਚ ਹੁੰਦਿਆਂ ਹੋਇਆਂ ਵੀ ਆਹਾਰ ਭੋਜਨ ਰੋਟੀ ਪਹੁੰਚਾਉਂਦਾ ਸੀ, ਭਾਵ ਉੱਥੇ ਕਿਹੜਾ ਭੋਜਨ ਸੀ? ਉੱਥੇ ਸਾਨੂੰ ਦੁੱਧ ਮਿਲਦਾ ਸੀ ਖੂਨ ਦੇ ਰਾਹੀਂ ਹੀ। ਨਾੜੀ ਲੱਗੀ ਹੋਈ ਸੀ ਨਾੜੂਆ ਧੁੰਨੀ ਦੇ ਵਿੱਚ। ਖਾਧਾ ਹੋਇਆ ਮਾਤਾ ਦਾ ਕੁਝ ਹਿੱਸਾ ਉੱਥੇ ਵੀ ਚਲਾ ਜਾਂਦਾ ਤਰਲ ਰੂਪ ਦੇ ਵਿੱਚ। ਉਸ ਨੌ ਕਿਉ ਪੋਹਿ ਨਾ ਸਕੀ, ਜਿਸ ਨੌ ਆਪਣੀ ਲਿਵ ਲਾਵੇ। ਉਹ ਜਿਹੜਾ ਜੀਵ ਹੈ ਨਾ, ਉਹ ਜੀਵ ਨੂੰ ਕੋਈ ਪੋਹ ਨਹੀਂ ਸਕਦਾ, ਕੋਈ ਦੁਸ਼ਮਣ ਵਾਰ ਨਹੀਂ ਕਰ ਸਕਦਾ, ਜਿਹਨੂੰ ਪਰਮੇਸ਼ਰ ਆਪਣੀ ਲਿਵ ਲਗਾ ਲੈਂਦਾ। ਪ੍ਰਹਿਲਾਦ ਜੀ ਉੱਤੇ ਕਿੰਨੇ ਵਾਰ ਕੀਤੇ ਹਰਨਾਕਸ਼ ਨੇ, ਪਰ ਪ੍ਰਹਿਲਾਦ ਜੀ ਨੂੰ ਕੁਛ ਨਹੀਂ ਹੋਇਆ। ਇਸ ਕਰਕੇ ਮਹਾਰਾਜ ਬਚਾ ਲੈਂਦੇ ਹਨ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਆਪਣੀ ਲਿਵ 'ਚ ਉਹ ਪਰਮਾਤਮਾ ਆਪ ਹੀ ਲਾਉਂਦਾ, ਆਪਾਂ ਨੇ ਜ਼ੋਰ ਨਹੀਂ ਕੋਈ। ਆਪਾਂ ਸਿਰਫ ਉੱਥੇ ਆਸਵੰਦ ਹੋ ਕੇ ਖੜੀਏ। ਐਪਲੀਕੇਸ਼ਨ ਦੇਣ ਲਈ ਕੈਂਡੀਡੇਟ ਜਾਂਦੇ ਨੇ, ਨੌਕਰੀਆਂ ਸਾਰੀਆਂ ਕਈ ਥਾਈਂ 5 ਹੁੰਦੀਆਂ, ਐਪਲੀਕੇਸ਼ਨ 50,000 ਆਈ ਹੁੰਦੀ ਹੈ। ਤਾਂ ਇਸ ਕਰਕੇ ਆਪਾਂ ਤਾਂ ਕੈਂਡੀਡੇਟ ਆ, ਰਸਤੇ ਦੇ ਉੱਤੇ ਖੜ੍ਹੇ ਹਾਂ। ਬਾਜੀ ਇਸ ਤਾਂ ਤੇਰੀ ਆਸ ਲਾ ਕੇ ਗਰੀਬਾਂ 'ਤੇ ਵੀ ਕਿਰਪਾ ਕਰ ਦਿਓ ਜੀ। ਸਾਡੀ ਤਾਂ ਮਹਾਰਾਜ ਜੀ ਲਿਵ ਲੱਗਦੀ ਨਹੀਂ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਸਤਿਗੁਰੂ ਕਹਿੰਦੇ ਤੇ ਚਾਹੀਦਾ ਭਈ ਗੁਰਮੁਖ ਹੋ ਕੇ ਗੁਰਾਂ ਦੁਆਰੇ ਤੁਸੀਂ ਤਾਂ ਤੁਹਾਡਾ ਕੰਮ ਜਿਹੜਾ ਤੁਸੀਂ ਆਪਣਾ ਕੰਮ ਕਰੋ, ਗੁਰਮੁਖ ਸਦਾ ਸੰਭਾਲੀਐ। ਤੁਸੀਂ ਤਾਂ ਸਿਰਫ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਲਿਵ ਲਾਉਣਾ ਉਹਨਾਂ ਦਾ ਕੰਮ ਹੈ, ਆਪੇ ਲਾਉਣਗੇ। ਜਦੋਂ ਆਪਾਂ ਨੂੰ ਯੋਗ ਦੇਖ ਲੈਣਗੇ ਵੀ ਲਿਵ ਲਾਉਣੀ ਚਾਹੀਦੀ ਇਹਦੀ। ਕਹਿ ਨਾਨਕ ਏ ਵਡਦਾਤਾ, ਸੋ ਕਿਉ ਮਨਹੁ ਵਿਸਾਰੀਐ।
ਮਹਾਰਾਜ ਫਰਮਾਉਂਦੇ, ਪਿਆਰਿਓ, ਏਡਾ ਵੱਡਾ ਜੋ ਪਰਮੇਸ਼ਰ ਹੈ ਉਹਨੂੰ ਮਨ ਵਿੱਚੋਂ ਕਿਉਂ ਭੁਲਾਉਣਾ? ਉਹਨੂੰ ਹੀ ਸਦਾ ਯਾਦ ਰੱਖੋ। ਸਤਿਗੁਰੂ ਕਿਰਪਾ ਕਰਦੇ ਨੇ ਜੀਵ ਤੇ, ਹਮੇਸ਼ਾ ਸਾਡੇ ਤੇ ਬਖਸ਼ਿਸ਼ ਕਰਦੇ ਨੇ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਭਾਈ ਜਿਹੋ ਜੀ ਜਠਰ ਅਗਨੀ ਮਾਤਾ ਦੇ ਉਦਰ ਵਿੱਚ ਹੈ, ਪੇਟ ਵਿੱਚ ਹੈ, ਖਾਧੇ ਹੋਏ ਰੋੜ ਵੀ ਹਜਮ ਹੋ ਜਾਂਦੇ ਜਿੱਥੇ, ਉਹੀ ਜੀ ਬਾਹਰ ਮਾਇਆ ਰੂਪ ਅਗਨੀ ਵੀ ਹੈ। ਬਾਹਰ ਇੱਕੋ ਹੀ ਚੀਜ਼ ਹੈ, ਪੇਟ ਦੇ ਅੰਦਰ ਵੀ ਉਹੀ ਅਗਨੀ ਹੈ ਤੇ ਬਾਹਰ ਵੀ ਉਹੀ ਅਗਨੀ ਬਲ ਰਹੀ ਹੈ। ਮਾਤਾ ਦੇ ਉਦਰ ਵਿੱਚ ਕਿਵੇਂ ਬਚਿਆ ਸੀ? ਕਹਿੰਦੇ ਸਿਮਰਨ ਕਰਕੇ ਬਚਿਆ ਸੀ। ਇਹ ਬਾਹਰ ਵੀ ਸਿਮਰਨ ਕਰਕੇ ਬਚਣਾ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਪ੍ਰਤੱਖ ਮਾਇਆ ਤੇ ਅਗਨੀ ਸਭ ਪ੍ਰਕਾਰ ਸੇ ਇੱਕੋ ਜੀ ਹੈ ਸਾੜਨੇ ਨੂੰ। ਕਰਤੇ ਪੁਰਖ ਨੇ ਇਹ ਖੇਲ ਹੀ ਹੈ ਜਿਹਾ ਰਚਾਇਆ। ਜਿਵੇਂ ਜਠਰ ਅਗਨ ਅਗਨੀ 'ਚ ਖਾਧੇ ਹੋਏ ਅੰਨ ਭਸਮ ਕਰ ਜਾਂਦੀ ਹੈ, ਸਾਰੀ ਰੋਟੀ ਹਜਮ ਹੋ ਜਾਂਦੀ ਉੱਥੇ, ਕਿੰਨੀ ਕਰੜੀ ਚੀਜ਼ ਹੋਵੇ ਉਹ ਹਜਮ ਹੋ ਜਾਂਦੀ ਹੈ। ਐਵੇਂ ਪ੍ਰਤੱਖ ਮਾਇਆ ਜੀਵ ਨੂੰ ਤ੍ਰਿਸ਼ਨਾ ਵਿੱਚ ਪਾ ਕੇ ਉਹਦੇ ਅੰਤःਕਰਨ ਨੂੰ ਸਾੜਦੀ ਰਹਿੰਦੀ ਹੈ। ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਜਾਂ ਪਰਮੇਸ਼ਰ ਦਾ ਭਾਣਾ ਹੁਕਮ ਹੁੰਦਾ ਤਾਂ ਜੀਵ ਜੰਮਦਾ, ਪੈਦਾ ਹੁੰਦਾ ਅਤੇ ਪਰਿਵਾਰ ਵਿੱਚ ਸਾਰਿਆਂ ਨੂੰ ਭਲਾ ਪਾਇਆ, ਚੰਗਾ ਲੱਗਦਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਤਾ ਦੇ ਉਦਰ ਤੋਂ ਬਾਹਰ ਨਿਕਲਣ ਕਰਕੇ ਫਿਰ ਜਦੋਂ ਪਰਮਾਤਮਾ ਵੱਲੋਂ ਲਿਵ ਟੁੱਟ ਜਾਂਦੀ ਹੈ, ਛੁੜਕੀ ਤੋਂ ਭਾਵ ਟੁੱਟ ਗਈ, ਛੁੱਟ ਗਈ, ਅਤੇ ਮਾਇਆ ਨੇ ਫਿਰ ਆਪਣਾ ਹੁਕਮ ਚਲਾਤਾ ਇਹ 'ਤੇ। ਫਿਰ ਇਹਨੂੰ ਤ੍ਰਿਸ਼ਨਾ ਚਿੰਬੜ ਗਈ। ਆਉਂਦਿਆਂ ਹੀ ਬਾਹਰ ਕਾਕਾ ਆਇਆ, ਪਹਿਲਾਂ ਆਵਾਜ਼ਾਂ ਆਉਣ ਲਾਈਆਂ, ਫਿਰ ਉਹਨੂੰ ਪੈਸੇ ਫੜਾ ਦਿੰਦੇ ਨੇ। ਮਾਂ ਜਦੇ ਹੀ ਆਪਣੀਆਂ ਵਿਉਂਤਾਂ ਬਣਾਉਣ ਲੱਗ ਜਾਂਦੀ ਹੈ। ਮੈਂ ਤਾਂ ਇਹਨੂੰ ਐਂ ਪੜ੍ਹਾਊਂਗੀ, ਮੈਂ ਇਹਨੂੰ ਐਂ ਬਣਾਊਂਗੀ, ਬਸ ਮਾਇਆ ਪੈ ਗਈ। ਅਤੇ ਕਾਕੇ ਨੂੰ ਲੋਰੀ ਵੀ ਇਹੀ ਦਿੰਦੀ ਹੈ, ਕਾਕਾ ਵੱਡਾ ਹੋ ਕੇ ਅਫਸਰ ਬਣੂਗਾ, ਕਾਕਾ ਪੈਸੇ ਲਿਆਊਗਾ। ਕਾਕੇ ਦੇ ਮਨ 'ਚ ਗੱਲ ਬਿਠਾਤੀ। ਕਾਕੇ ਦੇ ਜੰਮਦਿਆਂ ਮਾਂ ਨੇ ਇਹ ਨਹੀਂ ਕਿਹਾ ਵਾਹਿਗੁਰੂ ਵਾਹਿਗੁਰੂ, ਉਹਨੂੰ ਕੋਈ ਪਾਠ ਨਹੀਂ ਸੁਣਾਇਆ। ਸੋ ਮਹਾਰਾਜ ਕਹਿੰਦੇ ਨੇ ਫਿਰ ਉਹ ਮਾਇਆ ਚਿੰਬੜ ਗਈ ਤੈਨੂੰ। ਮਾਇਆ ਕਿਹਨੂੰ ਕਹਿੰਦੇ ਜੀ? ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹੀ ਤਾਂ ਮਾਇਆ ਜਿਹਦੇ ਕਰਕੇ ਨਾਮ ਭੁੱਲ ਜਾਂਦਾ, ਆਪਾਂ ਨੂੰ ਸੰਬੰਧੀਆਂ ਦਾ ਮੋਹ ਪੈਦਾ ਹੁੰਦਾ। ਫਿਰ ਆਪਾਂ ਨੂੰ ਆ ਜਿਹੜੀ ਮਾਇਆ ਪੈਸਾ ਆਦਿਕ ਹੈ ਇਹਦਾ ਮੋਹ ਪੈਦਾ ਹੋ ਜਾਂਦਾ, ਇਸਤਰੀ ਦਾ ਮੋਹ, ਬੱਚਿਆਂ ਦਾ ਮੋਹ, ਪਦਾਰਥਾਂ ਦਾ ਮੋਹ ਪੈਦਾ ਹੋ ਗਿਆ ਮਨ 'ਚ। ਦਾਤ ਪਿਆਰੀ ਵਿਸਰਿਆ ਦਾਤਾਰਾ। ਮਾਇਆ ਨੇ ਇਹਨੂੰ ਦਵੈਤ ਭਾਅ ਦੇ 'ਚ ਲਾਤਾ ਜੀਵ ਨੂੰ। ਦਵੈਤ ਦੋ ਥਾਂ ਵੰਡਿਆ ਗਿਆ। ਜਦੋਂ ਤਾਂ ਮਾਤਾ ਦੇ ਉਦਰ ਵਿੱਚ ਸੀ ਉੱਥੇ ਮਾਇਆ ਨਹੀਂ ਇਹਨੂੰ ਆ ਕੇ ਮਿਲੀ, ਮਾਇਆ ਨੇ ਉੱਥੇ ਪ੍ਰਭਾਵ ਨਹੀਂ ਪਾਇਆ। ਕਹਿੰਦੀ ਕੋਈ ਨਹੀਂ, ਜੰਮ ਲੈ ਤੂੰ, ਬਾਅਦ 'ਚ ਤੈਨੂੰ ਦੇਖੋ। ਉੱਥੇ ਸੀ 100 ਜਨਮ ਦਾ ਗਿਆਨ, ਉੱਥੇ ਸੀ ਬੰਦਗੀ, ਉੱਥੇ ਤਾਂ ਬਚ ਗਿਆ। ਉੱਥੇ ਸੀ ਇੱਕ ਓਅੰਕਾਰ ਹੀ। ਜਦੋਂ ਜਨਮ ਲੈ ਲਿਆ, ਬਾਹਰ ਆਉਂਦਿਆਂ ਹੀ ਦੋ ਗੱਲਾਂ ਹੋ ਗਈਆਂ। ਦੁਬਿਧਾ 'ਚ ਆ ਗਿਆ, ਹੁਣ ਨਾਮ ਜਪਾਂ ਕਿ ਜਾਂ ਕੰਮ ਕਰਾਂ, ਐ ਫਸ ਗਿਆ ਹੁਣ ਆ ਕੇ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਮਹਾਰਾਜ ਕਥਨ ਕਰਦੇ ਆ, ਸਤਿਗੁਰੂ ਦੀ ਕਿਰਪਾ ਕਰਕੇ ਜਿਵੇਂ ਮਾਤਾ ਦੇ ਉਦਰ 'ਚ ਲਿਵ ਲੱਗੀ ਹੋਈ ਸੀ ਉੱਥੇ ਬਚਿਆ ਹੀ ਸੀ। ਬਾਹਰ ਦੁਨੀਆ ਵਿੱਚ ਵੀ ਕਰ ਲੈ, ਨਾਮ ਜਪ ਲੈ। ਜਿਨ੍ਹਾਂ ਦੀ ਪਰਮੇਸ਼ਰ 'ਚ ਲਿਵ ਲੱਗੀ ਹੈ ਉਹਨਾਂ ਨੇ ਮਾਇਆ ਦੇ ਵਿੱਚ ਰਹਿ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਕਿਉਂਕਿ ਇੱਥੇ ਸੰਸਾਰ ਦੇ ਅੰਦਰ ਬਹੁਤ ਮਾਇਆ ਹੀ ਮਾਇਆ, ਵਿਆਪਤ ਹਰਕ ਸੋਗ ਵਿਸਥਾਰ, ਵਿਆਪਤ ਸੁਰਗ ਨਰਕ ਅਵਤਾਰ, ਵਿਆਪਤ ਧਨ ਨਿਰਧਨ ਪੇਖ ਸੋਭਾ, ਮੂਲ ਵਿਆਧੀ ਵਿਆਪਸ ਲੋਭਾ। ਸਾਰੀਆਂ ਚੀਜ਼ਾਂ ਫਿਰ ਲੱਗ ਗਈਆਂ ਇਹਦੇ ਮਗਰ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਹਰ ਆਪ ਅਮੋਲਕ ਹੈ ਪਰਮਾਤਮਾ, ਉਹ ਕਿਸੇ ਮੁੱਲ ਕਰਕੇ ਧਨ ਪਦਾਰਥ ਨਾਲ ਨਹੀਂ ਪਾਇਆ ਜਾਂਦਾ। ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੁੱਲ। ਮੁੱਲ ਨਾ ਪਾਇਆ ਜਾਏ, ਕਿਸੈ ਵਿਟਹੁ ਰਹੇ ਲੋਕ ਮਿਲ ਲਾਏ। ਉਹ ਪਰਮਾਤਮਾ ਕਿਸੇ ਮੁੱਲ ਨਾਲ ਵੀ, ਕਿਸੇ ਵਿਟਹੁ ਭਾਵ ਕਿਸੇ ਪਾਸੋਂ ਨਹੀਂ ਪਾਇਆ ਜਾਂਦਾ। ਬੜੀ ਬੜੀ ਦੁਨੀਆ ਉੱਥੇ ਬਿਰਲਾਪ ਕਰਦੀ ਹੈ, ਮੈਂ ਪ੍ਰਾਪਤ ਕਰਨਾ, ਮੈਂ ਕਰਨਾ, ਪਰ ਨਹੀਂ ਹੁੰਦਾ ਕਿਸੇ ਨੂੰ ਪ੍ਰਾਪਤ। ਐਸਾ ਸਤਿਗੁਰ ਜੇ ਮਿਲੈ, ਤਿਸ ਨੌ ਸਿਰ ਸੌਂਪੀ ਹੈ, ਵਿੱਚੋਂ ਆਪ ਜਾਏ। ਸੋ ਜੈਸਾ ਹਰੀ ਅਮੋਲਕ ਹੈ,
ਹਰ ਆਪ ਅਮੋਲਕ ਹੈ। ਇਹੋ ਜਿਹੇ ਸਤਿਗੁਰੂ ਅਮੋਲਕ ਨੇ, ਜੇ ਉਹ ਮਿਲ ਜਾਣ ਤਾਂ ਉਸ ਗੁਰੂ ਨੂੰ ਆਪਣਾ ਸਿਰ ਅਰਪਣ ਕਰ ਦਈਏ। ਸੋ ਜਿਸ ਕਰਕੇ ਹਿਰਦੇ 'ਚੋਂ ਆਪਾ ਭਾ ਹੰਕਾਰ ਚਲਿਆ ਜਾਵੇ। ਐਸਾ ਸਤਿਗੁਰ ਜੇ ਮਿਲਿਆ ਕਿਹਾ ਜਿਹਾ ਜਿਹਾ ਹਰ ਆਪ ਅਮੋਲਕ ਹੈ। ਜਿਸ ਦਾ ਜੀਓ ਤਿਸ ਮਿਲ ਰਹਿ, ਹਰ ਵਸੈ ਮਨ ਆਏ। ਭਾਵ ਜੀ ਦਾ ਇਹ ਜੀਵ ਹੈ ਨਾ ਪਰਮਾਤਮਾ ਦਾ, ਹੁਣ ਆਪਾਂ ਨੂੰ ਉਹਨੇ ਬਣਾਇਆ ਅਤੇ ਆਪਾਂ ਉਹਨੂੰ ਮਨ 'ਚ ਵਸਾਉਣਾ, ਉਹਦੇ ਨਾਲ ਮਿਲ ਕੇ ਚੱਲਣਾ ਹੁੰਦਾ। ਆਪਾਂ ਕੀ ਕਰਦੇ ਹਾਂ, ਜਦੋਂ ਉਹਨੇ ਆਪਾਂ ਨੂੰ ਬਣਾਇਆ ਆਪਾਂ ਉਹਦੇ ਨਾਲ ਹੀ ਨਹੀਂ ਮਿਲ ਕੇ ਚੱਲਦੇ। ਜਿਵੇਂ ਨਿਆਣੇ ਆਪਣੇ ਮਾਂ-ਬਾਪ ਨਾਲ ਨਹੀਂ ਇੰਨਾ ਕਰਦੇ ਜਿੰਨਾ ਬਾਹਰਲੇ ਨਿਆਣਿਆਂ ਨੂੰ, ਦੋਸਤਾਂ ਨੂੰ, ਹੋਰ ਲੋਕਾਂ ਨੂੰ ਤਰਜੀਹ ਦਿੰਦੇ ਨੇ। ਇਸੇ ਤਰ੍ਹਾਂ ਆਪਾਂ ਪਰਮਾਤਮਾ ਨਾਲ ਪਿਆਰ ਨਹੀਂ ਕਰਦੇ। ਹਰ ਆਪ ਅਮੁੱਲਕ ਹੈ, ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਮਹਾਰਾਜ ਕਥਨ ਕਰਦੇ ਹੋ ਹਰੀ ਆਪ ਅਮੋਲਕ ਹੈ। ਤਿੰਨਾਂ ਪੁਰਸ਼ਾਂ ਨੇ, ਉਹਨਾਂ ਜੀਵਾਂ ਨੇ ਭਾਗ ਜਿਹੜੇ ਨੇ ਸਭ ਤੋਂ ਭਲੇ ਚੰਗੇ ਭਾਗ ਨੇ, ਜਿਨ੍ਹਾਂ ਦੇ ਬੁੱਧੀ ਰੂਪ ਪੱਲੇ 'ਚ ਹਰੀ ਆ ਕੇ ਪ੍ਰਾਪਤ ਹੋਏ ਆਪ। ਹਰ ਰਾਸ ਮੇਰੀ ਮਨ ਬਣਜਾਰਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਭਾਈ ਜਿਹੜਾ ਹਰੀ ਹੈ ਨਾ ਪਰਮੇਸ਼ਰ, ਲੋਕਾਂ ਦੀ ਕਿਸੇ ਦੀ ਕੋਈ ਪੂੰਜੀ ਹੈ, ਕਿਸੇ ਦੀ ਕੋਈ ਹੈ। ਹਰੀ ਮੇਰੀ ਰਾਸ ਪੂੰਜੀ ਹੈ ਅਤੇ ਮੇਰਾ ਮਨ ਉਹਦਾ ਬਣਜਾਰਾ। ਹਰ ਰਾਸ ਮੇਰੀ ਮਨ ਬਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰੀ ਮੇਰੀ ਰਾਸ ਹੈ, ਮੇਰਾ ਮਨ ਬਣਜਾਰਾ ਬਣਿਆ ਹੋਇਆ ਹੈ। ਪਰ ਇਹ ਗੱਲ ਹੈ ਕਿ ਹਰੀ ਮੇਰੀ ਰਾਸ ਹੈ, ਮੈਂ ਸਤਿਗੁਰਾਂ ਤੋਂ ਜਾਣੀ ਹੈ। ਸ਼ਰਧਾ ਰੂਪੀ ਰਾਸ ਸਤਿਗੁਰਾਂ ਤੋਂ ਜਾਣੀ ਹੈ। ਸਤਿਗੁਰਾਂ ਨੇ ਮੈਨੂੰ ਦੱਸਿਆ ਆ ਕੇ, ਬਈ ਤੂੰ ਆਹ ਵਪਾਰ ਕਰਨਾ। ਤੂੰ ਕਿਹੜੇ ਵਪਾਰ 'ਚ ਲੱਗ ਗਿਆ? ਭੇਜਿਆ ਤਾਂ ਸੀ ਤੈਨੂੰ ਨਾਮ ਜਪਣ ਮਨੁੱਖ ਬਣਾ ਕੇ। ਜੇ ਤੂੰ ਖਾਣਾ ਪੀਣਾ ਹੱਸਣਾ ਸੌਣਾ ਹੀ ਸੀ, ਥੋੜੀਆਂ ਜੂਨਾਂ ਭੋਗੀਆਂ 84 'ਚ, ਫਿਰ ਤੈਨੂੰ ਉੱਥੇ ਹੀ ਨਾ ਪਾ ਦਈਏ ਮੁੜ ਕੇ। ਮਨੁੱਖ ਕਾਹਦੇ ਲਈ ਬਣਾਇਆ ਤੈਨੂੰ? ਮਨੁੱਖ ਨਾਮ ਦਾ ਵਪਾਰ। ਕੀ ਕਰੀਏ ਮਹਾਰਾਜ? ਇਹ ਵਪਾਰ ਤੁਸੀਂ ਹੁਣ ਕਿਰਪਾ ਕਰਕੇ ਦੱਸੋ ਕਿਵੇਂ ਕਰੀਏ? ਹਰ ਹਰ ਨਿਤ ਜਪਿਆ ਹੋ, ਜੀਆ ਹੋ, ਲਾਹਾ ਖੱਟਿਆ ਹੋ ਦਿਹਾੜੀ। ਇਹ ਭਾਈ ਜੀਵੋ ਰੋਜ਼, ਹਰ ਰੋਜ਼ ਨਿਤਨੇਮ ਅਨੁਸਾਰ ਬਹਿ ਕੇ ਰੋਜ਼ 4-4 ਘੰਟੇ ਹਰ ਹਰ ਨਾਮ ਨੂੰ ਜਪਣਾ ਕਰੋ। ਮਨੁੱਖਾ ਦੇਹ ਰੂਪ ਦਿਹਾੜੀ ਦਾ ਇਹ ਲਾਭ ਖੱਟਣਾ ਕਰੋ। ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਇਹ ਹਰੀ ਨਾਮ ਰੂਪੀ ਧਨ ਜੋ ਕਿਸੇ ਯਤਨ ਨਾਲ ਨਹੀਂ ਪ੍ਰਾਪਤ ਹੁੰਦਾ, ਇਹ ਤਾਂ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੂੰ ਹਰੀ ਆਪ ਦੇਣਾ ਭਾਣਾ, ਤਾਂ ਮਤਲਬ ਚਾਹੁੰਦਾ। ਕਹਿ ਨਾਨਕ ਹਰ ਰਾਸ ਮੇਰੀ, ਮਨ ਹੋਆ ਵਣਜਾਰਾ। ਮਹਾਰਾਜ ਕਥਨ ਕਰਦੇ, ਭਾਈ ਹਰੀ ਮੇਰੀ ਰਾਸ ਹੈ, ਹਰੀ ਦੀ ਪ੍ਰਾਪਤੀ ਦੀ ਸ਼ਰਧਾ ਰੂਪ ਪੂੰਜੀ ਮੇਰੇ ਕੋਲੇ, ਅਤੇ ਮੇਰਾ ਮਨ ਵਣਜਾਰਾ ਹੋ ਰਿਹਾ। ਸ਼ਰਧਾ ਦੀ ਪੂੰਜੀ ਬਣ ਰਹੀ ਹੈ। ਹੁਣ ਆਪਣੇ ਆਪਣੇ ਇੰਦਰੀਆਂ ਨੂੰ ਸਾਰੀਆਂ ਨੂੰ ਸਮਝਾਉਣਾ ਆਪਾਂ ਨੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਸਮਝਾਇਆ ਕਰੋ। ਇਹ ਜਿਹੜੀ ਜੀਭ ਹੈ ਸਾਰਾ ਦਿਨ ਖਾਣ 'ਤੇ ਹੀ ਲੱਗੀ ਰਹਿੰਦੀ ਹੈ। ਇਹਨੂੰ ਕਹ ਤੇਰਾ ਹੋਰ ਵੀ ਕੰਮ ਸੀ ਇੱਕ, ਉਹ ਨਹੀਂ ਕਰਦੀ ਤੂੰ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਕਹਿੰਦੇ ਹੇ ਰਸਨਾ, ਹਰੀ ਸਿਮਰਨ ਦਾ ਰਸ ਛੱਡ ਕੇ ਤੂੰ ਅਨ ਰਸ ਹੋਰ ਦੁਨੀਆ ਦੇ ਰਸਾਂ 'ਚ ਰਚ ਰਹੀ ਹੈ। ਇਸ ਕਰਕੇ ਤੇਰੀ ਜਿਹੜੀ ਤ੍ਰੇਹ ਹੈ, ਪਿਆਸ, ਉਹ ਨਹੀਂ ਜਾਂਦੀ। ਅਨ ਰਸ ਰਾਤੀ ਰਸਨਾ ਫੀਕੀ ਬੋਲੇ, ਹਰ ਰਸ ਮੂਲ ਨਾ ਤਾਹਾ ਹੈ। ਤਾਈਓ ਮਹਾਰਾਜ ਕਹਿੰਦੇ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਰਸਨਾ ਅਤੇ ਜ਼ੁਬਾਨ, ਇਹ ਇੱਕ ਇੰਦਰਾ ਦੋ ਕੰਮ ਕਰਦਾ। ਜ਼ੁਬਾਨ ਜਦੋਂ ਬੋਲਦੀ ਹੈ ਤਾਂ ਇਹਨੂੰ ਜ਼ੁਬਾਨ ਕਹਿੰਦੇ ਨੇ, ਜਦੋਂ ਰਸ ਲੈਂਦੀ ਤਾਂ ਰਸਨਾ ਹੋ ਜਾਂਦੀ ਹੈ। ਕਹਿੰਦੇ ਹੁਣ ਤੂੰ ਖਾਂਦਾ ਇੱਧਰਲੀਆਂ ਉੱਧਰਲੀਆਂ ਚੀਜ਼ਾਂ, ਕਿਤੇ ਤੈਨੂੰ ਸਵਾਦ ਆਇਆ, ਰਸਾਂ ਕਸਾਂ 'ਚ ਫਸਿਆ ਫਿਰਦਾ। ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੇ ਨਾ ਪਾਏ। ਹੋਰ ਕਿਸੇ ਰਸ ਕਰਕੇ ਤੇਰੀ ਤ੍ਰੇਹ ਜਿਹੜੀ ਹੈ ਨਾ, ਪਿਆਸ ਹੈ, ਇਹ ਨਹੀਂ ਜਾਂਦੀ, ਨਾ ਹੀ ਜਾਣੀ ਹੈ। ਕਦੋਂ ਜਾਣੀ ਹੈ ਇਹ? ਕਹਿੰਦੇ ਜਿੰਨਾ ਚਿਰ ਤੂੰ ਬੁੱਧੀ ਰੂਪੀ ਪੱਲੇ ਵਿੱਚ ਹਰੀ ਰਸ ਨੂੰ ਨਹੀਂ ਪਾਵੇਂਗੀ। ਕਿਉਂਕਿ ਹੋਰ ਜਿੰਨੇ ਵੀ ਰਸ ਨੇ, ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹਿ ਬਿਸਮਾਦ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਸੋ ਮਹਾਰਾਜ ਕਹਿੰਦੇ ਫਿਰ ਹਰੀ ਨਾਮ ਦਾ ਰਸ ਚਖਣਾ ਕਰ। ਇਹ ਜਿਹਵੇ ਤੂੰ ਰਾਮ ਗੁਣ ਗਾਓ, ਨਿਮਖ ਨਿਮਖ ਹਰ 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 ਧਿਆਓ। ਹਰ ਰਸ ਪਾਏ ਪੱਲੇ ਪੀਐ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ।
ਜੇ ਤੂੰ ਬੁੱਧੀ ਰੂਪ ਪੱਲੇ ਵਿੱਚ ਹਰੀ ਨਾਮ ਰਸ ਨੂੰ ਪਾਉਣਾ ਕਰੇ ਤਾਂ ਹਰੀ ਨਾਮ ਰਸ ਨੂੰ ਹੀ ਪੀਣਾ ਕਰ। ਫਿਰ ਉਹਨੂੰ ਪੀਣਾ ਕਰੇ ਤਾਂ ਫਿਰ ਤੈਨੂੰ ਮਾਇਆ ਦੀ ਤ੍ਰਿਸ਼ਨਾ ਆ ਕੇ ਨਹੀਂ ਲੱਗੇਗੀ। ਮਾਇਆ ਹੀ ਤੈਨੂੰ ਪਰੇਸ਼ਾਨ ਕਰਦੀ ਹੈ। ਮਾਇਆ ਸਿਰਫ ਨਾਮ ਤੋਂ ਡਰਦੀ ਹੈ। ਇਸ ਕਰਕੇ ਤੈਨੂੰ ਬਾਰ-ਬਾਰ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਕਰ, ਵਾਹਿਗੁਰੂ ਵਾਹਿਗੁਰੂ ਕਰ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਸੋ ਇਸ ਹਰੀ ਨਾਮ ਰਸ ਨੂੰ ਉਹ ਕਰਮੀ ਹੁੰਦਾ, ਭਾਗਾਂ ਵਾਲਾ ਜੀਵ ਪ੍ਰਾਪਤ ਕਰਦਾ ਹੈ, ਜਿਹਨੂੰ ਪੂਰਨ ਸਤਿਗੁਰੂ ਦੇਵ ਮਹਾਰਾਜ ਆ ਕੇ ਮਿਲਦੇ ਨੇ। ਪਰਮੇਸ਼ਰ ਦੀ ਕਰਮੀ ਹੁੰਦੀ ਕਿਰਪਾ ਕਰਕੇ, ਜਿਹਨੂੰ ਸਤਿਗੁਰੂ ਜੀ ਆ ਕੇ ਮਿਲਦੇ ਨੇ, ਉਹ ਜੀਵ ਇਹ ਹਰੀ ਨਾਮ ਰਸ ਨੂੰ ਪ੍ਰਾਪਤ ਕਰਦਾ ਹੈ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਕਿ ਭਾਈ ਜਾਂ ਮਨ ਵਿੱਚ ਹਰੀ ਨਾਮ ਰਸ ਆ ਕੇ ਵਸ ਜਾਵੇ ਤਾਂ ਫਿਰ ਹੁੰਦਾ ਅਨ ਰਸ। ਅਨ ਰਸ ਜਿਹੜੇ ਹੋਰ ਰਸ ਨੇ ਸਾਰੇ, ਜਾਂ ਅਨ ਰਸ ਹੁੰਦਾ ਦਵੈਤ ਦੇ ਰਸ ਸਾਰੇ। ਹੋਰ ਅਨ ਰਸ ਜਿਹੜੇ ਕਿਹੜੇ? ਖੋਟੇ ਰਸ ਜਿਹੜੇ ਵਿਖੇ ਬਨ ਫੀਕਾ, ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਤਾਂ ਕਹਿੰਦੇ ਨੇ ਫਿਰ ਇਹ ਰਸਨਾ ਨੂੰ ਵੀ ਆਪਾਂ ਉਪਦੇਸ਼ ਕਰੀਏ। ਰਸਨਾ ਮੰਨ ਜਾ, ਸਵਾਦਾਂ 'ਚ ਨਾ ਪੈ, ਲੇਖੇ ਦੇਣੇ ਪੈਣਗੇ ਤੈਨੂੰ। ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ। ਇਹ ਮੇਰੇ ਸਰੀਰ ਜਦ ਹਰੀ ਨੇ ਤੇਰੇ ਵਿੱਚ ਆਪਣੀ ਜੋਤ ਰੱਖੀ ਸੀ ਤਾਂ ਤੂੰ ਜਗ 'ਚ ਆਇਆ, ਜਨਮ ਲਿਆ ਸੀ। ਜੋਤ ਨਾ ਰੱਖਦਾ ਫੇਰ ਤਾਂ ਮਰਿਆ ਹੀ ਹੋਇਆ ਪੈਦਾ ਹੁੰਦਾ, ਤੂੰ ਪਹਿਲਾਂ ਹੀ ਮਰ ਜਾਣਾ ਸੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੇਰੇ ਅੰਦਰ ਜੋਤ ਰੱਖੀ ਹੈ ਸਰੀਰਾ, ਉਹ ਤੂੰ ਹੁਣ ਚੰਗੇ ਕੰਮ ਕਰ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ। ਪਰਮੇਸ਼ਰ ਨੇ ਤੇਰੇ ਵਿੱਚ ਆਪਣੀ ਜੋਤ ਰੱਖੀ ਹੋਈ, ਸੱਤਾ ਰੱਖੀ, ਤਾਈਆਂ ਤੇ ਜੱਗ 'ਚ ਆਇਆ। ਤੁਰਿਆ ਫਿਰਦਾ, ਟਾਰਾਂ ਮਾਰਦਾ, ਬੜੀਆਂ ਬੜੀਆਂ ਗੱਲਾਂ ਕਰਦਾ, ਖਾਣੇ ਖਾਂਦਾ ਤੇ ਹਾਂ ਕਰਦਾ ਫਿਰਦਾ, ਜੋਤ ਦਾ ਸਦਕਾ ਹੀ। ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸੂ ਨਾ ਬੂਝੈ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਸਰੀਰ ਦੀ ਉਤਪਤੀ ਜਿਵੇਂ ਪ੍ਰਤੱਖ ਮਾਤਾ ਪਿਤਾ ਤੋਂ ਹੁੰਦੀ ਹੈ, ਇਵੇਂ ਹਰੀ ਪਰਮਾਤਮਾ ਆਪ ਹੀ ਮਾਤਾ ਰੂਪ ਹੈ, ਆਪ ਹੀ ਪਿਤਾ ਰੂਪ ਹੈ। ਮਾਂ ਬਾਪ ਵਿੱਚ ਵੀ ਤਾਂ ਉਹਦੀ ਜੋਤ ਹੀ ਹੈ। ਜੇ ਬੈਕਗਰਾਊਂਡ ਦੇਖੀ ਜਾਵੇ ਅਸਲੀ, ਪਿੱਛੇ ਕੌਣ ਹੈ? ਇਹ ਜੀਵ ਜਿਹਨੇ ਤੈਨੂੰ ਪੈਦਾ ਕਰਕੇ ਸਾਰਾ ਸੰਸਾਰ ਦਿਖਾਇਆ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ। ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ, ਚਲਤ ਨਦਰੀ ਆਇਆ। ਇਹ ਜੋ ਚਲਤ ਹੋਆ, ਚਲਤ ਤੋਂ ਭਾਵ ਹੁੰਦਾ ਕੌਤਕ, ਇਹ ਤਾਂ ਚਲਤ ਭਇਆ। ਕੌਤਕ ਰੂਪ ਸੰਸਾਰ ਉਤਪੰਨ ਹੋਇਆ, ਇਹ ਸਾਰਾ ਪੈਦਾ ਹੋਇਆ ਸਤ ਰੂਪ ਪ੍ਰਤੀਤ ਹੋ ਰਿਹਾ ਸੀ, ਸਾਰਾ ਸੱਚਾ ਹੈ। ਜਾਂ ਗੁਰਾਂ ਦੀ ਕਿਰਪਾ ਨਾਲ ਵਾਹਿਗੁਰੂ ਨੂੰ ਬੁੱਝਿਆ, ਜਾਣਿਆ, ਸਮਝਿਆ ਤਾਂ ਇਹ ਚਲਤ ਨਜ਼ਰੀ ਆਇਆ ਹੈ। ਕੌਤਕ ਰੂਪ ਹੀ ਫਿਰ ਬਾਜੀਗਰ ਦੀ ਬਾਜੀ ਵਾਂਗੂ ਮਿਥਿਆ ਨਜ਼ਰ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਹਾਰਾਜ ਫਰਮਾਉਂਦੇ ਨੇ ਭਾਈ ਸਾਰੀ ਸ੍ਰਿਸ਼ਟੀ ਦਾ ਮੂਲ ਕੌਣ? ਕਾਰਨ ਜੋ ਅਗਿਆਨ ਹੈ, ਉਸ ਕਰਕੇ ਜਗਤ ਨੂੰ ਰਚਿਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਤੇਰੇ ਸਰੀਰ ਵਿੱਚ ਜਦ ਉਹਨੇ ਆਪਣੀ ਜੋਤ ਰੱਖੀ, ਸੱਤਾ ਰੱਖੀ, ਤਾਂ ਹੀ ਤੂੰ ਜੱਗ ਦੇ ਵਿੱਚ ਆਇਆ ਹੈ, ਤਾਂ ਹੀ ਤੂੰ ਤੁਰਿਆ ਫਿਰਦਾ ਹੈ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਜਿਸ ਵੇਲੇ ਅਸਾਂ ਨੇ ਵਾਹਿਗੁਰੂ ਦਾ ਆਉਣਾ ਸੁਣ ਲਿਆ ਤਾਂ ਮਨ 'ਚ ਬੜਾ ਉਤਸ਼ਾਹ ਪੈਦਾ ਹੋਇਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹੇ ਸਖੀਓ, ਹੇ ਸੰਤੋ, ਮਹਾਤਮੋ, ਸਾਧ ਸੰਗਤ, ਤੁਸੀਂ ਵੀ ਹਰੀ ਦੇ ਮੰਗਲਾਂ ਨੂੰ ਗਾਇਨ ਕਰੋ, ਖੁਸ਼ੀ ਦੇ ਸ਼ਬਦ ਗਾਓ, ਕਿਉਂਕਿ ਹਰੀ ਦੇ ਮੰਗਲਦਾਇਕ ਗੀਤ ਗਾਇਨ ਕਰਨ ਦੇ ਨਾਲ ਪ੍ਰਤੱਖ ਘਰ ਤੇ ਮੰਦਰ ਸਰੀਰ ਘਰ ਤੇ ਹਿਰਦਾ ਰੂਪ ਮੰਦਰ ਸ਼ੋਭਨੀਕ ਬਣ ਗਿਆ। ਅੰਦਰ ਜਦੋਂ ਹਰੀ ਆਉਂਦਾ ਸੁਣਿਆ, ਸਾਖਿਆਤ ਹੋਇਆ, ਚਮਕਾਰੇ ਜੇ ਮਾਰਨ ਲੱਗ ਪਿਆ ਜਦੋਂ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ। ਹੇ ਸਖੀ, ਹੇ ਸੰਤੋ, ਨਿਤਾ ਪ੍ਰਤੀ ਹਰ ਰੋਜ਼ ਹਰੀ ਦੇ ਮੰਗਲ ਗਾਉਣਾ ਕਰੋ, ਤਾਂ ਤੁਹਾਨੂੰ ਕੋਈ ਫਿਰ ਫਿਕਰ ਤੇ ਦੁੱਖ ਨਹੀਂ ਵਿਆਪੇਗਾ।
ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੈ। ਸੁਭਾਗੇ ਦਿਨਾਂ ਦੇ ਅਨੁਸਾਰ ਭਾਗਾਂ ਵਾਲੇ ਦਿਨ ਆਏ ਜਦੋਂ, ਤੇ ਆਪਣੇ ਗੁਰਾਂ ਦੇ ਚਰਨੀ ਲੱਗੇ ਤਾਂ ਆਪਣੇ ਵਾਹਿਗੁਰੂ ਨੂੰ ਜਾਪੈ, ਫਿਰ ਜਾਣ ਲਿਆ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਅਨਹਤ ਇੱਕ ਰਸ ਗੁਰਾਂ ਦੀ ਉਪਦੇਸ਼ ਬਾਣੀ ਜਾਣੀ, ਤਾਂ ਹੀ ਹਰ ਹਰ ਦੇ ਨਾਮ ਰਸ ਨੂੰ ਭੋਗਣਾ ਕੀਤਾ ਅਸੀਂ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਮਹਾਰਾਜ ਕਥਨ ਕਰਦੇ ਭਾਈ ਉਹ ਵਾਹਿਗੁਰੂ ਆਪ ਆ ਕੇ ਸਾਨੂੰ ਮਿਲ ਪਿਆ, ਜੋ ਸਭ ਕਾਰਨਾਂ ਦੇ ਕਾਰਨ ਕਾਰਜ ਦੇ ਕਰਨੇ ਜੋਗੋ ਹੁੰਦਾ, ਲਾਇਕ ਹੈ। ਜੋ ਕਾਰਨ ਰੂਪ ਬ੍ਰਹਮਾ ਆਦਿਕ ਨੇ ਉਹਨਾਂ ਦੇ ਕਰਨੇ ਯੋਗ ਆ, ਉਹਨਾਂ ਨੂੰ ਵੀ ਉਹੀ ਬਣਾਉਂਦਾ। ਉਹ ਸਾਡੇ ਹਿਰਦੇ 'ਚ ਸਾਖਿਆਤ ਹੋ ਗਿਆ। ਕਿਉਂ? ਜੋਤ ਰੱਖੀ ਸੀ, ਮਨੁੱਖਾ ਦੇ ਹੀ ਦਿੱਤੀ ਸੀ ਉਹਨਾਂ ਨੇ। ਏ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ। 922 ਅੰਗ ਤੇ ਫਰਮਾਉਂਦੇ, ਮੇਰੇ ਸਰੀਰਾ ਇਸ ਸੰਸਾਰ ਵਿੱਚ ਆ ਕੇ ਤਾਂ ਕਿਹੜਾ ਸ਼ੁਭ ਕਰਮ ਕਮਾਇਆ। ਇਸ ਕਰਕੇ ਫਰਮਾਉਂਦੇ ਨੇ ਮਹਾਰਾਜ, ਸਰੀਰ ਨੂੰ ਪੁੱਛਦੇ ਐ ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਇਹ ਸਰੀਰਾ, ਜਾ ਤੂੰ ਸੰਸਾਰ 'ਚ ਆਇਆ ਤਾਂ ਤੈਂ ਕਿਹੜਾ ਸ਼ੁਭ ਕਰਮ ਕਮਾਇਆ। ਜਰਾ ਕਿਤੇ ਬਹਿ ਕੇ ਆਪਣੇ ਸਰੀਰ ਨੂੰ ਪੁੱਛੋ ਤਾਂ ਸਹੀ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਸ ਵਾਹਿਗੁਰੂ ਨੇ ਤੇਰੀ ਬਣਾਵਟ ਨੂੰ ਬਣਾਇਆ, ਉਹ ਪਰਮੇਸ਼ਰ ਨੂੰ ਵੀ ਤੈਂ ਮਨ ਵਿੱਚ ਨਹੀਂ ਵਸਾਇਆ। ਜਿਸੈ ਸਾਜ ਨਿਵਾਜਿਆ, ਤਿਸੈ ਸਿਉ ਰੁਚ ਨਾਹੇ। ਆਨ ਰੂਤੀ ਆਨ ਬੋਈਐ, ਫਲ ਨਾ ਫੂਲੈ ਤਾਹੇ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਗੁਰਾਂ ਦੀ ਕਿਰਪਾ ਕਰਕੇ ਜਿਨ੍ਹਾਂ ਦੇ ਮਨ ਵਿੱਚ ਹਰੀ ਵਸਿਆ ਹੈ, ਸੋ ਉਹਨਾਂ ਨੇ ਪੂਰਬਲੇ ਕਰਮਾਂ ਦੇ ਲਿਖੇ ਅਨੁਸਾਰ ਹੀ ਪ੍ਰਾਪਤ ਕੀਤਾ ਹੈ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਮਹਾਰਾਜ ਕਥਨ ਕਰਦੇ ਭਾਈ, ਉਹਨਾਂ ਬੰਦਿਆਂ ਦਾ ਇਹ ਮਨੁੱਖਾ ਸਰੀਰ ਪ੍ਰਵਾਨ ਹੋਇਆ, ਸਫਲਾ ਹੋਇਆ, ਜਿਨ੍ਹਾਂ ਨੇ ਸਤਿਗੁਰਾਂ ਨਾਲ ਚਿੱਤ ਲਾਇਆ, ਜੋੜਿਆ। ਸਰੀਰ ਸਫਲਾ ਕਰਨਾ ਆਪਾਂ ਨੇ ਹੱਥਾਂ ਨਾਲ ਸੇਵਾ ਕਰਕੇ, ਪੈਰਾਂ ਨਾਲ ਤੁਰ ਕੇ, ਮੂੰਹ ਨਾਲ ਬਾਣੀ ਪੜ੍ਹ ਕੇ, ਸਾਰੇ ਸਰੀਰ ਨੂੰ ਸਫਲਾ ਕਰਨਾ ਸੇਵਾ ਕਰਕੇ, ਤਾਂ ਇਹ ਪ੍ਰਵਾਨ ਹੋਣਾ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਹੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹੁਣ ਆਪਣੇ ਨੇਤਰਾਂ ਨੂੰ ਸਿੱਖਿਆ ਦਿਓ, ਅੱਖਾਂ ਨੂੰ। ਇਹ ਮੇਰੀ ਅੱਖੋ, ਇਹ ਮੇਰੇ ਨੇਤਰੋ, ਤੁਹਾਡੇ 'ਚ ਪਰਮੇਸ਼ਰ ਨੇ ਪ੍ਰਕਾਸ਼ ਰੂਪ ਦੋਨਾਂ ਵਿੱਚ ਜੋਤ ਰੱਖੀ ਹੋਈ ਹੈ। ਇਸ ਕਰਕੇ ਇਹਨਾਂ ਨਾਲ ਸੋ ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖੋ, ਕਿਉਂਕਿ ਇਹਨਾਂ ਅੱਖਾਂ ਦੇ ਨਾਲ ਆਪਾਂ ਦੇਖਦੇ ਤਾਂ ਉਹਨੇ ਜੋਤ ਰੱਖੀ ਆ। ਇਹ ਡੇਲੇ ਜੇ ਕੀ ਦੇਖ ਸਕਦੇ ਆ? ਇਹ ਤਾਂ ਇੱਕ ਬਹਾਨਾ ਜਿਹਾ ਬਣਾਇਆ ਡੇਲਿਆਂ ਦਾ। ਇਸ ਕਰਕੇ ਕਹਿੰਦੇ ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖੋ। ਨਦਰੀ ਹੁੰਦਾ ਕਿਰਪਾ ਦ੍ਰਿਸ਼ਟੀ ਦੇ ਕਰਨ ਵਾਲਾ, ਜੋ ਹਰੀ ਆ ਉਹਨੂੰ ਹੀ ਨਿਹਾਲਿਆ ਦੇਖਣਾ ਚਾਹੀਦਾ ਆਪਾਂ ਨੂੰ। ਜਦ ਅੱਖਾਂ 'ਚ ਜੋਤ ਹੈ, ਫਿਰ ਸਾਰੇ ਜੋਤ ਦੇਖ ਲਓ। ਮੁੱਖ ਮਕਸਦ ਤਾਂ ਆਪਣਾ ਜੋਤ ਨੂੰ ਦੇਖ ਕੇ ਜ਼ਿੰਦਗੀ ਨੂੰ ਸਫਲਾ ਕਰਨਾ ਸੀ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਜੋ ਵਿਸ ਮਤਲਬ ਕਿ ਜ਼ਹਿਰ, ਮਤਲਬ ਕਿ ਦੁੱਖ ਰੂਪ ਸੰਸਾਰ ਤੁਸੀਂ ਦੇਖਦੇ ਹੋ ਨਾ, ਇਹ ਹਰੀ ਦਾ ਰੂਪ ਹੈ। ਸੱਚਮੁੱਚ ਗਿਆਨਵਾਨਾਂ ਨੂੰ ਸੰਸਾਰ ਹਰੀ ਰੂਪ ਨਦਰੀ ਨਿਗਾਹ ਆਉਂਦਾ ਹੈ ਤਾਂ ਵਿਸ਼ ਰੂਪ ਹੀ ਹੈ ਸੰਸਾਰ। ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਗੁਰਾਂ ਦੀ ਕਿਰਪਾ ਨਾਲ ਅਸੀਂ ਵੀ ਇਹ ਬੁੱਝਿਆ, ਜਾਣ ਲਿਆ ਜਾਂ ਦੇਖਿਆ ਤਾਂ ਇੱਕ ਹਰੀ ਹੀ ਹੈ। ਉਸ ਹਰੀ ਤੋਂ ਬਿਨਾਂ ਹੋਰ ਕੋਈ ਦਿਖਿਆ ਹੀ ਨਹੀਂ। ਧੰਨ ਗੁਰੂ ਅੰਗਦ ਦੇਵ ਦੀ ਕਿਰਪਾ ਨਾਲ ਦੇਖ ਲਿਆ ਸੀ ਸਾਰਿਆਂ 'ਚ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਕਿਹਨੂੰ ਦੂਜਾ ਕਹੀਏ? ਸਾਰਿਆਂ 'ਚ ਤੂੰ ਹੀ ਹੈ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਤਿਗੁਰੂ ਫਰਮਾਉਂਦੇ ਭਾਈ, ਹਰੀ ਦੇ ਦਰਸ਼ਨਾਂ ਵੱਲੋਂ ਇਹ ਨੇਤਰ ਅੰਨੇ ਸੀ, ਪਹਿਲਾਂ ਅੰਨਿਆਂ ਵਰਗੇ ਸੀ, ਪਰ ਸਤਿਗੁਰਾਂ ਨਾਲ ਮਿਲਣੇ ਕਰਕੇ ਦਿਵ ਦ੍ਰਿਸ਼ਟੀ ਹੋ ਗਈ ਮੇਰੀ। ਗਿਆਨ ਦ੍ਰਿਸ਼ਟੀ ਖੁੱਲ੍ਹ ਆਈ ਹੈ। ਦਿਵ ਜੋਤ, ਦਿਵ ਦ੍ਰਿਸ਼ਟੀ ਹੁੰਦੀ ਹੈ। ਪਰਮਾਤਮਾ ਨੂੰ ਅਨੁਭਵ ਕਰਨ ਵਾਲੇ ਅੰਦਰਲੀ ਸ਼ਕਤੀ ਪ੍ਰਾਪਤ ਹੋ ਗਈ ਹੈ। ਹੁਣ ਕੰਨਾਂ ਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ ਨੇ, ਇਹ ਸ਼ਰਵਣ ਹੋ ਮੇਰੇ ਹੋ ਸਾਚਾ, ਸੁਣਨੈ ਨੋ ਪਠਾਏ। ਇਹ ਮੇਰਿਓ ਕੰਨੋ,
ਸੱਚੇ ਪਰਮੇਸ਼ਰ ਨੇ ਨਾਮ ਸੁਣਨ ਵਾਸਤੇ ਸੰਸਾਰ ਦੇ ਵਿੱਚ ਬੰਦੇ ਦੇ ਸਰੀਰ ਨਾਲ ਲਾ ਕੇ ਭੇਜਿਆ ਹੈ। ਕੰਨ ਵੀ ਦਿਖਾਵੇ ਮਾਤਰ ਹੀ ਹੈ, ਐਵੇਂ ਲਟਕਾਏ ਹੋਏ ਨੇ। ਅੰਦਰ ਸੁਣਨ ਦੀ ਸੱਤਾ ਕੌਣ ਦੇ ਰਿਹਾ ਹੈ? ਵਾਹਿਗੁਰੂ। ਆ ਕੰਨਾਂ ਨੂੰ ਲਾਉਣ ਵਾਲੀ ਮਸ਼ੀਨ ਕਹਿੰਦੇ ਲੈ ਲਈ ਬਈ ਹੁਣ ਮੈਨੂੰ ਉੱਚਾ ਸੁਣਦਾ। ਸੈੱਲ ਕੱਢ ਲੈਂਦੇ ਆ ਫਿਰ ਦਿਖਾਈ ਉੱਚਾ ਸੁਣਦਾ। ਸੈੱਲ ਨੇ ਉਹਦੇ 'ਚ, ਸੈੱਲ ਅੱਗੇ ਉਹ ਮਸ਼ੀਨਰੀ ਚਲਾਉਂਦੇ ਤਾਂ ਮਸ਼ੀਨ ਕੰਮ ਕਰਦੀ ਹੈ। ਇਸੇ ਤਰ੍ਹਾਂ ਕੰਨਾਂ ਵਿੱਚ ਵੀ ਮਸ਼ੀਨ ਲੱਗੀ ਹੋਈ ਰੱਬ ਵੱਲੋਂ, ਉਹਦੇ ਵਿੱਚ ਵੀ ਸੱਤਾ ਹੁੰਦੀ ਹੈ। ਤਾਂ ਕਹਿੰਦੇ ਨੇ ਸਾਚਾ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸੱਚੇ ਪਰਮੇਸ਼ਰ ਨੇ ਨਾਮ ਸੁਣਨ ਲਈ ਭੇਜਿਆ ਆਪਾਂ ਨੂੰ, ਕੰਨ ਨਾਮ ਸੁਣਨ ਨੂੰ ਲਾਏ ਨੇ ਅਤੇ ਤੁਹਾਨੂੰ ਸਰੀਰ ਦੇ ਨਾਲ ਬਈ ਲਾਇਆ। ਇਸ ਲਈ ਤੁਸੀਂ ਸੱਚੀ ਬਾਣੀ ਨੂੰ ਸੁਣੋ। ਮੇਰੇ ਮਨ ਕਰਨ ਸੁਣ ਹਰ ਨਾਮ, ਮੇਰਿਆ ਮਨਾ ਕੰਨਾਂ ਦੇ ਰਾਹੀਂ ਨਾਮ ਨੂੰ ਸੁਣ। ਮਿਟਹਿ ਅਗ ਤੇਰੇ ਜਨਮ ਮਰਨ ਕੇ, ਕਵਨ ਬਪਰੋ ਜਾਮ। ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ। ਜਿਸ ਸੱਚੀ ਬਾਣੀ ਦੇ ਸੁਣਨ ਨਾਲ ਮਨ ਤਨ ਸ਼ੁਭ ਗੁਣਾਂ ਨਾਲ ਹਰਿਆ ਹੁੰਦਾ, ਹਰਾ ਭਰਾ ਹੋ ਜਾਂਦਾ ਅਤੇ ਜਿਹਦੇ ਜਪਣ ਨਾਲ ਰਸਨਾ ਆਤਮ ਰਸ ਵਿੱਚ ਸਮਾਣੀ ਮਗਨ ਹੋ ਜਾਂਦੀ ਹੈ। ਨਾਮ ਨੂੰ ਕਦੇ ਸੁਣ ਕੇ ਦੇਖਿਆ ਬਹਿ ਕੇ ਕੀਰਤਨ ਸੁਣੋ 2-2 ਘੰਟੇ, ਫਿਰ ਕਿਰਪਾ ਹੁੰਦੀ ਹੈ। ਸੱਚ ਅਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ। ਉਹ ਜੋ ਵਿਡਾਣੀ ਅਚਰਜ ਸਰੂਪ ਸੱਚਾ ਪਰਮਾਤਮਾ ਮਨ ਬੁੱਧੀ ਕਰਕੇ ਅਲਖ ਹੈ, ਜਾਣਿਆ ਨਹੀਂ ਜਾਂਦਾ, ਨਾ ਹੀ ਉਹਦੀ ਗਤੀ ਜਿਹੜੀ ਹੈ ਨਾ ਉਹ ਕਥਨ ਕੀਤੀ ਜਾ ਸਕਦੀ ਹੈ। ਗਤ ਅਵਸਥਾ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਹੁ। ਸਾਚੈ ਸੁਣਨੈ ਨੋ ਪਠਾਏ। ਮਹਾਰਾਜ ਕਥਨ ਕਰਦੇ ਮੇਰੇ ਕੰਨੋਂ ਤੁਸੀਂ ਨਾਮ ਅੰਮ੍ਰਿਤ ਨੂੰ ਸੁਣੋ, ਸੁਣ ਕੇ ਪਵਿੱਤਰ ਹੋ ਜਾਓ, ਕਿਉਂਕਿ ਸੱਚੇ ਪਰਮੇਸ਼ਰ ਨੇ ਤੁਹਾਨੂੰ ਨਾਮ ਸੁਣਨੇ ਵਾਸਤੇ ਸੰਸਾਰ 'ਚ ਪਠਾਏ, ਮਤਲਬ ਕਿ ਭੇਜਿਆ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ। ਇਹ ਪਿਆਰੇ ਹਰ ਜੀ, ਪ੍ਰਮਾਤਮਾ ਨੇ ਜੀਵ ਨੂੰ ਮਾਤਾ ਦੇ ਉਦਰ ਰੂਪ ਗੁਫਾ ਅੰਦਰ ਰੱਖ ਕੇ ਪ੍ਰਸੂਤਾ ਪਾਉਣ ਰੂਪ ਬਾਜੇ ਨੂੰ ਵਜਾਉਣਾ ਕੀਤਾ ਹੈ। ਵਜਾਇਆ ਵਾਜਾ ਪਾਉਣ 9 ਦੁਆਰੇ, ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਪ੍ਰਸੂਤਾ ਪਾਉਣ ਰੂਪ ਬਾਜੇ ਨੂੰ ਵਜਾ ਕੇ 9 ਗੋਲਕਾਂ ਵਾਲੇ ਸਰੀਰ ਨੂੰ ਪ੍ਰਗਟ ਕੀਤਾ, ਜਨਮ ਲਿਆ, 10ਵਾਂ ਗੁਪਤ ਰੱਖਿਆ ਹੋਇਆ। ਹਰ ਜੀ ਪ੍ਰਮਾਤਮਾ ਨੇ ਜੀਵ ਨੂੰ ਸਰੀਰ ਗੁਫਾ ਦੇ ਅੰਦਰ ਰੱਖ ਕੇ ਪਾਉਣ ਹੁੰਦਾ ਸਵਾਸਾਂ ਰੂਪੀ ਬਾਜੇ ਨੂੰ ਵਜਾਇਆ ਅਤੇ ਸਵਾਸਾਂ ਦੁਆਰੇ ਸਰੀਰ ਦੀ ਸਾਰੀ ਚੇਸ਼ਟਾ ਕਰਾ ਰਿਹਾ। ਪਾਉਣ ਹੁੰਦਾ ਸਵਾਸਾਂ ਰੂਪੀ ਬਾਜੇ ਨੂੰ ਵਜਾਇਆ। ਇਹ ਸਰੀਰ ਵਿੱਚ 2 ਅੱਖਾਂ, 2 ਕੰਨ, 2 ਨਾਸਕਾਂ, ਮੂੰਹ, ਸਿਸਨ ਤੇ ਗੁਦਾਏ 9 ਦਰਵਾਜ਼ੇ ਪ੍ਰਗਟ ਕੀਤੇ ਨੇ, ਪਰ 10ਵਾਂ ਦਰਵਾਜ਼ਾ ਗੁਪਤ ਰੱਖਿਆ। ਇਹ 10ਮ ਦੁਆਰ ਤਾਂ ਬਾਹਰੋਂ ਕੋਈ ਰਸਤਾ ਨਿਗਾਹ ਨਹੀਂ ਆਉਂਦਾ ਇਹਨੂੰ, ਫਿਰ ਇਹਨੂੰ ਖੋਲ੍ਹੀਏ ਕਿਵੇਂ? ਕਿਉਂਕਿ ਉਹਦੇ ਬਿਨਾਂ ਕਲਿਆਣ ਨਹੀਂ ਹੋਣੀ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਜਿਨ੍ਹਾਂ ਨੇ ਗੁਰਾਂ ਦੁਆਰੇ ਭਾਵਨੀ ਸ਼ਰਧਾ ਲਾਈ ਆ, ਉਹਨਾਂ ਇੱਕ ਇਹਨਾਂ ਨੂੰ 10ਵਾਂ ਦੁਆਰ ਪ੍ਰਤੱਖ ਦਿਖਾਤਾ। 10 ਦੁਆਰਿਆਂ ਵਿੱਚ ਪੂਰਨ ਜੋ ਪਰਮੇਸ਼ਰ ਆ ਪ੍ਰਤੱਖ ਦਿਖਾਇਆ ਉਹਨਾਂ ਨੂੰ। ਤਹ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ 10ਵੇਂ ਦੁਆਰ ਵਿੱਚ ਅਨੇਕ ਤਰ੍ਹਾਂ ਦਾ ਨਾਉ ਰੂਪ ਭਾਵ ਨਾਮ ਰੂਪ ਪ੍ਰਪੰਚ ਹੈ ਅਤੇ 9 ਨਿਧੀਆਂ ਦਾ ਕਰਤਾ। ਉਸ ਕਰਤੇ ਦਾ ਅੰਤ ਨਹੀਂ ਪਾਇਆ ਜਾਂਦਾ। ਸਾਰਾ ਕੁਝ ਹੈ ਪਰ ਅੰਤ ਪਾਉਣਾ ਬੜਾ ਔਖਾ। ਮਹਾਰਾਜ ਕਹਿੰਦੇ ਨੇ ਸਰੀਰ ਦੇ ਅੰਦਰ ਹੀ ਤਾਂ ਹੈ ਸਾਰਾ ਕੁਝ। ਕਈ ਵਾਰ ਦੱਸਿਆ ਵੀ ਸਰੀਰ ਦੇ ਵਿੱਚ ਹੈ, ਖੋਜਣ ਦਾ ਯਤਨ ਆਪਾਂ ਕੀਤਾ ਨਹੀਂ, ਆਪਾਂ ਬਾਹਰ ਨੂੰ ਹੀ ਭਾਲਦੇ ਫਿਰਦੇ ਰਹਿੰਦੇ ਹਾਂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਉਹ 10ਵੇਂ ਦੁਆਰ ਵਿੱਚ ਅਨੇਕਾਂ ਰੂਪ ਤੇ ਨਾਮ ਤੇ 9 ਨਿਧੀਆਂ ਨੇ ਜਿਹਦਾ ਅੰਤ ਨਹੀਂ ਪਾਇਆ ਜਾਂਦਾ। ਕਹਿ ਨਾਨਕ ਹਰ ਪਿਆਰੈ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਮਹਾਰਾਜ ਕਥਨ ਕਰਦੇ ਪਿਆਰੇ ਹਰ ਜੀ ਨੇ ਜੀਵਾਂ ਨੂੰ ਸਰੀਰ ਗੁਫਾ ਦੇ ਅੰਦਰ ਰੱਖ ਕੇ, ਪਵਨ ਹੁੰਦਾ ਸਵਾਸਾਂ ਰੂਪ ਵਾਜੇ ਨੂੰ ਵਜਾਇਆ ਹੈ। ਤੋ ਇਸ ਪ੍ਰਕਾਰ ਕਹਿ ਨਾਨਕ ਹਰ ਪਿਆਰੈ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹ ਚਾਲ ਵਾਸਤੇ ਜੀਓ ਤੇ ਜਮਕ ਲਾਈ ਹੋਈ ਹੈ, ਪਰ ਅਰਥ ਵਾਸਤੇ ਪਿਆਰੈ ਉੱਤੇ ਹੀ ਲੱਗਦੀ ਹੈ। ਇਸ ਕਰਕੇ ਧਿਆਨ ਰੱਖਣਾ। ਪਵਿੱਤਰ ਮੁਖਾਰਬਿੰਦ ਤੋਂ ਆਨੰਦ ਸਾਹਿਬ ਦੇ ਮਹਾਤਮ ਦੀ 39ਵੀਂ ਪੌੜੀ ਉਚਾਰਦੇ ਨੇ। ਇਸ ਪ੍ਰਕਾਰ ਇਹ ਸੰਪਰਦਾ 'ਚ ਆਇਆ ਹੈ। ਇਹੋ ਸਾਚਾ ਸੋਹਿਲਾ, ਸਾਚਾ ਘਰ ਗਾਵੋ,
ਇਹ ਭਾਈ, ਇਹ ਜੋ ਸੱਚਾ ਸੋਹਿਲਾ ਆਨੰਦ ਸਾਹਿਬ ਹੈ, ਸੋਹਿਲਾ ਜਸ ਰੂਪ, ਇਹਨੂੰ ਸੱਚੇ ਸਤਸੰਗ ਰੂਪ ਘਰ 'ਚ ਬੈਠ ਕੇ ਗਾਉਣਾ ਕਰੋ। ਗਾਵੋ ਤਾਂ ਸੋਹਿਲਾ ਘਰ ਸੱਚ ਹੈ, ਜਿੱਥੈ ਸਦਾ ਸੱਚ ਧਿਆਵਹਿ। ਸੱਚੇ ਘਰ ਸਤਸੰਗ 'ਚ ਬੈਠ ਕੇ ਇਹ ਸੋਹਿਲਾ ਆਨੰਦ ਸਾਹਿਬ ਨੂੰ ਗਾਓ, ਜਿੱਥੇ ਸਤਸੰਗ ਘਰ ਵਿੱਚ ਗੁਰਮੁਖ ਜਨ ਸਦੀਵ ਕਾਲ ਸੱਚੇ ਪਰਮੇਸ਼ਰ ਨੂੰ ਧਿਆਉਂਦੇ ਨੇ। ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵਹਿ। ਹੇ ਪ੍ਰਮਾਤਮਾ, ਜਦ ਤੈਨੂੰ ਭਾ ਜਾਣ ਤਾਂ ਤੇਰੇ ਸੱਚ ਸਰੂਪ ਨੂੰ ਧਿਆਉਂਦੇ ਐ। ਅਸਲੀ ਗੁਰਮੁਖ ਉਹੀ ਨੇ ਜਿਨ੍ਹਾਂ ਨੂੰ ਤੂੰ ਸਮਝਾ ਦਿੰਦਾ, ਗੁਰਾਂ ਦੁਆਰੇ ਜਿਨ੍ਹਾਂ ਨੂੰ ਸਮਝਾ ਦਿੰਦਾ, ਉਹੀ ਸਮਝਦੇ ਐ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ। ਇਹ ਸੱਚ ਭਾਵ ਪਰਮਾਤਮਾ ਸਾਰਿਆਂ ਦਾ ਮਾਲਕ ਹੈ। ਸੱਚ ਦੇ ਚੱਚੇ ਨੂੰ ਔਂਕੜ ਤੋਂ ਭਾਵ ਸੱਚ ਮਤਲਬ ਪਰਮਾਤਮਾ। ਇਹੋ ਸੱਚ, ਇਹ ਪਰਮਾਤਮਾ ਸਭਨਾ ਕਾ ਖਸਮ ਮਾਲਕ ਹੈ। ਜਿਹਨੂੰ ਆਨੰਦ ਸਾਹਿਬ ਜੀ ਦੇ ਪੜ੍ਹਨ ਦਾ ਉਦਮ ਬਖਸ਼ਦਾ, ਉਹੀ ਪਾਉਂਦਾ। ਕਹਿ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹਿ। ਮਹਾਰਾਜ ਫਰਮਾਉਂਦੇ, ਇਹ ਜੋ ਸੱਚਾ ਸੋਹਿਲਾ ਆਨੰਦ ਸਾਹਿਬ ਹੈ, ਇਹਨੂੰ ਸਤਸੰਗਤ ਘਰ ਵਿੱਚ ਬੈਠ ਕੇ ਗਾਵੇ। ਹੁਣ ਅੱਗੋਂ ਗੁਰੂ ਅਰਜਨ ਦੇਵ ਸਾਹਿਬ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਆਨੰਦ ਸਾਹਿਬ ਦੇ ਮਹਾਤਮ ਦੀ 40ਵੀਂ ਪੌੜੀ ਉਚਾਰ ਕੇ ਆਨੰਦ ਸਾਹਿਬ ਦੀ ਸਮਾਪਤੀ ਕਰਦੇ ਨੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਇਹ ਵਡਭਾਗੀਓ, ਵੱਡੇ ਭਾਗਾਂ ਵਾਲੇ, ਤੁਸੀਂ ਆਨੰਦ ਸਾਹਿਬ ਨਾਮੇ ਬਾਣੀ ਨੂੰ ਸੁਣੋ ਤਾਂ ਤੁਹਾਡੇ ਸਾਰੇ ਮਨੋਰਥ ਸੰਕਲਪ ਪੂਰੇ ਹੋ ਜਾਣਗੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਜਿਨ੍ਹਾਂ ਨੇ ਬਾਣੀ ਨੂੰ ਸੁਣਿਆ, ਉਹਨਾਂ ਨੇ ਪ੍ਰਭੂ ਹੁੰਦਾ ਰੱਖਿਅਕ ਪਾਰ ਬ੍ਰਹਮ ਨੂੰ ਪਾਇਆ ਤੇ ਉਹਨਾਂ ਦੇ ਸਾਰੇ ਝੋਰੇ ਉਤਰ ਗਏ ਨੇ। ਪਰ ਪ੍ਰਭੂ ਪਾਰ ਬ੍ਰਹਮ ਨੂੰ ਅਸੀਂ ਪਾ ਲਿਆ ਤੇ ਸਾਰੇ ਵਿਸੂਰੇ ਝੋਰੇ ਉਤਰੇ, ਦੂਰ ਹੋ ਗਏ ਨੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਿਨ੍ਹਾਂ ਨੇ ਸੱਚੀ ਆਨੰਦ ਸਾਹਿਬ ਦੀ ਬਾਣੀ ਸੁਣੀ ਆ, ਉਹਨਾਂ ਦੇ ਦੁੱਖ ਜਨਮ ਮਰਨ ਦੇ ਰੋਗ ਤੇ ਸਰੀਰਕ ਰੋਗ ਸਾਰੇ ਤੇ ਸੰਤਾਪ ਮਨ ਦੇ ਸਾਰੇ ਉਤਰ ਗਏ ਨੇ। ਕਿਉਂਕਿ ਦੁੱਖ ਜਨਮ ਮਰਨ ਦੇ ਹੁੰਦੇ ਆ, ਰੋਗ ਸਰੀਰ ਕਰਕੇ ਹੁੰਦੇ ਨੇ, ਸੰਤਾਪ ਮਨ ਕਰਕੇ ਹੁੰਦਾ ਮਨ ਦੇ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਪੂਰਿਆਂ ਗੁਰਾਂ ਤੋਂ ਜਦ ਅਸਾਂ ਨੇ ਬਾਣੀ ਦੀ ਮਹਿਮਾ ਜਾਣੀ ਤਾਂ ਸ਼ੁਭ ਗੁਣਾ ਰੂਪੀ ਸੰਤ ਸੱਜਣ ਸਰਸੇ ਭਏ, ਅਧਿਕ ਹੋਏ, ਬਹੁਤੇ ਜ਼ਿਆਦਾ ਹੋਏ, ਸਹਿਤ ਰਸ ਦੇ ਹੋਏ। ਪੂਰਿਆਂ ਗੁਰਾਂ ਤੋਂ ਜਦ ਬਾਣੀ ਦੀ ਮਹਿਮਾ ਜਾਣੀ ਤਾਂ ਸੱਜਣ ਜੋ ਸੰਤ ਹਨ, ਉਹ ਸਰਸੇ ਭਾਵ ਸਹਿਤ ਰਸ ਦੇ ਹੋਏ। ਸਰਸੇ ਹੁੰਦਾ ਆਨੰਦ ਹੋਏ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਇਸ ਬਾਣੀ ਦੇ ਸੁਣਨ ਵਾਲੇ ਪਵਿੱਤਰ ਹਨ ਤੇ ਕਹਿਣ ਵਾਲੇ ਵੀ ਪਵਿੱਤਰ ਹਨ, ਕਿਉਂਕਿ ਇਸ ਬਾਣੀ ਵਿੱਚ ਸਤਿਗੁਰਾਂ ਦਾ ਜਸ ਭਰਪੂਰ ਹੋ ਰਿਹਾ ਹੈ। ਬਾਣੀ ਵਿੱਚ ਸੱਤ ਤ੍ਰੈ ਕਾਲਾ ਬਾਅਦ ਗੁਰੂ ਹੁੰਦਾ, ਚੇਤਨ ਪਰਮਾਤਮਾ ਦਾ ਜਸ ਨਾਮ ਭਰਪੂਰ ਹੋ ਰਿਹਾ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮਹਾਰਾਜ ਫਰਮਾਉਂਦੇ ਨੇ, ਜਦ ਦੇ ਅਸੀਂ ਗੁਰਾਂ ਦੇ ਚਰਨਾਂ ਨਾਲ ਲੱਗੇ ਹਾਂ, ਉਦੋਂ ਦੇ ਅਨਹਦ ਇੱਕ ਰਸ ਜਸ ਰੂਪ ਤੂਰੇ ਵਾਜੇ ਸ਼ਬਦ ਵੱਜ ਆਏ ਨੇ। ਤੁਸੀਂ ਵੀ ਗੁਰਾਂ ਦੇ ਚਰਨਾਂ ਨਾਲ ਲੱਗ ਕੇ ਇਸ ਬਾਣੀ ਨੂੰ ਸੁਣ ਕੇ ਨਾਮ ਜਪੋ ਤਾਂ ਤੁਹਾਡੇ ਵੀ ਜਸ ਰੂਪ ਵਾਜੇ ਵੱਜਣਗੇ। ਸੋ ਇਸ ਕਰਕੇ ਇਹ ਜਿਹੜੀ ਬਾਣੀ ਆਨੰਦ ਸਰੂਪ ਹੈ ਵਾਕਈ, ਕਿਉਂਕਿ ਇਹਦਾ ਨਾਮ ਆਨੰਦ ਹੈ ਤੇ ਪਾਠਕਾਂ ਨੂੰ, ਸਾਰਿਆਂ ਨੂੰ, ਪੜ੍ਹਨ ਵਾਲਿਆਂ ਨੂੰ ਵੀ ਆਨੰਦ ਹੀ ਦੇਣ ਵਾਲੀ ਹੈ। ਮੰਨਣ ਕਰਨ ਵਾਲੇ ਨੂੰ ਭਗਤੀ ਤੇ ਵਿਰਾਗ ਦੇਣ ਵਾਲੀ ਹੈ। ਸੋ ਨਿਧਿਆਸਣ ਕਰਨ ਵਾਲੇ ਨੂੰ ਮੁਕਤੀ ਤੇ ਇਸੇ ਪ੍ਰਕਾਰ ਗੋਬਿੰਦ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਕਿਉਂਕਿ ਕਹਿਤੇ ਪਵਿੱਤਰ ਸੁਣਤੇ ਸਭ ਧਨ, ਲਿਖਤੀ ਕੁਲ ਤਾਰਿਆ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।